Today, I am discuss about to the Punjab School Education Board, which has been prescribed the syllabus of to the 12th session 20, 20th and 21st. In this session, we are discussing about to the which new syllabus updation by to the Punjab School Education Board regarding to the plus 2 board classes. Before starting this session, I will told you my all viewers which has been comes to the first time on my YouTube channel. So please subscribe my channel, just do it for a bright future. I am also be giving some kinds of information related to my YouTube channel. In this channel, I will cover the syllabus of the Punjab School Education Board 6 to plus 1, and the 6 to 10th I will cover there only 4 subjects: English, Science, SST and Mathematics. And in the plus 1 I will discussing about to the English and all the commerce subjects. This session is based upon for the syllabus related to the commerce, and 4 compulsory subjects as well as 2 common subjects like English and Punjabis for the all stream students. Without your wasting your time, we are starting from this session. ਸਟਾਰਟਿੰਗ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਆ ਉਹ ਹੈ ਵੀ ਜਿਹੜਾ ਸਟੂਡੈਂਟਸ ਦੇ ਲਈ ਜਿਹੜਾ ਸਟਰੀਮ ਉਹਨਾਂ ਨੇ ਬਣਾਇਆ ਵਾ ਪੰਜਾਬ ਸਕੂਲ ਐਜੂਕੇਸ਼ਨ ਬੋਰਡਸ ਨੇ, ਇਹਨਾਂ ਦੇ ਵਿੱਚ ਉਹਨਾਂ ਨੇ 4 ਕੰਪਲਸਰੀ ਸਬਜੈਕਟ ਰੱਖੇ ਨੇ। 4 ਕੰਪਲਸਰੀ ਸਬਜੈਕਟ ਕਿਹੜੇ ਨੇ? ਫਸਟ ਹੈ ਇੰਗਲਿਸ਼, ਫਿਰ ਪੰਜਾਬੀ, ਤੇ ਦੈਨ ਹੈਗਾ ਇਨਵਾਇਰਮੈਂਟ ਐਂਡ ਕੰਪਿਊਟਰ ਸਾਇੰਸ। ਇਹ ਜਿਹੜੇ 4 ਕੰਪਲਸਰੀ ਸਬਜੈਕਟਸ ਨੇ ਜਿਨ੍ਹਾਂ ਦੀ ਉਹਨਾਂ ਨੇ ਮਾਰਕੀਟੇਸ਼ਨ ਕੀਤੀ ਆ ਵੀ ਕਿਸ ਤਰੀਕੇ ਨਾਲ ਇਹ ਮਾਰਕਸ ਇਹਨਾਂ ਨੂੰ ਡਿਸਟਰੀਬਿਊਟ ਕੀਤੇ ਗਏ ਨੇ। ਜਿਹੜੇ ਤਾਂ ਪਹਿਲੇ 2 ਸਬਜੈਕਟਸ ਨੇ ਪੰਜਾਬੀ ਐਂਡ ਇੰਗਲਿਸ਼, ਇਹਨਾਂ ਦੇ ਮਾਰਕਸ ਇਨਕਰੀਜ਼ ਕਰ ਦਿੱਤੇ ਨੇ। ਲਾਸਟ ਟਾਈਮ ਜਿਹੜਾ ਹੁਣ ਜਾਣੀ ਕਿ 19-20 ਦਾ ਸੈਸ਼ਨ ਸੀਗਾ ਉਹਦੇ ਵਿੱਚ ਜਿਹੜੀ ਇੰਗਲਿਸ਼ ਦਾ ਟੋਟਲ ਮਾਰਕਸ ਸੀਗੇ ਉਹ 75 ਸੀਗੇ, ਬਟ ਇਸ ਸਮੇਂ ਕੀ ਕੀਤਾ ਪੰਜਾਬ ਐਜੂਕੇਸ਼ਨ ਬੋਰਡਸ ਨੇ, ਇੰਗਲਿਸ਼ ਦੀ ਜਿਹੜੀ ਮਾਰਕਸ ਸੀਗੇ ਉਹ ਇਨਕਰੀਜ਼ ਕਰ ਦਿੱਤੇ ਨੇ। ਉਹ 100 ਮਾਰਕਸ ਦਾ ਪੇਪਰ ਆਏਗਾ ਇਸ ਵਾਰ ਤੁਹਾਨੂੰ, ਅਤੇ 100 ਮਾਰਕਸ ਦਾ ਹੀ ਤੁਹਾਡਾ ਜਨਰਲ ਇੰਗਲਿਸ਼ ਦਾ ਪੇਪਰ ਆਏਗਾ। ਇਨਵਾਇਰਮੈਂਟ ਦਾ ਉਹਨਾਂ ਨੇ 50 ਮਾਰਕਸ ਦਾ ਕਰ ਦਿੱਤਾ ਹੈ, ਅਤੇ ਕੰਪਿਊਟਰ ਸਾਇੰਸ ਦਾ ਤੁਹਾਨੂੰ 100 ਮਾਰਕਸ ਦਾ ਪੇਪਰ ਕੰਡਕਟ ਹੋਏਗਾ ਇਸ ਵਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ। ਇਹਦੇ ਵਿੱਚ ਉਹਨਾਂ ਨੇ ਕੁਝ ਕੁ ਗਾਈਡਲਾਈਨਸ ਦਿੱਤੀਆਂ ਨੇ, ਜਿਸ ਤਰੀਕੇ ਨਾਲ ਕੀ ਆ ਵੀ ਬੱਚੇ ਦੀ 35% ਮੈਂਡੇਟਰੀ ਆ ਥਿਊਰੀ ਸਬਜੈਕਟਸ ਲਈ, ਐਂਡ ਜਿਹੜਾ ਪ੍ਰੈਕਟੀਕਲ ਸਬਜੈਕਟ ਨੇ ਉਹਨਾਂ ਦੇ ਸੈਪਰੇਟ ਆ। ਵੀ ਜਿਹੜੇ ਮਿਨੀਮਮ ਮਾਰਕਸ ਜਿਹੜਾ ਇੰਟਰਨਲ ਅਸੈਸਮੈਂਟ ਦੀ ਆ ਮੈਂਡੇਟਰੀ ਆ ਵੀ 35% ਮਾਰਕਸ ਉਹਦੇ ਥਿਊਰੀ ਵਿੱਚ ਹੋਣੇ ਚਾਹੀਦੇ ਤਾਂ ਤੁਹਾਡੇ ਅਸੈਸਮੈਂਟ ਜਿਹੜੀ ਆ ਉਹ ਜਿਹੜੇ ਤੁਹਾਡੇ ਓਬਟੇਨ ਮਾਰਕਸ ਨੇ ਉਹਨਾਂ ਵਿੱਚ ਜੁੜੇਗੀ। ਜੇਕਰ ਤੁਹਾਡੇ 35% ਥਿਊਰੀ ਦੇ ਵਿੱਚੋਂ ਨਹੀਂ ਹੈਗੇ ਤਾਂ ਤੁਹਾਡੇ ਨਾ ਪ੍ਰੈਕਟੀਕਲ ਮਾਰਕਸ ਜੁੜਨੇ ਆ ਅਤੇ ਨਾ ਹੀ ਤੁਹਾਡੀ ਇੰਟਰਨਲ ਅਸੈਸਮੈਂਟ ਜੁੜੇਗੀ। ਨੈਕਸਟ ਸੈਕਿੰਡ ਸਟੈਪ ਦੱਸਿਆ ਉਹਨਾਂ ਨੇ ਵੀ ਐਵਰੀ ਕੈਂਡੀਡੇਟ ਆਫਰਸ ਟੂ ਦੀ ਇਨਵਾਇਰਮੈਂਟ ਸਟੱਡੀਜ਼ ਐਂਡ ਸਾਇੰਸ ਐਜ਼ ਏ ਕੰਪਲਸਰੀ ਸਬਜੈਕਟ। ਹੁਣ ਉਹਨਾਂ ਨੇ ਇਹ 2 ਕੰਪਲਸਰੀ ਸਬਜੈਕਟ ਪਾ ਦਿੱਤੇ ਗਏ ਨੇ, ਇਨਵਾਇਰਮੈਂਟ ਸਟੱਡੀਜ਼ ਅਤੇ ਕੰਪਿਊਟਰ ਸਾਇੰਸ ਨੂੰ। The examination of these subjects will be conducted to the externally at to the board level, and the evaluation shall be done by the board level and result in the form of to the grades as well as marks they are reflecting to the on the certificate। ਵੀ ਜਾਣੀ ਕਿ ਹੁਣ ਜਿਹੜਾ ਵਾ ਪੰਜਾਬੀ ਕੰਪਿਊਟਰ ਐਂਡ ਇਨਵਾਇਰਮੈਂਟ ਜਿਹੜੇ ਨੇ ਉਹ ਕੰਪਲਸਰੀ ਸਬਜੈਕਟ ਬਣ ਚੁੱਕੇ ਨੇ, ਜਾਣੀ ਕਿ ਇਹ 2 ਹੀ ਸਬਜੈਕਟਾਂ ਦੇ ਜਿਹੜੇ ਮਾਰਕਸ ਨੇ ਉਹ ਤੁਹਾਡੇ ਜਿਹੜੀ DMC ਬਣ ਕੇ ਆਏਗੀ ਉਹਦੇ ਵਿੱਚ ਮੈਂਸ਼ਨ ਹੋਣਗੇ, ਬਟ ਇਹ ਕੀ ਆ ਇਹਨਾਂ ਦੇ ਮਾਰਕਸ ਜਿਹੜੇ ਮੇਨ ਸਬਜੈਕਟਸ ਨੇ ਉਹਨਾਂ ਵਿੱਚ ਕਾਊਂਟ ਨਹੀਂ ਹੁੰਦੇ ਹੈਗੇ, ਅਤੇ ਇਹਨਾਂ ਦੀ ਗ੍ਰੇਡ ਵੀ ਤੁਹਾਨੂੰ ਉੱਥੇ ਹੀ ਸ਼ੋ ਹੋ ਜਾਏਗੀ। ਨੈਕਸਟ ਹੈ ਥਰਡ ਸਟੈਪ ਦੱਸਿਆ ਹੈ ਇੰਟਰਨਲ ਅਸੈਸਮੈਂਟ ਜਾਂ ਪ੍ਰੋਜੈਕਟ ਵਰਕ ਜਿਹੜਾ ਵਾ ਉਹ ਕੰਸਿਸਟ ਸਬਜੈਕਟ ਆਫ ਦੀ ਰਿਲੇਟਡ ਟੂ ਦੀ ਪ੍ਰੋਜੈਕਟ ਵਰਕ ਅਸਾਈਨਮੈਂਟਸ ਐਕਟੀਵਿਟੀ ਐਂਡ 2 ਮਾਰਕਸ ਆਫ ਦੀ ਬੁੱਕ ਬੈਂਕਸ ਐਜ਼ ਪਰ ਦੇਅਰ ਨੀਡਸ ਆਫ ਟੂ ਦੀਆਂ ਸਬਜੈਕਟਸ। ਹੁਣ ਜਿਹੜੇ ਇੰਟਰਨਲ ਮਾਰਕਸ ਆ ਉਹ ਵੀ ਇੱਦਾਂ ਨਹੀਂ ਹੈਗੇ ਵੀ 20 ਮਾਰਕਸ ਜਿਹੜੀ ਆ ਉਹ ਤੁਹਾਡੇ ਸਕੂਲ ਦੁਆਰਾ ਇੱਦਾਂ ਹੀ ਲਗਾ ਦਿੱਤੀ ਜਾਏਗੀ। 20 ਮਾਰਕਸ ਨੂੰ ਵੀ ਉਹਨਾਂ ਨੇ ਸਬ ਡਿਵਾਈਡ ਕੀਤੇ ਗਏ ਨੇ, ਜਿਹਦੇ ਵਿੱਚ ਤੁਹਾਨੂੰ ਇੱਕ ਪ੍ਰੋਜੈਕਟਸ ਬਣਾਉਣਾ ਪਏਗਾ, ਪ੍ਰੋਜੈਕਟ ਦੇ ਰਿਲੇਟਡ ਤੁਹਾਨੂੰ ਉਹਦੀਆਂ ਐਕਟੀਵਿਟੀਜ਼ ਦੇਣੀਆਂ ਪੈਣਗੀਆਂ, ਅਸਾਈਨਮੈਂਟਸ ਕ੍ਰੀਏਟ ਕਰਨੀਆਂ ਪੈਣਗੀਆਂ, ਅਤੇ ਤੁਹਾਨੂੰ ਬੁੱਕ ਜਿਹੜੀ ਆ ਆਪਣੀ ਮੇਨਟੇਨ ਕਰਨੀ ਪੈਣੀ ਆ ਵੀ ਤੁਸੀਂ ਕਿੰਨੀ ਤਰੀਕ ਨੂੰ ਕਿਹੜੇ ਪ੍ਰੈਕਟੀਕਲ ਅਟੈਂਪਟ ਕੀਤੇ, ਤਾਂ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਹੋਣਗੀਆਂ। ਇੰਗਲਿਸ਼ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਇੰਗਲਿਸ਼ ਦੇ ਵਿੱਚ ਤੁਹਾਡੀ ਕੀ ਹੋਏਗੀ ਲਿਸਨਿੰਗ, ਸਪੀਕਿੰਗ ਅਤੇ ਰਾਈਟਿੰਗ। ਇਹ ਜਿਹੜੀਆਂ 4 ਸਕਿੱਲਸ ਉਹਨਾਂ ਨੇ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਉਹਨਾਂ ਨੇ 20 ਮਾਰਕਸ ਦੀ ਅਸੈਸਮੈਂਟ ਦੇ ਵਿੱਚ 10 ਮਾਰਕਸ ਇਹ ਜੋੜੇ ਗਏ ਨੇ, ਅਤੇ 10 ਮਾਰਕਸ ਜਿਹੜਾ ਹੋਏਗਾ ਤੁਹਾਡਾ ਪ੍ਰੋਜੈਕਟ ਬੇਸ ਅਤੇ ਅਸਾਈਨਮੈਂਟਸ ਉਹਦੇ ਨਾਲ ਇਨਕਲੂਡਡ ਹੋਣਗੀਆਂ। ਨੋਟ ਹੋਰ ਕੀ ਦਿੱਤਾ ਗਿਆ ਵਾ ਵੀ ਜਿਹੜੇ 10th ਕਲਾਸ ਦਾ ਜਿਹੜਾ ਤੁਹਾਡਾ ਐਗਜ਼ਾਮੀਨੇਸ਼ਨ ਜਿਹੜਾ ਬੋਰਡ ਆਫਰ ਕਰੇਗੀ ਉਹਦੇ ਬੇਸਡ ਦੇ ਉੱਤੇ ਹੀ, ਜੇਕਰ ਜਿਵੇਂ ਕੁਝ ਬੱਚੇ ਹੁੰਦੇ ਆ ਵੀ ਜਿਹੜੇ ਆਊਟ ਆਫ ਪੰਜਾਬ ਤੋਂ ਆਉਂਦੇ ਹੁੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਮੈਟ੍ਰਿਕ ਸਰਟੀਫਿਕੇਟ ਦੇ ਅਕੋਰਡਿੰਗ ਉਹਨਾਂ ਨੂੰ ਦਿੱਤੀ ਜਾਏਗੀ ਜਾਂ ਤਾਂ ਜਨਰਲ ਇੰਗਲਿਸ਼ ਜਾਂ ਪੰਜਾਬੀ
ਹਿਸਟੋਰੀਕਲ ਐਂਡ ਕਲਚਰ ਵੀ ਇਹਨਾਂ ਨੂੰ ਇਹ ਦਿੱਤਾ ਜਾਏਗਾ। ਜਿਹੜੇ ਆਊਟਸਾਈਡ ਆਫ ਦੀ ਪੰਜਾਬ ਹੋਣਗੇ ਉਹਨਾਂ ਨੂੰ ਪੰਜਾਬੀ ਹਿਸਟਰੀ ਐਂਡ ਕਲਚਰ ਦਿੱਤਾ ਜਾਏਗਾ, ਅਤੇ ਜਿਹੜੇ ਇੱਥੇ ਦੇ ਰੈਜ਼ੀਡੈਂਸ਼ੀਅਲ ਨੇ ਤਾਂ ਉਹਨਾਂ ਨੂੰ ਕੀ ਆ ਜਨਰਲ ਪੰਜਾਬੀ ਹੀ ਦਿੱਤੀ ਜਾਏਗੀ। ਨੈਕਸਟ ਹੈ ਕੈਂਡੀਡੇਟ ਹੂ ਪਾਸ ਦੇਅਰ ਮੈਟ੍ਰਿਕ ਐਗਜ਼ਾਮੀਨੇਸ਼ਨ ਫਰੋਮ ਟੂ ਦੀਅਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ with their history culture as a subject can be a optional to their ਲਿਓਨ ਆਫ ਟੂ ਦੀ ਕੰਪਲਸਰੀ ਪੰਜਾਬੀ ਇਨ ਦੀਆਂ 12th ਵੀ ਉਹਨਾਂ ਦੇ ਕੀ ਆ ਵੀ ਜਿਹੜੇ ਬੱਚੇ ਜਾਣੀ ਕਿ ਆਊਟਸਾਈਡ ਤੋਂ ਆਏ, ਮੈਂ ਉਹੀ ਦੱਸਿਆ ਵੀ ਜਿਹੜਾ ਪੰਜਾਬ ਹਿਸਟਰੀ ਐਂਡ ਕਲਚਰ ਉਹਨਾਂ ਕੋਲ ਆਪਸ਼ਨਲ ਸਬਜੈਕਟ ਆ ਵੀ ਉਹ ਲੈ ਸਕਦੇ, ਨਹੀਂ ਫਿਰ ਉਹ ਕੰਪਲਸਰੀ ਪੰਜਾਬੀ ਵੀ ਲੈ ਸਕਦੇ, ਉਹ ਡਿਪੈਂਡ ਕਰੇਗਾ ਉਹਨਾਂ ਦੇ ਉੱਤੇ। ਨੈਕਸਟ ਹੈਗਾ ਵਾ ਜਿਹੜਾ ਤੁਹਾਡਾ ਇਲੈਕਟਿਵ ਸਬਜੈਕਟਸ ਨੇ ਵੀ ਜਾਣੀ ਕਿ ਅਦਰ, ਜਿਵੇਂ ਇਲੈਕਟਿਵ ਇੰਗਲਿਸ਼ ਹੋ ਗਈ, ਇਲੈਕਟਿਵ ਪੰਜਾਬੀ ਹਿਸਟਰੀ ਦੇ ਵਿੱਚ ਜਾਣੀ ਕਿ ਕਮਰਸ ਦੇ ਵਿੱਚ ਜਿਹੜੇ ਅਦਰਸ ਨੇ ਤਾਂ ਉਹਨਾਂ ਦੇ ਰਿਲੇਟਡ ਵੀ ਇਹਨਾਂ ਨੇ ਡਿਟੇਲ ਦਿੱਤੀ ਆ ਵੀ ਇਹਨਾਂ ਵਿੱਚ ਵੀ ਆ ਇਨ ਦੀਆਂ ਐਡੀਸ਼ਨਸ ਟੂ ਦੀਆਂ ਕੰਪਲਸਰੀ ਸਬਜੈਕਟ ਐਵਰੀ ਕੈਂਡੀਡੇਟ ਹੈਵ ਬੀਨ ਆਫਰ ਟੂ ਦੀਆਂ ਫੋਲੋਇੰਗ ਗਰੁੱਪਸ ਵੀ ਜਿਹੜੇ ਕੰਪਲਸਰੀ ਸਬਜੈਕਟ ਨੇ ਉਹਨਾਂ ਦੇ ਲਈ ਆ 4 ਗਰੁੱਪ ਬਣਾਏ ਗਏ ਨੇ ਜਿਨ੍ਹਾਂ ਦਾ ਸਿਲੇਬਸ ਇਸ ਵਾਰ ਮੈਂਸ਼ਨ ਕੀਤਾ ਗਿਆ ਵਾ। ਹਿਊਮੈਨਿਟੀ ਜਿਨ੍ਹਾਂ ਨੂੰ ਆਰਟਸ ਗਰੁੱਪ ਕਿਹਾ ਜਾਂਦਾ, ਸਾਇੰਸ ਗਰੁੱਪ, ਕਮਰਸ ਅਤੇ ਐਗਰੀਕਲਚਰ। ਨੈਕਸਟ ਦਿੱਤੀ ਗਈ ਹੈ ਇਨਫੋਰਮੇਸ਼ਨ ਐਡੀਸ਼ਨਲ ਸਬਜੈਕਟ ਦੀ। ਇਨ ਦੀ ਐਡੀਸ਼ਨਲ ਸਬਜੈਕਟ ਦੇਅਰ ਹੈਜ਼ ਬੀਨ 3 ਇਲੈਕਟਿਵ subjective offered to their candidates of their groups of their students may be offered to the additional subject of their same group। ਉਹਨਾਂ ਨੂੰ ਕੀ ਆ ਐਡੀਸ਼ਨਲ ਸਬਜੈਕਟ ਦਿੱਤੇ ਜਾਣਗੇ ਜਿਹੜੇ ਉਹਨਾਂ ਦੇ ਗਰੁੱਪ ਨੂੰ ਬਿਲੋਂਗ ਕਰਦੇ ਆ, ਉਹਨਾਂ ਦੇ ਗਰੁੱਪ ਨੂੰ ਦੇਖਣ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਵੀ ਆਫਰ ਕੀਤਾ ਜਾਏਗਾ ਵੀ ਤੁਸੀਂ ਸਬਜੈਕਟ ਐਜ਼ ਏ ਲੈ ਸਕਦੇ ਹੋ। ਨੈਕਸਟ ਹੈ ਸਾਡੇ ਕੋਲ ਇਹਨਾਂ ਨੇ ਡਿਸਟਰੀਬਿਊਸ਼ਨ ਕੀਤੀ ਆ ਹਿਊਮੈਨਿਟੀ ਜਿਹੜਾ ਵਾ ਹਿਊਮੈਨਿਟੀ ਗਰੁੱਪ ਆ ਉਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਸਬਜੈਕਟਸ ਨੂੰ ਉਹਨਾਂ ਨੇ ਕੰਟਰੀਬਿਊਟ ਕੀਤਾ ਗਿਆ ਵਾ। ਦੇਖੋ ਲੈਂਗੁਏਜ ਜਿਹੜੀਆਂ ਨੇ ਆ ਤੁਸੀਂ ਇਹਨਾਂ ਵਿੱਚ ਜਿਹੜੀਆਂ 2 ਲੈਂਗੁਏਜ ਜਿਹੜੀਆਂ ਕੰਪਲਸਰੀ ਨੇ ਉਹ ਚੂਜ਼ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਜਿਹੜੀਆਂ ਨੈਕਸਟ ਨੇ ਜਿਨ੍ਹਾਂ ਵਿੱਚ ਤੁਸੀਂ ਕੰਬੀਨੇਸ਼ਨ ਲੈਣਾ, ਜਿਵੇਂ ਹਿਸਟਰੀ ਹੋ ਗਿਆ, ਇਕਨੋਮਿਕਸ ਹੋ ਗਿਆ, ਮੈਥਮੈਟਿਕਸ ਹੋ ਗਿਆ, ਬਿਜ਼ਨਸ ਸਟੱਡੀਜ਼ ਹੋ ਗਿਆ, ਅਕਾਊਂਟੈਂਸੀ ਹੋ ਗਿਆ, ਪੋਲੀਟੀਕਲ ਹੋ ਗਿਆ, ਸੋਸ਼ੀਓਲੋਜੀ ਹੋ ਗਿਆ, ਐਡਮਿਨਿਸਟ੍ਰੇਸ਼ਨ। ਨੰਬਰ ਆਫ ਜਿਹੜੇ ਇਹਦੇ ਵਿੱਚ ਸਬਜੈਕਟਸ ਨੇ ਉਹ ਮੈਂਸ਼ਨ ਨੇ ਅਤੇ ਇਹਨਾਂ ਦੇ ਪਰਟੀਕੂਲਰ ਜਿਹੜੇ ਨੇ ਸਿਲੇਬਸ ਵੀ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਉਹ ਵੀ ਤੁਹਾਨੂੰ ਦਿੱਤਾ ਹੋਇਆ। ਅਤੇ ਮੈਂ ਆਪਣੇ ਸੈਸ਼ਨ ਦੇ ਵਿੱਚ ਜਿਹੜਾ ਨੈਕਸਟ ਸੈਸ਼ਨ ਆਏਗਾ ਮੈਂ ਉਹਦੇ ਵਿੱਚ ਆਰਟਸ ਦੇ ਜਿਹੜਾ ਸਬਜੈਕਟਸ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਮੇਨ ਸਬਜੈਕਟਸ ਦੀ ਗੱਲ ਕੀਤੀ ਜਾਊਗੀ ਉਹਦੇ ਵਿੱਚ ਜਿਹੜੇ ਕਿ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੂੰ ਆਫਰ ਕਰਦੇ ਆ ਸਕੂਲਸ ਅਤੇ ਜਿਨ੍ਹਾਂ ਨੇ ਜ਼ਿਆਦਾਤਰ ਉਹ ਐਗਜ਼ਾਮ ਕੰਡਕਟ ਕਰਦੇ ਨੇ। ਨੈਕਸਟ ਹੈ ਸਾਡੇ ਕੋਲ ਉਹਨਾਂ ਨੇ ਅੱਗੇ ਦੱਸਿਆ ਹੋਇਆ, ਨੈਕਸਟ ਉਹਨਾਂ ਨੇ ਦਿੱਤਾ ਹੋਇਆ ਇੰਪੋਰਟੈਂਟ ਨੋਟ ਦਿੱਤਾ ਹੋਇਆ ਵੀ 35 ਜਿਹੜਾ ਉਹੀ ਗੱਲ ਆ ਵੀ ਜੇਕਰ ਤੁਹਾਡੇ ਥਿਊਰੀ ਦੇ ਵਿੱਚੋਂ 35 ਮਾਰਕਸ ਹੋਣਗੇ ਤਾਂ ਹੀ ਤੁਹਾਡੇ ਪ੍ਰੈਕਟੀਕਲ ਦੇ ਜਿਹੜੇ 35% ਹੋਣੇ ਬਹੁਤ ਜ਼ਰੂਰੀ ਨੇ, ਤਾਂ ਹੀ ਤੁਹਾਡੇ ਪ੍ਰੈਕਟੀਕਲ ਵੀ ਐਡ ਹੋਣਗੇ। ਵੀ ਜੇਕਰ ਕੋਈ ਬੱਚਾ 35% ਤੋਂ ਮਾਰਕਸ ਬਿਲੋ ਲੈਂਦਾ ਵਾ ਤਾਂ ਉਹਨਾਂ ਦੇ ਥਿਊਰੀ ਦੇ ਵਿੱਚੋਂ ਘੱਟ ਨੇ ਤਾਂ ਉਹਨਾਂ ਦਾ ਕੋਈ ਵੀ ਪ੍ਰੈਕਟੀਕਲ ਨਾ ਉਹਨਾਂ ਦੀ ਪ੍ਰੋਜੈਕਟ ਦਾ ਕੋਈ ਵੀ ਇੰਟਰਨਲ ਅਸੈਸਮੈਂਟ ਉਹਦੇ ਵਿੱਚ ਕੋਈ ਵੀ ਐਡ ਨਹੀਂ ਕੀਤੀ ਜਾਏਗੀ। ਇਹਨਾਂ ਵਿੱਚ ਦੱਸਿਆ ਗਿਆ ਨੋਟ ਦਿੱਤਾ ਗਿਆ ਵੀ ਕੈਂਡੀਡੇਟ ਆਫ ਟੂ ਦੀ ਆਪਸ਼ਨ ਆਫ ਟੂ ਦੀ ਹੋਮ ਸਾਇੰਸ as and to the elective subject may be choosing at least one subject from the sociology, philosophy and economics if they wish to the seek to the admission of to the higher course in the ਹੋਮ ਸਾਇੰਸ। ਇਹਨਾਂ ਨੇ ਇੱਕ ਚੀਜ਼ ਦਿੱਤੀ ਹੈ ਵੀ ਜਿਹੜੇ ਬੱਚੇ ਨੇ ਹੋਮ ਸਾਇੰਸ ਲਈ ਆ ਤਾਂ ਉਹਨਾਂ ਨੇ ਇੱਕ ਇਲੈਕਟਿਵ ਸਬਜੈਕਟ ਵੀ ਲੈਣਾ ਪਏਗਾ, ਚਾਹੇ ਉਹ ਸੋਸ਼ੀਓਲੋਜੀ ਲੈਣ, ਚਾਹੇ ਉਹ ਸਾਈਕੋਲੋਜੀ ਲੈਣ, ਚਾਹੇ ਉਹ ਇਕਨੋਮਿਕਸ ਲੈਣ, ਕਿਉਂਕਿ ਇਹਨਾਂ ਤੋਂ ਬਿਨਾਂ ਫਿਰ ਉਹਨਾਂ ਨੂੰ ਜਿਹੜਾ ਨੈਕਸਟ ਹਾਇਰ ਕੋਰਸਿਸ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਐਡਮਿਸ਼ਨ ਨਹੀਂ ਦਿੱਤੀ ਜਾਏਗੀ। ਅਤੇ ਜਿਹੜਾ ਸਿਲੇਬਸ ਆ ਕੰਪਿਊਟਰ ਐਪਲੀਕੇਸ਼ਨ ਦਾ ਉਹ ਪ੍ਰਸਕ੍ਰਾਈਬ ਕੀਤਾ ਜਾਏਗਾ ਜਿਸ ਤਰੀਕੇ ਦਾ ਸਾਡੇ ਸਾਇੰਸ ਗਰੁੱਪ ਨੂੰ ਦਿੱਤਾ ਜਾਏਗਾ ਉਹੋ ਜਿਹਾ ਹੀ ਸਿਲੇਬਸ ਸੇਮ ਇਹਨਾਂ ਨੂੰ ਵੀ ਦਿੱਤਾ ਜਾਏਗਾ। ਅਤੇ ਐਗਰੀਕਲਚਰ ਦਾ ਸੇਮ ਸਬਜੈਕਟ ਹੋਏਗਾ ਅਤੇ ਐਗਰੀਕਲਚਰ ਗਰੁੱਪ ਦੇ ਵਿੱਚ ਹੀ ਉਹਨਾਂ ਨੂੰ ਦੱਸਿਆ ਜਾਵੇਗਾ। ਨੈਕਸਟ ਹੈਗਾ ਵਾ ਸਾਨੂੰ ਦੱਸਿਆ ਗਿਆ ਮਾਰਕਸ ਦੀ ਕਿਸ ਤਰੀਕੇ ਨਾਲ ਡਿਸਟਰੀਬਿਊਸ਼ਨ ਕੀਤੀ ਗਈ ਆ ਸਾਇੰਸ ਗਰੁੱਪ ਦੇ ਵਿੱਚ। ਜਿਵੇਂ ਫਿਜ਼ਿਕਸ ਹੋ ਗਿਆ, ਫਿਜ਼ਿਕਸ ਦੇ ਵਿੱਚ ਉਹਨਾਂ ਨੇ ਥਿਊਰੀ ਰੱਖੀ ਆ 70 ਮਾਰਕਸ ਦੀ ਥਿਊਰੀ ਰੱਖੀ ਆ, 25 ਮਾਰਕਸ ਦਾ ਪ੍ਰੈਕਟੀਕਲ ਅਤੇ ਪ੍ਰੋਜੈਕਟ ਵਰਕ ਰੱਖਿਆ 5 ਮਾਰਕਸ ਦਾ, ਅਤੇ ਟੋਟਲ ਮਾਰਕਸ ਜਿਹੜੇ ਅਰਾਊਂਡ ਅਸ ਕਿੰਨੇ ਨੇ 100 ਮਾਰਕਸ ਦੇ। ਨੈਕਸਟ ਹੈਗਾ ਵਾ ਕੈਮਿਸਟਰੀ ਦੇ ਵਿੱਚ ਵੀ 70 ਰੱਖਿਆ ਵਾ, 25 ਅਤੇ 5 ਮਾਰਕਸ ਜਿਹੜੇ ਨੇ ਪ੍ਰੋਜੈਕਟ ਦੇ ਉਹ ਰੱਖੇ ਗਏ ਨੇ ਅਤੇ 100 ਮਾਰਕਸ ਦਾ ਉਹ ਟੋਟਲ ਬਣਾਇਆ ਗਿਆ। ਨੈਕਸਟ ਹੈਗਾ ਵਾ ਬਾਇਓ ਹੋਏਗਾ ਜਿਹੜਾ ਮੈਡੀਕਲ ਕਰੇਗਾ, ਅਤੇ ਮੈਥ ਜਿਹੜਾ ਹੋਏਗਾ ਵੀ ਜਿਹਨੇ ਨਾਨ ਮੈਡੀਕਲ ਲੈਣੀ ਹੋਏਗੀ ਉਹਨਾਂ ਦੀ ਕਿਸ ਤਰੀਕੇ ਨਾਲ ਡਿਸਟਰੀਬਿਊਸ਼ਨ ਕੀਤੀ ਗਈ ਆ। ਦੇਖੋ ਜਿਹੜੀ ਬਾਇਓ ਦੇ ਵਿੱਚ ਆ ਉਹ 70 ਮਾਰਕਸ ਦਾ ਹੋਏਗਾ, 25 ਮਾਰਕਸ ਦਾ ਜਿਹੜਾ ਪ੍ਰੈਕਟੀਕਲ ਹੋਏਗਾ ਅਤੇ 5 ਮਾਰਕਸ ਦਾ ਜਿਹੜਾ ਹੋਏਗਾ ਪ੍ਰੋਜੈਕਟ ਹੋਏਗਾ, ਅਤੇ ਟੋਟਲ 100 ਮਾਰਕਸ ਦਾ ਹੋਏਗਾ। ਬਟ ਜਿਹੜਾ ਮੈਥਮੈਟਿਕਸ ਦੀ ਆ ਉਹਨਾਂ ਨੇ ਡਿਸਟਰੀਬਿਊਸ਼ਨ ਦੇਖੋ ਮੈਥਮੈਟਿਕਸ ਦੀ ਕਿੱਦਾਂ ਕੀਤੀ ਗਈ ਆ। ਮੈਥਮੈਟਿਕਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ 80 ਮਾਰਕਸ ਦਾ ਅਸੀਂ ਥਿਊਰੀ ਦਾ ਪੇਪਰ ਲਵਾਂਗੇ, ਨੋ ਪ੍ਰੈਕਟੀਕਲ ਹੋਏਗਾ ਤੁਹਾਡਾ, ਅਤੇ 20 ਮਾਰਕਸ ਦਾ ਜਿਹੜਾ ਤੁਹਾਡਾ ਪ੍ਰੋਜੈਕਟ ਵਰਕ ਅਤੇ ਇੰਟਰਨਲ ਅਸੈਸਮੈਂਟ ਹੋਏਗੀ, ਅਤੇ ਟੋਟਲ 100 ਮਾਰਕਸ ਦਾ ਇਹ ਵਰਕ ਹੋਏਗਾ। ਅਤੇ ਸਟੂਡੈਂਟਸ ਨੂੰ ਜਿਨ੍ਹਾਂ ਨੂੰ ਆਫਰ ਕੀਤੇ ਗਏ ਨੇ ਐਡੀਸ਼ਨਲ ਸਬਜੈਕਟ ਜਿਵੇਂ ਕਿ ਉਹ ਜੋਗ੍ਰਾਫੀ ਲੈ ਸਕਦੇ ਆ, ਹੋਮ ਸਾਇੰਸ ਲੈ ਸਕਦੇ ਆ, ਐਗਰੀਕਲਚਰ ਲੈ ਸਕਦੇ ਆ, ਬਾਇਓਲੋਜੀ ਲੈ ਸਕਦੇ ਆ, ਤਾਂ ਉਹਨਾਂ ਦੇ ਵੀ ਮਾਰਕਸ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਡਿਸਟਰੀਬਿਊਟ ਕੀਤੇ ਗਏ ਨੇ। ਨੈਕਸਟ ਚੱਲਦੇ ਹਾਂ ਅਸੀਂ
ਅੱਗੇ ਉਹਨਾਂ ਨੇ ਦੱਸਿਆ ਵੀ ਤੁਸੀਂ ਮੈਥਾਮੈਟਿਕਸ ਵੀ ਲੈ ਸਕਦੇ ਹੋ, 80 ਮਾਰਕਸ ਦਾ ਆਏਗਾ, 20 ਮਾਰਕਸ ਦੀ ਜਿਹੜੀ ਤੁਹਾਡੀ ਅਸੈਸਮੈਂਟ ਆ। ਇਕਨੋਮਿਕਸ ਵੀ ਲੈ ਸਕਦੇ ਹੋ, ਤਾਂ ਡਿਪੈਂਡ ਕਰੇਗਾ। ਅਤੇ ਫਿਰ ਉਹੀ ਕੰਡੀਸ਼ਨ ਉਹਨਾਂ ਨੇ ਅਪਲਾਈ ਕੀਤੀ ਗਈ ਆ ਵੀ ਜਿਹੜੇ ਬੱਚੇ ਨੇ ਜੇਕਰ 35% ਮਾਰਕਸ ਲੈਣੇ ਥਿਊਰੀ ਦੇ ਵਿੱਚ ਕੰਪਲਸਰੀ ਨੇ, ਅਤੇ ਜਿਹੜੇ ਪ੍ਰੈਕਟੀਕਲ ਦੇ ਮਾਰਕਸ ਹੋਣਗੇ ਉਹ ਸੈਪਰੇਟਲੀ ਯੂਜ਼ ਕੀਤੇ ਜਾਣਗੇ, ਪਰ ਉਹ ਵੀ 35% ਤੋਂ ਉੱਪਰ ਹੋਣੇ ਚਾਹੀਦੇ ਤਾਂ ਹੀ ਉਹ ਮਾਰਕਸ ਜੋੜਨਗੇ। ਜੇਕਰ ਕੋਈ ਬੱਚੇ ਦੇ 33% ਤੋਂ ਥਿਊਰੀ ਦੇ ਵਿੱਚੋਂ ਮਾਰਕਸ ਘੱਟ ਨੇ ਤਾਂ ਉਹਨਾਂ ਦੇ ਕੋਈ ਵੀ ਇੰਟਰਨਲ ਅਸੈਸਮੈਂਟ ਉਹਦੇ ਨਾਲ ਕੋਈ ਵੀ ਯੂਜ਼ ਨਹੀਂ ਕੀਤੀ ਜਾਏਗੀ। ਨੈਕਸਟ ਹੈ ਜਿਹੜਾ ਸਾਡਾ ਇਸ ਸੈਸ਼ਨ ਜਿਹੜਾ ਅਸੀਂ ਪੂਰਾ ਬੇਸਡ ਕੀਤਾ ਗਿਆ ਵਾ ਉਹ ਕਮਰਸ ਗਰੁੱਪ ਦੇ ਉੱਤੇ ਆ। ਤਾਂ ਕਮਰਸ ਗਰੁੱਪ ਦੀ ਗੱਲ ਕਰਦੇ ਹਾਂ। ਕਮਰਸ ਗਰੁੱਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਵੀ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਉਹਨਾਂ ਨੇ ਇੱਕ ਸਬਜੈਕਟ ਜਿਹੜਾ ਵਾ ਉਹ ਤੁਹਾਨੂੰ ਆਪਸ਼ਨਲ ਦੇ ਦਿੱਤਾ, ਜਾਣੀ ਕਿ ਹੁਣ ਜਿਹੜੇ ਕਮਰਸ ਦੇ ਵਿੱਚ ਹੋਣਗੇ ਉਹ ਸਿਰਫ 3 ਸਬਜੈਕਟਸ ਹੀ ਲੈ ਸਕਦੇ ਆ। ਅਤੇ ਪਹਿਲਾਂ ਜਿਹੜੇ ਹੁੰਦੇ ਸੀਗੇ ਉਹ 4 ਸਬਜੈਕਟਸ ਹੁੰਦੇ ਸੀਗੇ ਕਾਮਰਸ ਦੇ ਵਿੱਚ ਜਿਹੜੇ ਹੁੰਦੇ ਸੀਗੇ ਪਹਿਲਾਂ 4 ਸਬਜੈਕਟਸ ਹੁੰਦੇ ਸੀਗੇ, ਬਟ ਹੁਣ ਉਹਨਾਂ ਨੇ ਜਿਹੜਾ ਕਰ ਦਿੱਤਾ ਉਹ ਸਿਰਫ 3 ਸਬਜੈਕਟ ਜਿਹੜੇ ਨੇ ਉਹ ਕੰਪਲਸਰੀ ਰੱਖ ਦਿੱਤੇ ਗਏ ਨੇ। ਦੇਖੋ ਹੁਣ ਕਿਹੜੇ ਨੇ। ਪਹਿਲੇ 2 ਜਿਹੜੇ ਸਬਜੈਕਟਸ ਨੇ ਕਮਰਸ ਦੇ ਵਿੱਚ ਉਹ ਕੰਪਲਸਰੀ ਨੇ। ਨੈਕਸਟ ਜਿਹੜਾ 2 ਦਿੱਤੇ ਹੋਏ ਨੇ ਉਹ ਕੀ ਨੇ, ਆਪਸ਼ਨਲ ਨੇ। ਉਹਨਾਂ ਵਿੱਚੋਂ ਤੁਸੀਂ ਦੋਹਾਂ ਵਿੱਚ ਇੱਕ ਕਰ ਸਕਦੇ ਹੋ। ਜਿਸ ਹਿਸਾਬ ਨਾਲ ਤੁਸੀਂ +1 ਦੇ ਵਿੱਚ ਜਿਹੜੇ ਸਬਜੈਕਟ ਰੱਖੇ ਹੋਣਗੇ ਤੁਸੀਂ ਉਸ ਬੇਸ ਦੇ ਉੱਤੇ ਆਪਣਾ ਰੱਖ ਸਕਦੇ ਹੋ। ਡਿਪੈਂਡ ਕਰੇਗਾ ਸਕੂਲਸ ਦੇ ਉੱਤੇ ਵੀ ਅਤੇ ਸਟੂਡੈਂਟਸ ਦੀ ਪ੍ਰੈਫਰੈਂਸ ਦੇ ਉੱਤੇ ਵੀ। ਦੇਖੋ ਫਸਟ ਜਿਹੜੇ 2 ਨੇ ਉਹ ਕੰਪਲਸਰੀ ਨੇ, ਜਿਵੇਂ ਬਿਜ਼ਨਸ ਸਟੱਡੀ ਹੋ ਗਿਆ, ਉਹ 80 ਮਾਰਕਸ ਦਾ ਪੇਪਰ ਆਏਗਾ ਅਤੇ +20 ਮਾਰਕਸ ਦੀ ਇੰਟਰਨਲ ਅਸੈਸਮੈਂਟ ਹੋਏਗੀ ਅਤੇ ਟੋਟਲ 100 ਮਾਰਕਸ ਦਾ ਪੇਪਰ ਆਏਗਾ। ਅਤੇ ਜਿਹੜਾ ਅਕਾਊਂਟੈਂਸੀ ਹੋਏਗੀ ਉਹ ਵੀ 80 ਮਾਰਕਸ ਦਾ ਪੇਪਰ ਹੋਏਗਾ। 20 ਮਾਰਕਸ ਦਾ ਤੁਹਾਡਾ ਕੀ ਹੋਏਗਾ 15 ਮਾਰਕਸ ਦਾ ਤੁਹਾਡਾ ਪ੍ਰੈਕਟੀਕਲ ਅਤੇ 5 ਮਾਰਕਸ ਦਾ ਤੁਹਾਡਾ ਪ੍ਰੋਜੈਕਟ ਵਰਕ ਹੋਏਗਾ ਅਤੇ ਟੋਟਲ ਕਿੰਨੇ ਮਾਰਕਸ ਦਾ ਹੋਏਗਾ 100 ਮਾਰਕਸ ਦਾ। ਆਹ 2 ਸਬਜੈਕਟਸ ਦੇ ਵਿੱਚ ਤੁਹਾਡੀ ਆਪਸ਼ਨਲ ਆ ਇਕਨੋਮਿਕਸ ਔਰ ਆ ਫੰਡਾਮੈਂਟਲ ਆਫ ਈ ਕਮਰਸ। ਜਿਹੜੇ ਸਟੂਡੈਂਟਸ ਆਪਣੇ ਮਾਰਕਸ ਵਧਾਉਣ ਦੇ ਬਾਰੇ ਸੋਚ ਰਹੇ ਹੋਣਗੇ ਤਾਂ ਉਹਨਾਂ ਲਈ ਸਭ ਤੋਂ ਵਧੀਆ ਚੀਜ਼ ਆ ਫੰਡਾਮੈਂਟਲ ਆਫ ਈ ਬਿਜ਼ਨਸ। ਬਟ ਜਿਹੜੇ ਸਟੂਡੈਂਟਸ ਜਿਹੜਾ ਹਾਇਰ ਸਕੋਪਸ ਦੇ ਲਈ ਜਾ ਰਹੇ ਨੇ ਅਤੇ ਸੋਚ ਰਹੇ ਨੇ ਵੀ ਅਸੀਂ ਕੀ ਹੈ ਇੱਕ ਵਧੀਆ ਸਕੂਲਿੰਗ ਕਰਨੀ ਹੈ ਜਾਂ ਫੋਰਨ ਦੇ ਵਿੱਚ ਜਾ ਕੇ ਕੋਈ ਸਟੱਡੀ ਕਰਨੀ ਹੈ ਫਰਦਰ, ਤਾਂ ਇਕਨੋਮਿਕਸ ਐਜ਼ ਏ ਐਡੀਸ਼ਨਲ ਸਬਜੈਕਟ ਜਾਂ ਤੁਸੀਂ ਕਹਿ ਦਿਓ 3rd ਸਬਜੈਕਟ ਕਮਰਸ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਏਗਾ। ਤਾਂ ਤੁਹਾਨੂੰ ਕੀ ਆ ਇਕਨੋਮਿਕਸ ਹੀ ਲੈਣਾ ਚਾਹੀਦਾ। ਜੋ ਮੇਰੀ ਪਰਸਨਲ ਵਿਊਜ਼ ਵੀ ਲਓ ਤਾਂ ਮੈਂ ਤੁਹਾਨੂੰ ਇਹੀ ਗੱਲ ਕਹਾਂਗਾ ਵੀ ਇਕਨੋਮਿਕਸ ਐਜ਼ ਕੰਪੇਅਰ ਫੰਡਾਮੈਂਟਲ ਆਫ ਈ ਬਿਜ਼ਨਸ ਦੇ ਨਾਲ ਉਹਦਾ ਸਕੋਪ ਵੀ ਵਧੀਆ ਵਾ ਅਤੇ ਇਹ ਸਾਡੇ ਲਈ ਇੱਕ ਯੂਜ਼ਫੁਲ ਸਬਜੈਕਟ ਵੀ ਬਣ ਜਾਂਦਾ ਵਾ। ਤਾਂ ਉਹ ਵੀ ਦੇਖੋ, ਜੇਕਰ ਤੁਸੀਂ ਇਕਨੋਮਿਕਸ ਲੈ ਰਹੇ ਹੋ ਤਾਂ ਤੁਹਾਡੇ 80 ਮਾਰਕਸ ਆਏਗਾ, 20 ਮਾਰਕਸ ਦੀ ਤੁਹਾਡੀ ਇੰਟਰਨਲ ਪ੍ਰੋਜੈਕਟ ਦਾ ਮਾਰਕਸ ਜਾਣਗੇ। ਬਟ ਜੇਕਰ ਤੁਸੀਂ ਫੰਡਾਮੈਂਟਲ ਆਫ ਈ ਬਿਜ਼ਨਸ ਲੈ ਰਹੇ ਹੋ ਤਾਂ ਉਹਦੇ ਵਿੱਚ ਕੀ ਆ 80 ਮਾਰਕਸ ਦਾ ਤੁਹਾਡੀ ਥਿਊਰੀ ਹੋਏਗੀ, 15 ਮਾਰਕਸ ਦਾ ਤੁਹਾਡਾ ਪ੍ਰੈਕਟੀਕਲ ਹੋਏਗਾ ਅਤੇ 5 ਮਾਰਕਸ ਦਾ ਤੁਹਾਡਾ ਪ੍ਰੋਜੈਕਟ ਵਰਕ ਹੋਏਗਾ ਅਤੇ ਟੋਟਲ ਕਿੰਨੇ ਮਾਰਕਸ ਦਾ ਬਣੇਗਾ 100 ਮਾਰਕਸ ਦਾ ਤੁਹਾਡਾ ਪੇਪਰ ਬਣ ਜਾਏਗਾ। ਤਾਂ ਹੁਣ ਇਹਨਾਂ ਨੇ ਜਿਹੜੀ ਕੰਡੀਸ਼ਨ ਫਸਟ ਉਹੀ ਕੰਡੀਸ਼ਨ ਆ ਵੀ 33% ਤੁਹਾਡੇ ਥਿਊਰੀ ਦੇ ਵਿੱਚ ਹੋਣੇ ਚਾਹੀਦੇ ਅਤੇ ਪ੍ਰੈਕਟੀਕਲ ਦੇ ਵਿੱਚ ਸੈਪਰੇਟ ਹੋਣਗੇ। ਵੀ ਜੇਕਰ ਕਿਸੇ ਬੱਚੇ ਦੇ 33% ਮਾਰਕਸ ਜਿਹੜੇ ਨਹੀਂ ਬਣਦੇ ਹੈਗੇ ਥਿਊਰੀ ਦੇ ਵਿੱਚੋਂ ਤਾਂ ਉਹਦੇ ਪ੍ਰੈਕਟੀਕਲ ਅਤੇ ਨਾ ਹੀ ਉਹਦੀ ਇੰਟਰਨਲ ਅਸੈਸਮੈਂਟ ਉਹਦੇ ਵਿੱਚ ਕਾਊਂਟ ਹੋਏਗੀ। ਇੰਟਰਨਲ ਅਸੈਸਮੈਂਟ ਜਿਹੜੀ ਹੋਏਗੀ ਉਹ ਬੇਸਡ ਹੋਏਗੀ ਪ੍ਰੋਜੈਕਟ ਅਸਾਈਨਮੈਂਟਸ ਅਤੇ 2 ਮਾਰਕਸ ਜਿਹੜੇ ਨੇ ਉਹਨਾਂ ਦੇ ਬੁੱਕ ਬੈਂਕ ਦੇ ਉੱਤੇ ਲਗਾਏ ਜਾਣਗੇ। ਅਤੇ ਨੈਕਸਟ ਜਿਹੜਾ ਕੈਂਡੀਡੇਟਸ ਨੂੰ ਆਫਰ ਕੀਤਾ ਗਿਆ ਵੀ ਐਡੀਸ਼ਨਲ ਸਬਜੈਕਟ ਉਹ ਕਿਹੜੇ ਲੈ ਸਕਦੇ ਆ। ਤੁਹਾਡੇ ਕੋਲ 3 ਐਡੀਸ਼ਨਲ ਸਬਜੈਕਟ ਨੇ। ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ 3rd ਜਿਹੜਾ ਕਾਮਰਸ ਦੇ ਵਿੱਚ ਜਿਹੜਾ ਮੇਨ ਸਬਜੈਕਟ ਆ ਉਹ ਤੋਂ ਇਲਾਵਾ, ਜੇਕਰ ਆਪਾਂ ਇਕਨੋਮਿਕਸ ਦੇ ਫੰਡਾਮੈਂਟਲ ਤੋਂ ਇਲਾਵਾ ਤੁਸੀਂ 3 ਹੋਰ ਸਬਜੈਕਟਸ ਵੀ ਲੈ ਸਕਦੇ ਹੋ। ਕਿਹੜੇ ਨੇ ਦੇਖੋ, ਕੰਪਿਊਟਰ ਐਪਲੀਕੇਸ਼ਨ ਹੈਗਾ ਵਾ ਜੋ ਤੁਸੀਂ ਐਡੀਸ਼ਨਲ ਸਬਜੈਕਟ ਲੈਣਾ ਚਾਹੋ 3rd ਕਾਮਰਸ ਦਾ। ਮੈਥਾਮੈਟਿਕਸ ਹੋ ਸਕਦਾ, ਪਰ ਕੰਡੀਸ਼ਨ ਕੀ ਹੋਏਗੀ ਤੁਸੀਂ ਮੈਥਾਮੈਟਿਕਸ +1 ਦੇ ਵਿੱਚ ਪੜ੍ਹਿਆ ਹੋਣਾ ਚਾਹੀਦਾ ਤਾਂ ਤੁਸੀਂ ਐਜ਼ ਏ ਐਡੀਸ਼ਨਲ ਸਬਜੈਕਟ ਲੈ ਸਕਦੇ ਹੋ। ਨੈਕਸਟ ਜਿਹੜਾ ਹੈਗਾ ਉਹ ਸਾਡੇ ਕੋਲ ਪਿਆ ਹੀ ਹੈ ਇਕਨੋਮਿਕਸ ਐਂਡ ਫੰਡਾਮੈਂਟਲ ਆਫ ਈ ਬਿਜ਼ਨਸ। ਇਹ ਵੀ ਤੁਹਾਡੇ ਦੋਹਾਂ ਵਿੱਚੋਂ ਜੇਕਰ ਤੁਸੀਂ +1 ਦੇ ਵਿੱਚ ਪੜ੍ਹੇ ਹੋਣਗੇ ਉਹੀ ਸਬਜੈਕਟ ਤੁਹਾਡਾ +2 ਦੇ ਵਿੱਚ ਹੀ ਕੰਪਲਸਰੀ ਬਣੇਗਾ। ਹੁਣ ਦੇਖੋ ਨੋਟ ਕੀ ਦਿੱਤਾ ਗਿਆ, ਉਹਨਾਂ ਨੇ ਕਿਹਾ ਵੀ ਆਲ ਦੀਆਂ 3 ਇਲੈਕਟਿਵ ਸਬਜੈਕਟਸ ਆਫ ਦੀ ਸੀਰੀਜ਼ 1 to 3 ਆਰ ਆ ਕੰਪਲਸਰੀ। ਉਹਨਾਂ ਨੇ ਕਿਹਾ ਵੀ ਇਹ ਕੰਪਲਸਰੀ ਆ ਅਤੇ ਜਿਹੜਾ ਸਿਲੇਬਸ ਆ ਉਹ ਕੰਪਿਊਟਰ ਐਪਲੀਕੇਸ਼ਨ ਦਾ ਉਹ ਸੇਮ ਪ੍ਰਸਕ੍ਰਾਈਬ ਕੀਤਾ ਗਿਆ ਜਿਹੜਾ ਕਿ ਆਰਟਸ ਨੂੰ ਅਤੇ ਅਸੀਂ ਸਾਇੰਸ ਗਰੁੱਪ ਨੂੰ ਦਿੱਤਾ ਗਿਆ ਵਾ। ਅਤੇ ਜਿਹੜਾ ਸਿਲੇਬਸ ਆ ਉਹ ਮੈਥਾਮੈਟਿਕਸ ਦਾ ਉਹ ਪ੍ਰਸਕ੍ਰਾਈਬਡ ਆ ਜਿਵੇਂ ਹਿਊਮੈਨਿਟੀ ਗਰੁੱਪਸ ਦੇ ਵਿੱਚ ਆ ਉਹ ਵਾਲਾ ਹੀ ਆ। ਅਤੇ +1 ਦੇ ਵਿੱਚ ਜਿਹੜੇ ਬੱਚਿਆਂ ਨੇ ਜਿਹੜਾ ਸਬਜੈਕਟ ਲਿਆ ਹੋਇਆ ਸੀਗਾ ਉਹਦੀ ਆਪਸ਼ਨ ਦੇ ਅਕੋਰਡਿੰਗ ਉਹ ਕੀ ਆ ਇਕਨੋਮਿਕਸ ਐਜ਼ ਏ ਕੰਪਲਸਰੀ ਜਾਂ ਇਲੈਕਟਿਵ ਸਬਜੈਕਟ ਲੈ ਸਕਦੇ ਹੋ, ਡਿਪੈਂਡ ਕਰੇਗਾ। ਅਤੇ ਸਟੂਡੈਂਟਸ ਜੇਕਰ ਉਹਨਾਂ ਨੇ ਮਾਡਰਨ ਪ੍ਰੈਕਟਿਸ ਲਿਆ ਗਿਆ ਵਾ ਤਾਂ ਉਹ ਇਲੈਕਟਿਵ ਤੌਰ 'ਤੇ ਜਿਹੜਾ +2 ਦੇ ਵਿੱਚ ਆ ਉਹ ਕੀ ਆ ਫੰਡਾਮੈਂਟਲ ਆਫ ਈ ਬਿਜ਼ਨਸ ਵੀ ਲੈ ਸਕਦੇ ਆ। ਇਹ ਡਿਪੈਂਡ ਕਰੇਗਾ ਸਟੂਡੈਂਟਸ ਦੇ ਉੱਤੇ ਵੀ ਉਹਨਾਂ ਨੇ +1 ਦੇ ਵਿੱਚ ਕਿਹੜੇ ਸਬਜੈਕਟ ਲਏ ਸੀ। ਨੈਕਸਟ ਅਸੀਂ ਗੱਲ ਕਰੀਏ ਐਗਰੀਕਲਚਰ ਗਰੁੱਪ ਦੀ, ਇਹਦੇ ਬਾਰੇ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ ਸਿਲੇਬਸ ਤੋਂ। ਸਿਲੇਬਸ ਹੈਗਾ ਜਰਨਲ ਇੰਗਲਿਸ਼ ਦਾ। ਜਰਨਲ ਇੰਗਲਿਸ਼ ਦਾ ਜਿਹੜਾ ਸਬਜੈਕਟ ਆ ਉਹ ਕੀ ਆ ਤੁਹਾਨੂੰ ਦੱਸਿਆ ਗਿਆ ਸੀ 80 ਮਾਰਕਸ ਦਾ ਪੇਪਰ ਹੋਏਗਾ ਅਤੇ 10 ਮਾਰਕਸ ਦੀ ਇੰਟਰਨਲ ਅਸੈਸਮੈਂਟ ਹੋਏਗੀ। ਦੇਖੋ ਹੁਣ ਇਹਦੇ ਵਿੱਚ ਕੀ ਆਏਗਾ। ਇਹਨਾਂ ਨੇ ਵੰਡਿਆ ਗਿਆ ਵਾ ਸੈਕਸ਼ਨ ਏ ਦੇ ਵਿੱਚ ਜਿਹੜਾ ਵੰਡਿਆ ਗਿਆ ਵਾ ਉਹਦੇ ਵਿੱਚ ਉਹਨਾਂ ਨੇ 16 ਮਾਰਕਸ ਲਏ ਨੇ। ਕਿਹਦੇ ਵਿੱਚੋਂ, ਰੀਡਿੰਗ ਕੰਪਰੀਹੈਂਸ਼ਨ ਦੇ ਵਿੱਚੋਂ। ਵੀ ਰੀਡਿੰਗ ਕੰਪਰੀਹੈਂਸ਼ਨ ਜਿਹੜਾ ਹੁੰਦਾ ਵਾ ਤੁਹਾਡਾ ਵੀ ਤੁਸੀਂ ਇੱਕ ਜਿਹੜਾ ਪੈਰਾਗ੍ਰਾਫ ਦਿੱਤਾ ਗਿਆ ਜਿਹਦੇ ਵਿੱਚ ਆਨਸਰਸ ਦੇਣੇ ਹੋਣਗੇ। ਦੇਖੋ ਉਹਦੇ ਵਿੱਚ ਕਿਵੇਂ ਸੈਕਸ਼ਨ ਵੰਡੇ ਗਏ ਨੇ। ਉਹਨਾਂ ਨੇ 2 ਕਿਹਾ ਵੀ 2 ਪੈਸੇਜ ਜਾਣਗੇ ਇਸ ਵਾਰ।
ਫਸਟ ਆਏਗਾ ਅਨਸੀਨ ਪੈਸੇजेस, ਜਿਹੜਾ ਕੀ ਹੋਏਗਾ ਵੈਰਾਈਟੀ ਆਫ ਆਬਜੈਕਟਿਵ ਟਾਈਪਸ ਕੁਐਸਚਨ ਆਨਸਰ ਮਿਲਣਗੇ ਤੁਹਾਨੂੰ, ਤੇ ਤੁਹਾਨੂੰ ਸ਼ਾਰਟ ਕੁਐਸਚਨ ਆਨਸਰ ਵੀ ਮਿਲ ਸਕਦੇ ਆ। ਤੇ ਇਹਦੇ ਵਿੱਚ ਜਿਹੜਾ ਬਿਟਵੀਨ ਜਿਹੜਾ ਇਹਦੇ ਵਿੱਚ ਜਿਹੜੀ ਲੈਂਥ ਹੋਏਗੀ ਪੈਸੇਜ ਦੀ ਉਹ 200 ਤੋਂ 250 ਵਰਡਸ ਤੱਕ ਦੀ ਹੋਏਗੀ। ਤੇ ਇਹਦੇ ਵਿੱਚ ਮਲਟੀਪਲ ਚੋਇਸ ਆਉਣਗੇ 6 ਜਿਹੜੇ ਮਲਟੀਪਲ ਚੋਇਸ ਕੁਐਸਚਨ ਆਨਸਰ ਆਉਣਗੇ, 4 ਜਿਹੜੇ ਨੇ ਆਬਜੈਕਟਿਵ ਟਾਈਪ ਕੁਐਸਚਨ ਆਨਸਰ, ਤੇ ਤੁਹਾਡੇ 10 ਮਾਰਕਸ ਦਾ ਇਹ ਜਿਹੜਾ ਪੈਸੇਜ ਬਣੇਗਾ। ਨੈਕਸਟ ਰਹੇਗਾ ਵਾ ਸੈਕਿੰਡ ਜਿਹੜਾ ਪੈਸੇਜ ਹੋਏਗਾ ਉਹਦੇ ਵਿੱਚ ਵੀ ਅਨਸੀਨ ਪੈਸੇਜ ਹੋਏਗਾ, ਜਿਹਦੇ ਵਿੱਚ ਜਿਹੜਾ ਪੈਸੇਜ ਦਾ ਸਾਈਜ਼ ਹੋਏਗਾ ਉਹ 150 to 200 ਵਰਡਸ ਦੇ ਵਿੱਚ ਹੋਏਗਾ। ਤੇ ਇਹਦੇ ਵਿੱਚ 2 MCQ ਲਏ ਜਾਣਗੇ ਜਿਹੜੇ ਕਿ ਸਿੰਗਲ ਲਾਈਨ ਬੇਸਡ ਹੋਣਗੇ, ਕੰਪਰੀਹੈਂਸ਼ਨ ਕੁਐਸਚਨ ਦੇ ਬੇਸਡ। ਤੇ ਤੁਹਾਨੂੰ ਇਹਦੇ ਵਿੱਚੋਂ ਫਿਲਿੰਗ ਦੀ ਬਲੈਂਕਸ ਆਏਗੀ, ਇੱਕ ਕੁਐਸਚਨ ਜਿਹੜਾ ਹੈਗਾ ਉਹ ਮੈਥਸ ਦਾ ਕਾਲਮ ਦੇ ਵਿੱਚੋਂ ਵੀ, ਜਾਂ 2 ਕੁਐਸਚਨ ਜਿਹੜੇ ਮੈਥਸ ਦਾ ਕਾਲਮ ਦੇ ਵਿੱਚੋਂ ਆਉਣਗੇ। ਤੇ ਕਿੰਨੇ ਮਾਰਕਸ ਦਾ ਹੋਏਗਾ 6 ਮਾਰਕਸ ਦਾ, ਯਾਨੀ ਕਿ ਇਸ ਵਾਰ ਤੁਹਾਨੂੰ ਜਿਹੜੇ ਕੰਪਰੀਹੈਂਸ਼ਨ ਆ ਉਹ ਟੋਟਲ 16 ਮਾਰਕਸ ਦਾ ਆਏਗਾ। ਤੇ 16 ਮਾਰਕਸ ਦੇ ਵਿੱਚੋਂ ਤੁਹਾਡੀ ਡਿਸਟ੍ਰੀਬਿਊਸ਼ਨ ਉਹਨਾਂ ਨੇ ਦੱਸ ਦਿੱਤੀ ਹੈ। ਨੈਕਸਟ ਹੈਗਾ ਬੀ ਸੈਕਸ਼ਨ ਲਿਆ ਗਿਆ ਵਾ। ਬੀ ਸੈਕਸ਼ਨ ਦੇ ਵਿੱਚ ਦੇਖੋ ਕੀ ਆ, ਬੀ ਸੈਕਸ਼ਨ ਦੇ ਵਿੱਚ ਤੁਹਾਡੇ 26 ਮਾਰਕਸ ਦਾ ਜਿਹੜਾ ਵਾ ਗ੍ਰਾਮਰ ਤੇ ਟਰਾਂਸਲੇਸ਼ਨ ਤੇ ਰਾਈਟਿੰਗ ਸਕਿੱਲਸ ਆਏਗਾ। ਪਹਿਲਾ ਆਏਗਾ ਫੇਸ ਰਾਈਟਿੰਗ, ਜਿਹਦੇ ਵਿੱਚ ਜਿਵੇਂ ਹੁੰਦਾ ਵੀ ਤੁਹਾਨੂੰ ਇੱਕ ਪੈਰਾ ਹੋਏਗਾ ਉਹਨੂੰ ਛੋਟਾ ਕਰਨਾ ਹੋਏਗਾ 1/3 ਕਰਕੇ, ਤੇ ਉਹਨਾਂ ਦਾ ਟਾਈਟਲ ਦੇ ਕੇ ਤੁਸੀਂ ਉਹਨੂੰ ਐਕਸਪਲੇਨ ਕਰਨਾ ਹੋਏਗਾ, ਉਹ ਆਏਗਾ। ਨੈਕਸਟ ਹੈਗੀ ਆ ਤੁਹਾਡੀ ਲੈਟਰ ਆਏਗੀ 5 ਮਾਰਕਸ ਦੇ ਵਿੱਚ, 4 ਮਾਰਕਸ ਦੇ ਵਿੱਚ ਤੁਹਾਡਾ ਫੇਸ ਰਾਈਟਿੰਗ ਆਏਗੀ, ਤੇ 5 ਮਾਰਕਸ ਦੇ ਵਿੱਚ ਤੁਹਾਡੀ ਲੈਟਰ ਆਏਗੀ। ਨੈਕਸਟ ਆਏਗਾ ਵਾ ਤੁਹਾਡੀ ਹੈਡਲਾਈਨ ਐਕਸਪਲੇਨੇਸ਼ਨ ਆਏਗੀ ਜਾਂ ਈਮੇਲ ਰਾਈਟਿੰਗ ਆਏਗੀ 3 ਮਾਰਕਸ ਦੇ ਵਿੱਚ, ਇਹ ਈਜ਼ੀ ਹੁੰਦੀ ਆ। ਨੈਕਸਟ ਹੈ ਤੁਹਾਡੀ ਟਰਾਂਸਲੇਸ਼ਨ ਆਏਗੀ ਇੰਗਲਿਸ਼ ਟੂ ਪੰਜਾਬੀ ਔਰ ਹਿੰਦੀ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ, 2 ਸੈਂਟੈਂਸ ਆਉਣਗੇ, 3 ਦੇ ਵਿੱਚੋਂ 2 ਸੈਂਟੈਂਸ ਕਰਨੇ ਹੋਣਗੇ, 2 ਮਾਰਕਸ ਦੀ ਆਏਗੀ ਇਹ ਵੀ। ਫਿਰ ਉਸ ਤੋਂ ਬਾਅਦ ਆਏਗੀ ਟਰਾਂਸਲੇਸ਼ਨ ਆਫ ਪੰਜਾਬੀ ਟੂ ਹਿੰਦੀ ਜਾਂ ਇੰਗਲਿਸ਼, ਤੁਸੀਂ ਪੰਜਾਬੀ ਹਿੰਦੀ ਜਾਂ ਪੰਜਾਬੀ ਦਿੱਤੀ ਹੋਏਗੀ ਤੁਹਾਨੂੰ ਇੰਗਲਿਸ਼ ਦੇ ਵਿੱਚ ਚੇਂਜ ਕਰਨੇ ਹੋਣਗੇ, 3 ਸੈਂਟੈਂਸ ਆਉਣਗੇ ਤੇ ਤੁਸੀਂ 2 ਕਰਨੇ ਹੋਣਗੇ, ਤੇ 2 ਮਾਰਕਸ ਦਾ ਇਹ ਆਏਗਾ। ਨੈਕਸਟ ਹੈਗੀ ਗ੍ਰਾਮਰ ਪਾਰਟਸ ਦੇ ਵਿੱਚ ਕਿਹੜੇ ਆਈਟਮ ਆਉਣਗੇ, ਡਿਟਰਮੀਨਰ ਆਏਂਗੇ, ਨॉन फाइनेट्स ਆਉਣਗੇ, ਟਰਾਂਸਫਾਰਮੇਸ਼ਨ ਆਫ ਸੈਂਟੈਂਸ ਆਏਗੀ, ਵੌਇਸ ਆਏਗੀ, ਨਰੇਸ਼ਨ ਆਏਗੀ। ਇਹ ਟੋਟਲ ਤੁਹਾਡਾ 10 ਮਾਰਕਸ ਦਾ ਆਏਗਾ। ਦੇਖਿਆ ਜਾਵੇ ਜਿਹੜਾ ਡਿਟਰਮੀਨਰ ਆ ਉਹ ਕਿੰਨੇ ਮਾਰਕਸ ਦਾ ਆਏਗਾ, ਡਿਟਰਮੀਨਰ ਆਏਗਾ 3 ਮਾਰਕਸ ਦੇ ਵਿੱਚ। ਤੇ ਜਿਹੜਾ ਤੁਹਾਡਾ ਅੱਗੇ ਹੈਗਾ ਨॉन फाइनेट ਉਹ 2 ਮਾਰਕਸ ਦਾ, ਤੇ 2 ਮਾਰਕਸ ਦਾ ਸੈਂਟੈਂਸ ਟਰਾਂਸਫਾਰਮੇਸ਼ਨ, ਤੇ 2 ਮਾਰਕਸ ਦੀ ਵੌਇਸ, ਤੇ 1 ਮਾਰਕਸ ਦਾ ਕੀ ਆਏਗਾ ਨਰੇਸ਼ਨ ਆਏਗਾ, ਯਾਨੀ ਕਿ ਟੋਟਲ 10 ਮਾਰਕਸ ਤੁਹਾਡੇ ਇੱਥੋਂ ਕੰਸੀਡਰ ਹੋਣਗੇ। ਨੈਕਸਟ ਹੈਗਾ ਵਾ ਸਾਡਾ ਲਿਟਰੇਚਰ ਪਾਰਟ, ਜਿਹੜਾ ਸੈਕਸ਼ਨ 3 ਆ ਜਿਹੜਾ ਇਹਨਾਂ ਨੇ ਵੰਡਿਆ ਹੋਇਆ ਉਹ ਕਿੰਨਾ ਵਾ 38 ਮਾਰਕਸ ਦੇ ਵਿੱਚੋਂ ਆਏਗਾ। ਤੇ ਉਹ 38 ਮਾਰਕਸ ਆ ਉਹ ਕਿਸ ਤਰੀਕੇ ਨਾਲ ਵੰਡੇ ਗਏ ਨੇ, ਉਹਨਾਂ ਨੇ ਪਹਿਲਾਂ ਕੀ ਰੱਖਿਆ ਵਾ 6 ਆਬਜੈਕਟਿਵ ਟਾਈਪ ਕੁਐਸਚਨ ਆਨਸਰ ਰੱਖੇ ਨੇ, ਜਿਹੜੇ ਕਿ 1 ਮਾਰਕਸ ਦੇ ਹੋਣਗੇ, ਜਿਹੜੇ ਕਿ 1 ਮਾਰਕਸ ਦੇ ਵਿੱਚ ਜਾਂ ਤਾਂ ਤੁਹਾਨੂੰ 1 ਮਾਰਕਸ ਦੇ ਵਿੱਚ ਆਏਗਾ, ਤੇ ਇਹਦੇ ਵਿੱਚ ਤੁਹਾਨੂੰ MCQ ਵੀ ਆ ਸਕਦਾ ਵਾ, ਜਾਂ ਤੁਹਾਡੇ ਕੋਲ ਕੀ ਆ 1 ਨੰਬਰ ਦਾ ਸੈਂਟੈਂਸ ਵੀ ਆ ਸਕਦਾ ਵਾ। ਨੈਕਸਟ ਦਿੱਤਾ ਹੋਇਆ ਇਹਦੇ ਵਿੱਚ ਤੁਹਾਨੂੰ ਟਰੂ ਫਾਲਸ ਵੀ ਆ ਸਕਦੇ, MCQ ਵੀ ਆ ਸਕਦੇ ਆ, ਲੈਸਨ ਬੇਸਡ ਹੋਣਗੇ, ਤੁਹਾਡੇ ਡਿਪੈਂਡ ਕਰੇਗਾ ਤੁਹਾਨੂੰ ਕਿੰਨਾ ਕੁ ਆਉਂਦਾ ਵਾ। ਨੈਕਸਟ ਹੈਗਾ ਵਾ ਲੈਸਨ ਮੈਂਟ ਫॉर ਦੀ ਇੰਟੈਂਸਿਵ ਸਟੱਡੀਜ਼ ਐਂਡ ਲੈਸਨ ਮੈਂਟ ਫॉर ਟੂ ਦੀ ਐਕਸਟੈਂਸਿਵ ਸਟੱਡੀ ਵੀ, ਯਾਨੀ ਕਿ ਤੁਹਾਨੂੰ ਲੈਸਨ ਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। 3 ਮਾਰਕਸ ਦੇ ਕੁਐਸਚਨ ਆਉਣਗੇ। ਨੈਕਸਟ ਹੈ ਤੁਹਾਡੇ ਕੋਲ ਵੀ ਕੰਪਰੀਹੈਂਸਿਵ ਕੁਐਸਚਨ ਆਉਣਗੇ, ਜਿਵੇਂ ਕਿ ਤੁਹਾਡੇ ਸਟੈਂਜਾਸ ਆ ਗਏ, ਉਹਦੇ ਵਿੱਚੋਂ 4 ਕੁਐਸਚਨਸ ਆਉਣਗੇ, ਇਨਕਲੂਡਿੰਗ ਜਿਹੜੇ ਹੋਣਗੇ ਪੋਇਟਸ ਹੋਏਗੀ, ਪੋਇਮ ਹੋਏਗੀ ਪੋਇਟਸ 'ਤੇ ਹੋਏਗਾ, ਜਾਂ ਤੁਹਾਡਾ ਕੋਈ ਵੀ ਜਿਹੜੀਆਂ ਪੋਇਮਸ ਦੀਆਂ ਲਾਈਨਸ ਹੋਣਗੀਆਂ ਸਟੈਂਜਾਸ ਇਨਕਲੂਡਸ ਹੋਣਗੇ ਇਹਦੇ ਵਿੱਚ, ਉਹ 4 ਮਾਰਕਸ ਦੇ ਵਿੱਚ ਆਏਗਾ, ਤੇ ਤੁਹਾਨੂੰ ਸਟੈਂਜਾ ਦੇ ਵਿੱਚ ਆਨਸਰ ਦੇਣੇ ਹੋਣਗੇ। ਨੈਕਸਟ ਹੈਗਾ ਸੈਂਟਰਲ ਆਈਡੀਆ ਦਿੱਤਾ ਹੋਏਗਾ 3 ਮਾਰਕਸ ਦਾ, ਇਹਦੇ ਵਿੱਚ ਵੀ ਇੰਟਰਨਲ ਜਿਹੜੀ ਚੋਇਸ ਆ ਉਹ ਮਿਲੇਗੀ। ਫਿਰ ਹੈਗਾ ਥਰਡ ਪਾਰਟ ਦੇ ਵਿੱਚ ਹੈਗਾ ਵਾ ਤੁਹਾਨੂੰ ਸ਼ਾਰਟ ਕੁਐਸਚਨ ਆਨਸਰ ਦਿੱਤੇ ਗਏ ਹੋਣਗੇ 40 to 50 ਮਾਰਕਸ ਦੇ ਵਿੱਚ ਫਰੋਮ ਇੰਟੈਂਸਿਵ ਸਟੱਡੀ, ਵੀ ਜਿਹੜੀ ਤੁਹਾਡੀ ਇੰਟੈਂਸਿਵ ਸਟੱਡੀ ਦੇ ਅਕੋਰਡਿੰਗ ਤੁਸੀਂ 40 to 50 ਵਰਡਸ ਦੇ ਵਿੱਚ ਤੁਸੀਂ ਉਹ ਪੂਰਾ ਲਿਖਣਾ ਹੋਏਗਾ, ਉਹ 6 ਮਾਰਕਸ ਦੇ ਵਿੱਚ ਆਏਗਾ। ਫਿਰ ਤੁਹਾਡੇ 2 ਜਿਹੜੇ ਸ਼ਾਰਟ ਕੁਐਸਚਨ ਆਨਸਰ ਨੇ ਉਹ 40 to 50 ਵਰਡਸ ਦੇ ਵਿੱਚ ਇੰਟੈਂਸਿਵ ਸਟੱਡੀ ਦੇ ਅਕੋਰਡਿੰਗ ਆਏਗਾ 4 ਮਾਰਕਸ ਦੇ ਵਿੱਚ। ਫਿਰ ਤੁਹਾਡਾ ਲੌਂਗ ਕੁਐਸਚਨ ਆਨਸਰ ਆਉਣਗੇ 100 to 120 ਵਰਡਸ ਦੇ ਵਿੱਚ ਆਉਣਗੇ, ਉਹ ਇੰਟਰਨਲ ਹੋਏਗੀ, ਉਹਦੇ ਵਿੱਚੋਂ 5 ਮਾਰਕਸ ਦਾ ਹੋਏਗਾ, ਤੇ ਇੰਟਰਨਲ ਚੋਇਸ ਵੀ ਹੋਏਗੀ ਉਹਦੇ ਵਿੱਚੋਂ। ਨੈਕਸਟ ਹੈਗਾ ਤੁਹਾਡੇ ਲੌਂਗ ਟਾਈਪ ਕੁਐਸਚਨ ਆਨਸਰ ਆਉਣਗੇ 100 to 120 ਵਰਡਸ ਦੇ ਵਿੱਚ ਇੰਟੈਂਸਿਵ ਸਟੱਡੀ, ਜਿਹਦੇ ਵਿੱਚ ਕਰੈਕਟਰਿਸਟਿਕਸ ਆਏਗਾ, ਇੰਸੀਡੈਂਸ ਆਏਗਾ ਜਾਂ ਥੀਮ ਆਏਗਾ, ਤਾਂ ਇਹਦੇ ਵਿੱਚ ਵੀ ਇੰਟਰਨਲ ਚੋਇਸ ਹੋਏਗੀ 5 ਮਾਰਕਸ ਦਾ ਉਹ ਆਏਗਾ। ਤੇ ਗੁੱਡ ਹੈਂਡ ਰਾਈਟਿੰਗ ਉਹਦੇ 5 ਮਾਰਕਸ ਤੁਹਾਡੇ ਐਕਸਟਰਾ ਜੁੜਨਗੇ। ਨੈਕਸਟ ਹੈਗਾ ਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ 10 ਮਾਰਕਸ ਦਾ ਜਿਹੜਾ ਤੁਹਾਡੇ ਕੋਲ ਆਏਗਾ ਵੀ ਕਿਸ ਤਰੀਕੇ ਨਾਲ ਤੁਹਾਡਾ ਪ੍ਰੈਕਟੀਕਲ ਬੇਸਡ ਕੁਐਸਚਨ ਆਉਣਗੇ, ਸਪੀਕਿੰਗ ਤੇ ਲਿਸਨਿੰਗ ਸਕਿੱਲਸ ਬੇਸਡ ਹੋਣਗੇ। ਪ੍ਰੈਕਟੀਕਲ 18 ਮਾਰਕਸ ਦਾ ਕੁਐਸਚਨ ਦੇਖੋ ਹੁਣ ਉਹਦੇ ਵਿੱਚ ਕਿਵੇਂ ਵੰਡਿਆ ਗਿਆ, ਲਿਸਨਿੰਗ ਦੇ ਤੁਹਾਨੂੰ 10 ਮਾਰਕਸ ਮਿਲਣਗੇ ਤੇ ਸਪੀਕਿੰਗ ਦੇ ਤੁਹਾਨੂੰ 8 ਮਾਰਕਸ ਮਿਲਣਗੇ। ਇਹ ਤੁਹਾਡੇ ਲਈ ਹੁਣ ਕੰਪਲਸਰੀ ਹੈ, 2 ਮਾਰਕਸ ਜਿਹੜਾ ਤੁਹਾਡਾ ਬੁੱਕ ਬੈਂਕਸ ਆ ਜਾਏਗਾ। ਜਾਣੀ ਕਿ ਇਸ ਵਾਰ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡਸ ਆ ਉਹਨਾਂ ਨੇ ਐਜੂਕੇਸ਼ਨ ਦਾ ਲੈਵਲ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਵੈਸੇ ਤਾਂ ਲਿਸਨਿੰਗ ਟੈਸਟ ਦਾ ਪ੍ਰੀਵੀਅਸ ਜਿਹੜਾ ਪੇਪਰ ਹੋਇਆ ਵਾ ਇੰਗਲਿਸ਼ ਦਾ, ਉਹਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਇਹ ਪਹਿਲਾਂ ਹੋ ਚੁੱਕਿਆ ਵਾ, ਬਟ ਇਸ ਵਾਰ ਜਿਹੜਾ ਇਹਨਾਂ ਨੇ ਆ ਉਹਦੇ ਮਾਰਕਸ ਜ਼ਰੂਰ ਇਨਕਰੀਜ਼ ਕਰ ਦਿੱਤੇ ਗਏ ਨੇ। ਦੇਖੋ ਹੁਣ ਉਹਦੇ ਵਿੱਚ ਕੀ ਦੱਸਿਆ ਗਿਆ ਵੀ 10 ਮਾਰਕਸ ਜਿਹੜੇ ਹੋਣਗੇ ਤੁਹਾਡਾ ਲਿਸਨਿੰਗ ਕੁਐਸਚਨ ਦਿੱਤੇ ਜਾਣਗੇ, 10 ਕੁਐਸਚਨ ਦਿੱਤੇ ਜਾਣਗੇ, ਜਿਹੜਾ ਕਿ ਈਚ 1 ਮਾਰਕਸ ਦਾ ਕੈਰੀ ਕੀਤਾ ਜਾਏਗਾ। ਇਹ ਤੁਹਾਡਾ ਐਕਸਟਰਨਲ ਪਰਸਨ ਵੀ ਆ ਕੇ ਇੱਥੇ ਦੇ ਸਕਦਾ ਵਾ, ਜਾਂ ਤੁਸੀਂ ਆਪ ਖੁਦ ਜਾਂ ਤੁਹਾਡੇ ਟੀਚਰਸ ਜਿਹੜੇ ਹੋਣਗੇ ਸਕੂਲ ਵਾਲੇ ਉਹ ਕੰਡਕਟ ਕਰਨਗੇ। ਨੈਕਸਟ ਹੈਗਾ ਵਾ
ਜਿਹੜਾ ਸਪੀਕਿੰਗ ਟੈਸਟ ਹੋਏਗਾ ਉਹਦੇ ਵਿੱਚ ਉਹ ਸਪੀਕਿੰਗ ਦੇਖੀ ਜਾਏਗੀ, ਬੱਚੇ ਦੀ ਇੱਕ ਪਿਕਚਰ ਦਿਖਾ ਕੇ ਉਹਨਾਂ ਨੂੰ ਕਲੂ ਦਿੱਤੇ ਜਾਣਗੇ, ਅਤੇ ਜਿਹੜਾ ਬੱਚਾ ਉਸ ਪ੍ਰੈਕਟਿਸ ਟੈਸਟ ਦੇ ਵਿੱਚ ਸਹੀ ਆਨਸਰ ਦੇਗਾ ਤੁਹਾਨੂੰ 1 ਮਾਰਕਸ ਮਿਲਣਗੇ। 8 ਲਾਈਨਸ ਉਹਨਾਂ ਨੇ ਸਹੀ ਬੋਲਣੀਆਂ ਨੇ। ਨੈਕਸਟ ਹੈ ਸਾਡੇ ਕੋਲ ਸਿਲੇਬਸ ਵੀ ਉਹਨਾਂ ਨੇ ਸਿਲੇਬਸ ਕਿਸ ਤਰੀਕੇ ਨਾਲ ਵੰਡਿਆ ਗਿਆ ਵਾ, ਵੀ ਵੰਡੇ ਦਾ ਸਿਲੇਬਸ ਕਿਵੇਂ ਵੰਡਿਆ ਗਿਆ ਵਾ। ਤਾਂ ਹੁਣ ਸਿਲੇਬਸ ਦੇਖੋ, ਅਨਸੀਨ ਜਿਹੜੇ ਪੈਸੇजेस ਨੇ ਉਹ ਟੈਸਟਿੰਗ ਰੀਡਿੰਗ ਸਕਿੱਲਸ ਦੇ ਬੇਸਡ ਆ, ਤਾਂ ਉਹਦੇ ਲਈ ਕੋਈ ਖਾਸ ਉਹਨਾਂ ਨੇ ਸਿਲੇਬਸ ਨਹੀਂ ਪ੍ਰਸਕ੍ਰਾਈਬ ਕੀਤਾ, ਬਟ ਟੈਕਸਟ ਬੁੱਕਸ ਦੇ ਲਈ ਇੰਟੈਂਸਿਵ ਸਟੱਡੀ ਲਈ ਕੀਤਾ ਵਾ। ਫਸਟ ਜਿਹੜਾ ਵਾ ਹਸਨ ਦਾ ਅਟੈਂਡੈਂਸ ਪ੍ਰੋਬਲਮ, ਸੈਕਿੰਡ ਹੈਗਾ ਵਾ ਮਾਰਚਿੰਗ, ਥਰਡ ਹੈਗਾ ਵਾ ਥਿੰਕ ਆਊਟ ਆਫ ਟੂ ਦੀਆਂ ਲਿਟਰਲ ਥਿੰਕਿੰਗ, ਨੈਕਸਟ ਹੈਗਾ ਵਾ ਸੇ ਪਲੀਜ਼, ਦੈਨ ਹੈਗਾ ਸਟੋਰੀ ਆਫ ਮਾਈ ਲਾਈਫ, ਐਂਡ 6th ਵਨ ਹੈਗਾ ਵਾ ਜੈਂਟਲਮੈਨ ਆਫ ਟੂ ਬਰੋਨਾ। ਤਾਂ ਇਹ ਜਿਹੜੇ ਨੇ ਇਹ ਤੁਹਾਡੇ ਨੇ। ਅੱਗੇ ਉਦੋਂ ਬਾਅਦ ਹੈਗਾ ਵਾ 7th ਹੈਗਾ ਵਾ ਇਨ ਸੈਲੀਬ੍ਰੇਸ਼ਨ ਆਫ ਟੂ ਦੀਆਂ ਬੀਇੰਗ ਅਲਾਈਵ, ਅਤੇ 8th ਵਨ ਹੈਗਾ ਵਾ ਗਦਰ ਬਾਬਾਸ ਇਨ ਕਾਲਾਪਾਨੀ ਜੇਲ। ਤਾਂ ਇਹ ਜਿਹੜੀ ਹੈ ਇਹ ਪਹਿਲਾਂ ਤੁਹਾਡੇ ਜਿਹੜੇ ਬੋਰਡਸ ਦੇ ਵਿੱਚ ਸੀਗੀਆਂ ਤਾਂ ਤੁਹਾਨੂੰ 10 ਚੈਪਟਰ ਸੀਗੇ, ਹੁਣ ਉਹਨਾਂ ਨੇ ਰਿਡਿਊਸ ਕਰ ਦਿੱਤੇ, ਹੁਣ ਤਾਂ ਹੁਣ ਉਹਨਾਂ ਨੇ ਚੈਪਟਰ ਕਿੰਨੇ ਕਰ ਦਿੱਤੇ ਨੇ, ਸਿਰਫ 8 ਚੈਪਟਰ ਕਰ ਦਿੱਤੇ ਨੇ। ਤਾਂ ਇਹ ਦੋ ਚੈਪਟਰ ਜਿਹੜੇ ਤੁਹਾਡੇ ਕਟਿੰਗ ਹੋ ਗਏ ਨੇ, ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਵਾ, ਤੁਸੀਂ ਉਹਦੇ ਵਿੱਚੋਂ ਕੱਟ ਡਾਊਨ ਕਰ ਲੈਣਾ ਵਾ। ਨੈਕਸਟ ਹੈ ਪੋਇੰਟ ਸੈਕਸ਼ਨ ਜਾਂ ਪੋਇਟਰੀ ਸੈਕਸ਼ਨ। ਫਸਟ ਹੈਗਾ ਵਾ ਪ੍ਰੇ ਟੂ ਦੀ ਵੁੱਡਸ, ਨੈਕਸਟ ਹੈਗਾ ਵਾ ਔਨ ਫਰੈਂਡਸ਼ਿਪ, ਥਰਡ ਵਨ ਹੈਗਾ ਦੀ ਔਚਿੰਗ ਗ੍ਰੀਨ, ਵਨਸ ਅਪੋਨ ਟੂ ਦੀ ਟਾਈਮ, ਨੈਕਸਟ ਹੈ ਸਾਡੇ ਕੋਲ 5th ਫਾਦਰ ਰਿਟਰਨਿੰਗ ਟੂ ਹੋਮ, ਨੈਕਸਟ ਹੈ ਸਾਡੇ ਕੋਲ ਦੀ ਰੋਡ ਨਾਟ ਟੇਕਨ, ਅਤੇ ਲਾਸਟ ਵਨ ਹੈਗੀ ਆ ਔਨ ਹਿਜ਼ ਬਲਾਈਂਡਨੈਸ। ਨੈਕਸਟ ਸਾਡੇ ਕੋਲ ਜਿਹੜਾ ਵਾ ਸੀ ਸੈਕਸ਼ਨ ਆ ਜਿਹੜੇ ਕਿ ਲੈਸਨ ਇੰਟੈਂਸਿਵ ਨੇ। ਤਾਂ ਇਹਦੇ ਵਿੱਚ ਦੇਖੋ ਫਸਟ ਹੈਗਾ ਵਾ ਸਕੂਲ ਆਫ ਫॉर ਅ ਸੈਂਪਥੀ, ਨੈਕਸਟ ਹੈਗਾ ਵਾ ਆ ਚੈਮਲਿਨਸ, ਨੈਕਸਟ ਹੈਗਾ ਵਾ ਭੋਲੀ, ਐਂਡ 4th ਵਨ ਹੈਗਾ ਵਾ ਦੀ ਗੋਲਡ ਫਰੇਮ, ਨੈਕਸਟ ਹੈਗਾ ਵਾ ਦੀ ਬਾਰਬਰਸ ਟ੍ਰੇਡਰ ਯੂਨੀਅਨ, ਅਤੇ 6th ਵਨ ਹੈਗਾ ਦੀ ਵੁੱਲ ਬ੍ਰਿਥ ਦੀ ਅਰਥ। ਤਾਂ ਇਹਦੇ ਵਿੱਚੋਂ ਵੀ ਜਿਹੜੇ ਚੈਪਟਰ ਨੇ ਉਹ 2-3 ਚੈਪਟਰ ਕੱਟੇ ਗਏ ਨੇ, ਤਾਂ ਤੁਸੀਂ ਉਹਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ। ਨੈਕਸਟ ਜਿਹੜਾ ਹੈ ਮੈਂ ਤੁਹਾਨੂੰ ਸਿਲੇਬਸ ਦੱਸ ਹੀ ਦਿੱਤਾ ਵੀ ਇਹਦੇ ਵਿੱਚੋਂ ਕੀ ਆਏਗਾ, ਉਹ ਤੁਸੀਂ ਦੇਖ ਸਕਦੇ ਹੋ। ਡਿਟਰਮੀਨਰਸ ਅਤੇ ਇਹ ਜਿਹੜਾ ਆਪਾਂ ਟਰਾਂਸਲੇਸ਼ਨ ਉਹਦੇ ਵਿੱਚ ਗੱਲ ਕਰ ਚੁੱਕੇ ਹਾਂ ਸਟਾਰਟਿੰਗ ਦੇ ਵਿੱਚ ਹੀ। ਅਤੇ ਨੈਕਸਟ ਹੈ ਇਹਨਾਂ ਨੇ ਦੱਸਿਆ ਗਿਆ ਵਾ ਟਰਾਂਸਲੇਸ਼ਨ ਬੇਸਡ ਕਿਵੇਂ ਕੀਤੀ ਜਾਏਗੀ। ਉਹਨਾਂ ਨੇ ਕਿਹਾ ਵੀ ਚੈਪਟਰ ਜਿਹੜਾ ਵਾ 18th ਜਿਹੜਾ ਵਾ ਉਹ ਆਰਟ ਆਫ ਟਰਾਂਸਲੇਸ਼ਨ ਦੇ ਬੇਸਡ ਆ। ਜਿਹੜੀ ਤੁਹਾਡੀ ਇੰਗਲਿਸ਼ ਦੀ ਬੁੱਕ ਜਿਹੜੀ ਗ੍ਰਾਮਰ ਹੋਏਗੀ ਕੰਪੋਜੀਸ਼ਨ ਦੀ +1 ਅਤੇ +2 ਦੀ, ਉਹਦੇ ਵਿੱਚੋਂ ਆਏਗਾ। ਤਾਂ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜੇ ਹੈਗੇ ਆ ਵੀ ਅਸੀਂ ਫੋਲਿੰਗ ਆਫ ਟੂ ਦੀਆਂ 2 ਲੈਸਨ ਐਂਡ 1 ਪੋਇਮਸ ਹੈਜ਼ ਬੀਨ ਟੂ ਦੀਆਂ ਡਿਲੀਟਡ। ਹੁਣ ਉਹਨਾਂ ਨੇ ਜਿਹੜੇ ਸਿਲੇਬਸ ਦੇ ਵਿੱਚੋਂ ਡਿਲੀਟ ਕਰ ਦਿੱਤੇ ਚੈਪਟਰ ਉਹ ਦੱਸੇ ਨੇ। ਪਹਿਲਾ ਹੈਗਾ ਰੋਬਰਟ ਐਂਡ ਦੀ ਪੀਪਲ, ਐਂਡ ਦੈਨ ਦੀ ਗੋਇੰਗ ਐਂਡ ਗਿਵਿੰਗ ਐਡਵਾਈਸ, ਅਤੇ ਇੱਕ ਜਿਹੜੀ ਆ ਪੋਇਮ ਉਹਨਾਂ ਨੇ ਕੱਟ ਡਾਊਨ ਕੀਤੀ ਹੈ ਚੇਅਰਫੁਲਨੈਸ ਟਾਟ ਬਾਈ ਦੀ ਰੀਜ਼ਨ। ਤਾਂ ਇਹ ਜਿਹੜੀ ਪੋਇਮ ਆ ਇਹ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਟ ਡਾਊਨ ਹੋ ਗਈ ਆ, ਤਾਂ ਤੁਸੀਂ ਇਸ ਚੀਜ਼ ਨੂੰ ਟੈਲੀ ਕਰ ਲੈਣਾ ਵਾ। ਨੈਕਸਟ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਦੀ, ਕੰਪਲਸਰੀ ਪੰਜਾਬੀ ਜਾਂ ਜਨਰਲ ਪੰਜਾਬੀ ਦੀ ਗੱਲ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀ ਆ ਇਹਨਾਂ ਨੇ ਕਿਸ ਤਰੀਕੇ ਨਾਲ ਵੰਡਿਆ ਗਿਆ ਵਾ ਦੇਖੋ। 80 ਮਾਰਕਸ ਦੇ ਵਿੱਚ ਇੱਕ ਜਿਹੜੀ ਸੁੰਦਰ ਲਿਖਾਈ ਹੈ, ਇਹ ਯਾਦ ਰੱਖਣਾ ਵੀ ਜਿਹਦੀ ਰਾਈਟਿੰਗ ਇਸ ਵਾਰ ਇੰਪਰੂਵ ਹੋਏਗੀ ਤਾਂ ਉਹਨੂੰ 5 ਮਾਰਕਸ ਐਕਸਟਰਾ ਮਿਲਣਗੇ, ਜਿਹਦੀ ਰਾਈਟਿੰਗ ਵਧੀਆ ਹੋਏਗੀ ਉਹਨਾਂ ਨੂੰ ਈਜ਼ਲੀ ਮਿਲਣਗੇ। ਨੈਕਸਟ ਹੈਗਾ ਵਾ ਸੱਭਿਆਚਾਰ ਦੀ ਜਾਣ ਪਛਾਣੋ, 26 ਮਾਰਕਸ ਦੇ ਵਿੱਚ ਕੁਐਸਚਨ ਆਨਸਰ ਆਉਣਗੇ। ਫਿਰ ਹੈਗਾ ਵਾ ਪੰਜਾਬੀ ਭਾਸ਼ਾ ਦਾ ਲਿਖਣ ਦਾ ਹੁਨਰ ਅਤੇ ਵਿਵਹਾਰ ਪੱਤਰ ਅਤੇ ਸੰਖੇਪ ਰਚਨਾ, 12 ਮਾਰਕਸ ਦੀ ਆਏਗੀ। ਨੈਕਸਟ ਹੈਗੀ ਤੁਹਾਡੀ ਵਿਆਕਰਨ, ਉਹਦੇ ਵਿੱਚ ਜਿਹੜੇ ਹੈਗੇ ਆ ਅਖੌਤਾਂ, ਸ਼ਬਦਕੋਸ਼, ਤਰਤੀਬ ਵਾਰ ਜਾਂ ਤੁਹਾਡੇ ਵਾਕ ਵਟਾਂਦਰਾ, ਇਹ 24 ਨੰਬਰ ਦੇ ਵਿੱਚ ਆਉਣਗੇ। ਨੈਕਸਟ ਹੈ ਤੁਹਾਡੀ ਪੰਜਾਬ ਦੀ ਸਾਹਿਤਕ ਕਵਿਤਾਵਾਂ ਅਤੇ ਕਹਾਣੀਆਂ, 13 ਮਾਰਕਸ ਦੇ ਵਿੱਚ ਆਉਣਗੇ। ਟੋਟਲ ਜਿਹੜਾ ਵਾ 80 ਮਾਰਕਸ ਦਾ ਤੁਹਾਡਾ ਪੇਪਰ ਇੱਦਾਂ ਬਣੇਗਾ। ਇਹਦੇ ਵਿੱਚ ਦੇਖੋ ਤੁਹਾਨੂੰ ਪ੍ਰਸਕ੍ਰਾਈਬ ਕੀਤਾ ਗਿਆ ਵਾ ਵੀ ਜੇਕਰ ਕੋਈ ਬੱਚਾ ਜਿਹੜਾ ਵਾ ਸੁੰਦਰ ਲਿਖਾਈ ਦੇ ਨਿਰਧਾਰਿਤ ਦੇ ਵਿੱਚ ਅਸੀਂ 5 ਮਾਰਕਸ ਉਹਨੂੰ ਐਕਸਟਰਾ ਦੇਵਾਂਗੇ। ਇਹ ਪ੍ਰਸ਼ਨ ਉੱਤਰ ਦੇ ਵਿੱਚ ਕੁੱਲ 80 ਮਾਰਕਸ ਦੇ ਲਈ ਰਾਖਵੇਂ ਰੱਖੇ ਗਏ ਨੇ, ਅਤੇ ਇਹਦੇ ਵਿੱਚ ਸਹੀ ਆਕਾਰ ਸਪਸ਼ਟੀਕਰਨ ਅਤੇ ਜਿਹੜਾ ਵੀ ਉਹਨਾਂ ਨੂੰ ਸਹੀ ਲੱਗਿਆ ਤਾਂ ਉਹਨਾਂ ਨੂੰ ਕੀ ਆ 5 ਮਾਰਕਸ ਮਿਲ ਜਾਣਗੇ ਐਜ਼ ਏ ਰਾਈਟਿੰਗ ਦੇ। ਅਤੇ ਜਿਹੜਾ ਕੁਐਸਚਨ ਪੱਤਰ ਆ ਉਹਦੇ ਵਿੱਚ 9 ਕੁਐਸਚਨ ਹੋਣਗੇ, ਅਤੇ ਇਹ ਸਾਰੇ ਕੁਐਸਚਨ ਜਿਹੜੇ ਹੱਲ ਕਰਨੇ ਉਹ ਲਾਜ਼ਮੀ ਹੋਣਗੇ। ਵਿਸ਼ੇਸ਼ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਇੱਕ ਵਾਰ ਪੜ੍ਹ ਲੈਂਦੇ ਹਾਂ ਵੀ ਕੀ ਆਏਗਾ। ਦੇਖੋ ਉਹਨਾਂ ਨੇ ਦੱਸਿਆ ਗਿਆ ਵੀ ਕੁਐਸਚਨ ਪਹਿਲੇ ਦੇ ਵਿੱਚ ਕੀ ਦਿੱਤਾ ਗਿਆ, ਪੰਜਾਬੀ ਸੱਭਿਆਚਾਰ ਦੇ ਜਾਣ ਪਛਾਣ ਦੇ ਵਿੱਚ ਅਸੀਂ ਠੀਕ ਗਲਤ ਕੁਐਸਚਨ ਆਨਸਰ ਦੇ 6 ਨੰਬਰ ਦੇ ਪਾਵਾਂਗੇ। ਨੈਕਸਟ ਹੈਗਾ 1 ਨੰਬਰ ਦੀ ਕਹਾਵਤਾਂ ਦੇ ਵਿੱਚ ਜਾਣੀ ਕਿ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਵਿੱਚੋਂ ਆਏਗਾ। ਫਿਰ ਹੈਗਾ ਕਹਾਣੀਆਂ ਦੇ ਪਾਤਰ ਬਾਰੇ 1 ਮਾਰਕਸ ਦਾ ਕੁਐਸਚਨ ਆਏਗਾ, ਇਹ ਦੱਸੇ ਗਏ ਨੇ MCQ। ਨੈਕਸਟ ਹੈ ਤੁਹਾਡੇ ਕੋਲ ਵੀ ਜਿਹੜੀਆਂ ਅਧੂਰੀਆਂ ਖਾਤਾਂ ਹੋਣਗੀਆਂ ਉਹ 2 ਮਾਰਕਸ ਦੀਆਂ, ਵੀ ਜਿਹੜੇ 10 ਨੰਬਰ ਦੇ ਜਿਹੜੇ MCQ ਟਾਈਪ ਕੁਐਸਚਨ ਆਉਣਗੇ ਉਹਦੇ ਵਿੱਚ ਆਹ ਡਿਸਟਰੀਬਿਊਸ਼ਨ ਕੀਤੀ ਗਈ ਆ। ਨੈਕਸਟ ਹੈ 2nd ਨੰਬਰ ਕੁਐਸਚਨ, ਜਿਹਦੇ ਵਿੱਚ ਕੀ ਆ ਤੁਹਾਡੇ ਜਿਹੜੇ ਕੁਐਸਚਨ ਆਨਸਰ ਹੋਣਗੇ ਸੱਭਿਆਚਾਰ ਦੇ ਰਿਲੇਟਡ 8 ਕੁਐਸਚਨ ਪੁੱਛੇ ਜਾਣਗੇ, ਤੁਸੀਂ 5 ਦੇ ਉੱਤਰ ਲਿਖਣੇ ਹੋਣਗੇ, ਉਹਦੇ ਵਿੱਚੋਂ ਤੁਹਾਡਾ 20 ਮਾਰਕਸ ਦਾ ਇਹ ਸਿੱਧਾ ਬਣ ਜਾਏਗਾ। ਨੈਕਸਟ ਹੈ ਤੁਹਾਡੇ ਕੋਲ ਫਿਰ ਕਾਰ ਵਿਵਹਾਰ ਜਾਣੀ ਕਿ ਪੱਤਰ ਲਿਖਣਾ, ਉਹਦੇ ਵਿੱਚੋਂ ਆਏਗਾ। ਤਾਂ ਉਹਦੇ ਵਿੱਚੋਂ ਤੁਹਾਡੇ ਡਿਸਟਰੀਬਿਊਸ਼ਨ ਕੀਤੀ ਗਈ ਆ 7 ਮਾਰਕਸ ਦੀ, 2 ਨੰਬਰ ਹੈਡਸ ਦੇ ਆਉਣਗੇ। ਫਿਰ ਜਿਹੜਾ ਇੰਟਰਨਲ ਜਿਹੜਾ ਤੁਹਾਡਾ ਕੰਟੈਂਟ ਲਿਖਿਆ ਹੋਵੇਗਾ ਤਾਂ ਲਾਸਟ ਦੇ ਵਿੱਚ ਜਿਹੜਾ ਤੁਸੀਂ ਸਹੀ ਵੀ ਕਿਸ ਨੂੰ ਵਿਸ਼ਾ ਪੱਤਰ ਲਿਖਣਾ ਵਾ ਉਹ ਵਾਲੇ ਦਾ ਮਾਰਕਸ ਮਿਲੇਗਾ। ਨੈਕਸਟ ਹੈ ਤੁਹਾਡੇ ਕੋਲ ਸੰਖੇਪ ਰਚਨਾ, ਜਿਹੜੀ ਕਿ 1/3 ਹਿੱਸਾ ਲਿਖਣਾ ਹੁੰਦਾ, ਉਹਦਾ ਤੁਹਾਨੂੰ 5 ਮਾਰਕਸ ਮਿਲਣਗੇ। ਨੈਕਸਟ ਹੈਗਾ ਪਾਠ ਪੁਸਤਕ ਦੇ ਵਿੱਚ ਅਭਿਆਸ ਕਰਕੇ ਤੁਸੀਂ ਇੱਕ ਜਿਹੜਾ ਕੇਸ ਤਰਤੀਬ ਅਨੁਸਾਰ ਲਿਖਣੇ ਹੁੰਦੇ ਆ ਉਹ ਵਾਲੇ ਤੁਹਾਨੂੰ ਆਉਣਗੇ,
ਉਹ ਆਏਗਾ 6 ਮਾਰਕਸ ਦੇ ਵਿੱਚ। ਨੈਕਸਟ ਹੈਗਾ ਵਾ ਪਾਠ ਅਭਿਆਸ ਦੇ ਵਿੱਚ ਜਿਹੜੇ 8 ਵਾਕ ਦਿੱਤੇ ਹੋਣਗੇ, 6 ਵਾਕ ਦੀਆਂ ਰੂਪਾਂਤਰਿਤ ਕਰਨ ਲਈ ਕਿਹਾ ਜਾਵੇਗਾ, ਤਾਂ ਉਹ ਤੁਸੀਂ ਕਰਨੇ ਆ, ਉਹ 6 ਮਾਰਕਸ ਦੇ ਵਿੱਚ ਆਉਣਗੇ। ਨੈਕਸਟ ਹੈਗਾ ਵਾ ਤੁਹਾਡੇ ਕੋਲ ਪੰਜਾਬੀ ਜਿਹੜੀ ਪਾਠ ਪੁਸਤਕ ਆ, ਉਹਦੇ ਵਿੱਚ ਜਿਹੜੀਆਂ 8 ਕਹਾਵਤਾਂ ਆਉਣਗੀਆਂ, 8 ਕਹਾਵਤਾਂ ਦੇ ਵਿੱਚ ਤੁਸੀਂ 5 ਜਿਹੜੀਆਂ ਵਰਤਣੀਆਂ ਆਉਣਗੀਆਂ, ਉਹ 10 ਮਾਰਕਸ ਦੇ ਵਿੱਚ ਆਉਣਗੀਆਂ, ਜਾਣੀ ਕਿ ਤੁਹਾਨੂੰ ਕਹਾਵਤਾਂ ਦੇ ਉੱਤੇ ਜ਼ਿਆਦਾ ਵਰਕ ਕਰਨਾ ਪਏਗਾ। ਨੈਕਸਟ ਹੈਗਾ ਵਾ ਤੁਹਾਡੇ ਕੋਲ ਕਵਿਤਾਵਾਂ ਦਿੱਤੀਆਂ ਹੋਣਗੀਆਂ, ਉਹਦੇ ਕੇਂਦਰੀ ਭਾਵ ਲਿਖਣਾ ਹੋਏਗਾ, ਉਹ 4 ਮਾਰਕਸ ਦੇ ਵਿੱਚ ਆਏਗਾ। ਅਤੇ ਲਾਸਟ ਦੇ ਵਿੱਚ ਜਿਹੜਾ ਪਾਠਕ੍ਰਮ ਆ, 2 ਕਹਾਣੀਆਂ ਦਿੱਤੀਆਂ ਗਈਆਂ ਜਿਹਦੇ ਵਿੱਚ ਇੱਕ ਪੂਰੀ ਕਰਨੀ ਹੋਏਗੀ, ਉਹ 7 ਮਾਰਕਸ ਦੇ ਵਿੱਚ ਤੁਹਾਨੂੰ ਆਏਗਾ। ਅਤੇ ਹੁਣ ਜਿਹੜੀਆਂ ਇੰਟਰਨਲ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਵਾ ਉਹ ਕਿਸ ਤਰੀਕੇ ਨਾਲ ਵਰਕ ਆ। ਨੈਕਸਟ ਹੈਗਾ ਵਾ ਵੀ ਜਿਹੜਾ ਤੁਹਾਡਾ ਵੀ ਜਿਹੜੇ ਵਰਕਸ ਨੇ, ਜਿਵੇਂ ਤੁਹਾਡਾ 20 ਮਾਰਕਸ ਦਾ ਜਿਹੜਾ ਪ੍ਰੈਕਟੀਕਲ ਵਰਕ ਜਾਏਗਾ, ਤਾਂ ਉਹਦੇ ਵਿੱਚ ਕਿਵੇਂ ਹੋਏਗਾ ਦੇਖੋ, ਉਹਨਾਂ ਨੇ ਵੰਡਿਆ ਪ੍ਰੋਜੈਕਟ ਤੁਸੀਂ ਬਣਾਉਣਾ ਹੋਏਗਾ, 2 ਚਾਰਟ ਬਣਨਗੇ ਤੁਹਾਡੇ, ਅਤੇ ਇੱਕ ਜਿਹੜੀ ਹੋਏਗੀ ਸਕ੍ਰੈਪ ਬੁੱਕ ਬਣੇਗੀ ਜਿਹਦੇ ਵਿੱਚ ਤੁਸੀਂ ਸੰਬੰਧਿਤ ਤਸਵੀਰਾਂ ਲਗਾਉਣੀਆਂ ਹੋਣਗੀਆਂ, ਅਤੇ ਇੱਕ ਮਾਡਲ ਦਾ ਵੀ ਬਣੇਗਾ। ਤਾਂ ਉਹਨਾਂ ਦੇ ਵੀ ਮਾਰਕਸ ਡਿਸਟਰੀਬਿਊਸ਼ਨ ਕੀਤੀ ਗਈ ਆ। 10 ਮਾਰਕਸ ਦਾ ਵਿੱਚ ਜਿਹੜਾ ਤੁਹਾਡਾ ਪ੍ਰੋਜੈਕਟ ਵਰਕ ਆਏਗਾ, 2 ਮਾਰਕਸ ਦਾ ਤੁਹਾਡਾ ਜਿਹੜੇ ਚਾਰਟਸ ਦੇ ਹੋਣਗੇ, 4 ਮਾਰਕਸ ਤੇ ਜਿਹੜਾ ਤੁਸੀਂ ਸਕ੍ਰੈਪ ਬੁੱਕ ਬਣਾਓਗੇ, ਅਤੇ 4 ਮਾਰਕਸ ਜਿਹੜਾ ਤੁਹਾਡਾ ਮਾਡਲ ਬਣੇਗਾ ਉਸ ਬੇਸਡ ਹੋਏਗਾ। ਨੈਕਸਟ ਹੈਗਾ ਵਾ ਤੁਹਾਡੀ ਭਾਸ਼ਾ ਸਮਰੱਥਾ, ਜਾਣੀ ਕਿ ਸ਼ੁੱਧ ਉਚਾਰਨ, ਜਾਣੀ ਕਿ ਤੁਹਾਨੂੰ ਉਹਨਾਂ ਸ਼ਬਦਕੋਸ਼ ਦਿੱਤੇ ਗਏ ਜਾਂ ਵਾਕ ਵਟਾਂਦਰਾ ਕਰਨ ਲਈ ਕਹਿਣਗੇ, ਉਹ 3 ਮਾਰਕਸ ਦੇ ਵਿੱਚ ਆਉਣਗੇ। ਨੈਕਸਟ ਹੈਗਾ ਵਾ ਭਾਸ਼ਾ ਸਮਰੱਥਾ, ਜਾਣੀ ਕਿ ਤੁਹਾਨੂੰ ਸੁਣਨ ਦੀ ਯੋਗਤਾ ਦੇਖੀ ਜਾਵੇਗੀ, ਪੰਜਾਬੀ ਦੇ ਵਿੱਚ ਵੀ ਤੁਹਾਨੂੰ ਜਿਹੜਾ ਸੁਣ ਰਿਹਾ ਉਹ ਸਹੀ ਸੁਣ ਰਿਹਾ ਕਿ ਨਹੀਂ ਸੁਣ ਰਿਹਾ, ਉਹਦੇ 2 ਮਾਰਕਸ ਮਿਲਣਗੇ। ਨੈਕਸਟ ਹੈਗਾ ਵਾ ਭਾਸ਼ਾ ਵਟਾਂਦਰਾ, ਜਾਣੀ ਕਿ ਸ਼ੁੱਧ ਪੜ੍ਹਨਾ ਦੀ ਯੋਗਤਾ ਵੀ, ਜਾਣੀ ਕਿ ਤੁਹਾਨੂੰ ਇੱਕ ਲੈਸਨ ਦਿੱਤਾ ਜਾਏਗਾ ਪੜ੍ਹਨ ਦੇ ਲਈ, ਅਤੇ ਤੁਸੀਂ ਉਹ ਪ੍ਰੋਪਰ ਪੜ੍ਹਿਆ ਤਾਂ ਤੁਹਾਨੂੰ 3 ਮਾਰਕਸ ਮਿਲ ਜਾਣਗੇ। ਅਤੇ ਪੁਸਤਕ ਦੀ ਜਿਹੜੀ ਬੈਂਕ ਬੁੱਕ ਆ, ਉਸ ਦੇ ਵਿੱਚ ਕੀ ਆ, ਤੁਸੀਂ ਯੋਗਦਾਨ ਪਾਉਣਾ ਵਾ, ਜਾਣੀ ਕਿ ਤੁਸੀਂ ਸਾਂਭ ਸੰਭਾਲ ਦੀਆਂ ਪ੍ਰਕਿਰਿਆਵਾਂ ਦਿਖਾਉਣੀਆਂ ਨੇ ਅਤੇ ਭੂਮਿਕਾ ਨਿਭਾਉਣੀਆਂ, ਵੀ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਵਿਸ਼ਾ ਦੇ ਜਿਹੜੇ ਅਧਿਆਪਕ ਨੇ ਜਿਹੜੇ ਤੁਹਾਨੂੰ ਕੁਝ ਵੀ ਦਿੱਤਾ ਸੀਗਾ, ਤਾਂ ਤੁਸੀਂ ਉਹਨੂੰ ਸਾਂਭ ਸੰਭਾਲ ਕੇ ਰੱਖਿਆ, ਜਾਣੀ ਕਿ ਤੁਹਾਡੀ ਕਾਪੀਜ਼ ਵੀ ਚੈੱਕ ਹੋ ਸਕਦੀਆਂ ਨੇ, ਤਾਂ ਇਹ 2 ਮਾਰਕਸ ਉਹਦੇ ਵਿੱਚ ਆ ਜਾਣਗੇ। ਜਾਣੀ ਕਿ 20 ਮਾਰਕਸ ਦਾ ਜਿਹੜਾ ਪ੍ਰੋਜੈਕਟ ਹੋਏਗਾ, ਉਹਦੇ ਲਈ ਵੀ ਤੁਹਾਨੂੰ ਬਹੁਤ ਜ਼ਿਆਦਾ ਵਰਕ ਕਰਨਾ ਪਏਗਾ। ਤਾਂ ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਕੰਪਲਸਰੀ ਰੱਖਣਾ ਵਾ। ਨੈਕਸਟ ਹੈਗਾ ਵਾ ਪੰਜਾਬ ਹਿਸਟਰੀ ਐਂਡ ਕਲਚਰ, ਇਹ ਵਾਲਾ ਮੈਨੂੰ ਕੁਝ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਕਿਉਂਕਿ ਆਊਟਸਾਈਡਰਸ ਦੇ ਲਈ ਆ। ਨੈਕਸਟ ਜਿਹੜਾ ਸਾਡੇ ਕੋਲ ਇੰਪੋਰਟੈਂਟ ਆ, ਉਹ ਜਿਹੜਾ ਕੰਪਲਸਰੀ ਸਬਜੈਕਟ ਯੂਜ਼ ਕਰ ਰਹੇ ਨੇ ਇਨਵਾਇਰਮੈਂਟ ਇਹ ਨਹੀਂ ਸੋਚਣਾ ਵੀ ਤੁਸੀਂ ਇਹਨੂੰ ਲਾਈਟਲੀ ਲੈ ਕੇ ਚਲੇ ਜਾਓ, ਤਾਂ ਇਹ ਕੀ ਹੈ, ਇੱਕ ਕੰਪਲਸਰੀ ਸਬਜੈਕਟ ਜੁੜਿਆ ਗਿਆ ਵੀ ਜੇਕਰ ਤੁਸੀਂ ਇਸ ਦੇ ਵਿੱਚੋਂ ਪਾਸ ਹੋਵੋਗੇ ਤਾਂ ਤੁਹਾਡਾ ਜਿਹੜਾ DMC ਉਹ ਬਣ ਕੇ ਤਿਆਰ ਹੋ ਕੇ ਨਿਕਲ ਕੇ ਆਏਗਾ। ਤਾਂ ਇਸ ਕਰਕੇ ਤੁਸੀਂ ਇਹਨੂੰ ਵੀ ਐਜ਼ ਏ ਕੰਪਲਸਰੀ ਸਬਜੈਕਟ ਅਕੋਰਡਿੰਗ ਟਰੀਟ ਕਰਨਾ ਵਾ। ਇਹਦੇ ਵਿੱਚੋਂ ਥਿਊਰੀ ਦੇ ਵਿੱਚੋਂ 45 ਮਾਰਕਸ ਦੇ ਵਿੱਚੋਂ ਆਏਗੀ, ਅਤੇ ਇੰਟਰਨਲ ਅਸੈਸਮੈਂਟ 5 ਮਾਰਕਸ ਦੀ, ਅਤੇ ਟੋਟਲ 50 ਮਾਰਕਸ ਦਾ ਪੇਪਰ ਆਏਗਾ। ਜ਼ਿਆਦਾ ਐਕਸਪਲੇਨ ਨਾ ਕਰਦਾ ਹੋਇਆ ਮੈਂ ਤੁਹਾਨੂੰ ਇੱਥੇ ਹੀ ਦੱਸ ਦੂੰਗਾ ਵੀ ਭਾਈ ਇਹਦੀ ਡਿਸਟਰੀਬਿਊਸ਼ਨ ਕਿੱਦਾਂ ਕੀਤੀ ਗਈ ਆ। ਇਹਨਾਂ ਨੇ ਫਸਟ ਯੂਨਿਟ ਬਣਾਈ ਗਈ ਆ ਬਾਇਓਡਾਇਵਰਸਿਟੀ ਦੇ ਉੱਤੇ, 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਕੁਐਸਚਨ ਆਏਗਾ, 4 ਮਾਰਕਸ ਦਾ ਕੁਐਸਚਨ ਆਏਗਾ, ਅਤੇ 5 ਮਾਰਕਸ ਦਾ ਵੀ ਕੁਐਸਚਨ ਆ ਸਕਦਾ ਵਾ। ਨੈਕਸਟ ਹੈਗਾ ਵਾ ਇਨਵਾਇਰਮੈਂਟ ਮੈਨੇਜਮੈਂਟ, ਜਿਹੜਾ ਕਿ ਨੈਕਸਟ ਸੈਕਿੰਡ ਯੂਨਿਟ ਆਏਗੀ, ਉਹਦੇ ਵਿੱਚ 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਆਏਗਾ, 4 ਨੰਬਰ ਦਾ ਆਏਗਾ, ਅਤੇ 5 ਨੰਬਰ ਦਾ ਆਏਗਾ। ਨੈਕਸਟ ਹੈ ਸਾਡੇ ਕੋਲ ਯੂਨਿਟ ਵੰਡੀ ਗਈ ਹੈ ਸਸਟੇਨੇਬਲ ਡਿਵੈਲਪਮੈਂਟ, ਉਹਦੇ ਵਿੱਚ 1 ਮਾਰਕਸ ਦਾ, 2 ਮਾਰਕਸ ਦਾ, 4 ਮਾਰਕਸ ਦਾ, ਅਤੇ ਪਲੱਸ ਜਿਹੜਾ 5 ਮਾਰਕਸ ਦਾ ਕੋਈ ਕੁਐਸਚਨ ਨਹੀਂ ਆਏਗਾ, ਅਰਾਈਜ਼ ਨਹੀਂ ਹੋਏਗਾ। ਨੈਕਸਟ ਹੈ ਸਾਡੇ ਕੋਲ ਸਸਟੇਨੇਬਲ ਐਗਰੀਕਲਚਰ, ਉਹਦੇ ਵਿੱਚ 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਆਏਗਾ, 4 ਮਾਰਕਸ ਦਾ ਆਏਗਾ, ਅਤੇ 1 ਮਾਰਕਸ ਦਾ 5 ਮਾਰਕਸ ਦਾ ਕੁਐਸਚਨ ਵੀ ਆ ਸਕਦਾ ਵਾ। ਦੋਹਾਂ ਵਿੱਚ ਔਰ ਆ ਜਿਹੜਾ 5th ਆ, ਜਿਹਦੇ ਵਿੱਚ ਇਨਵਾਇਰਮੈਂਟ ਐਕਸ਼ਨ ਆ, ਉਹਦੇ ਵਿੱਚੋਂ 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਕੁਐਸਚਨ ਆਏਗਾ, 4 ਮਾਰਕਸ ਦਾ ਕੁਐਸਚਨ ਆਏਗਾ, ਅਤੇ 5 ਮਾਰਕਸ ਦਾ ਇੱਕ ਆ ਸਕਦਾ ਵਾ। ਤਾਂ ਇਹ ਸੀਗਾ ਜਿਹੜੀ ਡਿਸਟਰੀਬਿਊਸ਼ਨ ਇਹਦਾ ਟੋਟਲ ਕਰ ਲਿਓ 45 ਮਾਰਕਸ ਬਣਨਗੇ। ਨੈਕਸਟ ਹੈ ਸਾਡੇ ਕੋਲ ਇਹਨਾਂ ਨੇ ਸਿਲੇਬਸ ਵੰਡਿਆ ਹੋਇਆ, ਮੈਂ ਇਹਨੂੰ ਸਿਲੇਬਸ ਨੂੰ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਇਹ ਸਿਲੇਬਸ ਤੁਸੀਂ ਆਪ ਵੀ ਦੇਖ ਸਕਦੇ ਹੋ ਵੀ ਜਿਵੇਂ ਫਸਟ ਹੈਗਾ ਵਾ ਬਾਇਓਡਾਇਵਰਸਿਟੀ, ਤਾਂ ਤੁਸੀਂ ਇਹਦੇ ਵਿੱਚ ਸਕਰੀਨਸ਼ਾਟ ਮਾਰ ਕੇ ਰੱਖ ਸਕਦੇ ਹੋ, ਤਾਂ ਇਹ ਤੁਸੀਂ ਸਿਲੇਬਸ ਆਪਣੇ ਕੋਲ ਦੇਖ ਕੇ ਵੀ ਕਰ ਸਕਦੇ ਹੋ। ਮੇਰੀ ਹੁਣ ਵੀਡੀਓ ਦੇ ਵਿੱਚੋਂ ਤੁਸੀਂ ਚੱਲ ਰਹੀ ਦੇ ਵਿੱਚ ਸਕਰੀਨਸ਼ਾਟ ਮਾਰ ਕੇ ਆਪਣੇ ਕੋਲ ਰੱਖ ਸਕਦੇ ਹੋ, ਤਾਂ ਇਸ ਚੀਜ਼ ਨੂੰ ਕੰਸੀਡਰ ਰੱਖਣਾ ਵਾ। ਅਤੇ ਤੁਸੀਂ ਆਹ 5th ਨੂੰ ਵੀ ਮਾਰ ਸਕਦੇ ਹੋ। ਪ੍ਰੋਜੈਕਟ ਐਕਟੀਵਿਟੀਜ਼ ਦੇ ਵਿੱਚ ਬਸ ਤੁਹਾਨੂੰ ਇਹੀ ਦੱਸਿਆ ਜਾਊਗਾ ਵੀ ਜਿਹੜੇ ਇੰਡੀਵਿਜੂਅਲ ਜਿਹੜਾ ਤੁਹਾਡੇ ਟੀਚਰਸ ਤੁਹਾਨੂੰ ਵਰਕ ਦੇਣਗੇ ਤਾਂ ਤੁਸੀਂ ਉਹ ਕਰਨਾ ਵਾ। ਹੁਣ ਇਹਦੇ ਵਿੱਚ ਜਿਹੜਾ ਵਾ ਨੀਚੇ ਵਾਲਾ ਬਸ ਮੈਂ ਸਿਰਫ ਐਕਸਪਲੇਨ ਕਰ ਦਿੰਦਾ ਵਾ ਵੀ ਇੰਟਰਨਲ ਅਸੈਸਮੈਂਟ ਜਿਹੜੀ ਆ 5 ਮਾਰਕਸ ਦੀ ਜਾਏਗੀ। 5 ਮਾਰਕਸ ਦੇ ਵਿੱਚੋਂ ਤੁਹਾਡੇ 2 ਮਾਰਕਸ ਦੀ ਬੈਂਕ ਬੁੱਕ ਆਏਗੀ, ਅਤੇ 3 ਨੰਬਰ ਦਾ ਪ੍ਰੋਜੈਕਟ ਦਿੱਤਾ ਜਾਏਗਾ ਮਾਰਕਸ ਦਾ, ਅਤੇ ਜਿਹੜਾ ਤੁਸੀਂ ਕੰਪਲੀਟ ਕਰਨਾ ਹੋਊਗਾ। ਨੈਕਸਟ ਹੈ ਸਾਡੇ ਕੋਲ ਜਿਹੜਾ ਕਮਰਸ ਦਾ ਸਿਲੇਬਸ ਸਟਾਰਟ ਹੋ ਜਾਂਦਾ ਵਾ ਇੱਥੇ ਕੀ ਆ ਬਿਜ਼ਨਸ ਸਟੱਡੀ। ਹੁਣ ਬਿਜ਼ਨਸ ਸਟੱਡੀ ਦੀ ਇਹ ਕੰਪਲਸਰੀ ਸਬਜੈਕਟ ਆ ਫॉर ਕਮਰਸ ਸਟੂਡੈਂਟਸ। ਦੇਖੋ ਹੁਣ ਇਹਦੇ ਵਿੱਚ ਕਿਵੇਂ ਡਿਸਟਰੀਬਿਊਸ਼ਨ ਕੀਤੀ ਗਈ ਆ, 80 ਮਾਰਕਸ ਦਾ ਥਿਊਰੀ ਰੱਖਿਆ ਗਿਆ ਵਾ, ਅਤੇ ਪ੍ਰੋਜੈਕਟ ਜਿਹੜਾ ਵਾ 20 ਮਾਰਕਸ ਦਾ ਰੱਖਿਆ ਗਿਆ। ਹੁਣ ਦੇਖੋ ਇਹਨਾਂ ਵਿੱਚ ਜਿਹੜੇ ਸੈਕਸ਼ਨ ਨੇ ਇਹਨਾਂ ਦੱਸਿਆ ਗਿਆ ਵਾ ਵੀ ਜਿਹੜੇ ਕੁਐਸਚਨਸ ਨੇ ਉਹ ਸਾਰੇ ਸਿਲੇਬਸ ਬੇਸਡ ਹੋਣਗੇ। 21 ਕੁਐਸਚਨ ਆਨਸਰ ਹੋਣਗੇ ਜਿਹੜੇ ਸੈੱਟ ਕੀਤੇ ਜਾਣਗੇ ਕੁਐਸਚਨ ਪੇਪਰ ਦੇ ਵਿੱਚ। ਆਲ ਯੂਨਿਟਸ ਜਿਹੜੀਆਂ ਸਿਲੇਬਸ ਦੀਆਂ ਨੇ ਉਹ ਤੁਹਾਨੂੰ ਕਵਰ ਕਰਨੀਆਂ ਹੀ ਪੈਣਗੀਆਂ, ਅਤੇ 4 ਸੈਕਸ਼ਨ ਵੰਡੇ ਗਏ ਹੋਣਗੇ ਕੁਐਸਚਨ ਪੇਪਰ ਦੇ ਵਿੱਚ, ਅਤੇ ਉਹ ਕੰਪਲਸਰੀ ਤੁਸੀਂ ਕਰਨੇ। ਹੁਣ ਦੇਖੋ 4 ਸੈਕਸ਼ਨ ਦੇ ਵਿੱਚ ਇਹ ਸੈਕਸ਼ਨ ਵੰਡਿਆ ਗਿਆ, ਇਹਦੇ ਵਿੱਚ 1 to 20 ਕੁਐਸਚਨ ਰੱਖੇ ਗਏ ਨੇ ਜਿਹੜੇ ਕਿ 1 ਮਾਰਕਸ ਦੇ ਆਉਣਗੇ।
ਜਾਣੀ ਕਿ ਤੁਸੀਂ ਕੀ ਆ ਇਹਨਾਂ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਆਉਣਗੇ। ਜੇਕਰ ਤੁਸੀਂ ਸਹੀ ਕਰ ਸਕਦੇ ਹੋ ਤੇ ਨਹੀਂ ਕਰ ਸਕਦੇ, ਇਹਦੇ ਵਿੱਚ ਟਰੂ ਫਾਲਸ ਫਿਲਿੰਗ ਦੀਆਂ ਬਲੈਂਕਸ, MCQ ਜਾਂ 1 ਮਾਰਕਸ ਦਾ ਐਕਸਪਲੇਨੇਸ਼ਨ ਕੁਐਸਚਨ ਆਉਣਗੇ 1 ਲਾਈਨਸ ਦਾ, ਤਾਂ ਇਹ ਤੁਹਾਨੂੰ ਆਉਣਗੇ। ਜਾਣੀ ਕਿ ਇਹ ਤੁਸੀਂ ਜੇਕਰ ਪ੍ਰੋਪਰ ਪੜ੍ਹੋਗੇ ਬਿਨਾਂ ਸਟੱਡੀ ਨੂੰ ਵੀ ਉਹੀ 20 ਮਾਰਕਸ ਲੈ ਸਕਦਾ, ਅਦਰਵਾਈਜ਼ ਕੋਈ ਵੀ 20 ਮਾਰਕਸ ਨਹੀਂ ਲੈ ਸਕਦਾ। ਨੈਕਸਟ B ਸੈਕਸ਼ਨ ਦੇਖੋ ਉਹਨਾਂ ਨੇ ਕਿਵੇਂ ਵੰਡਿਆ ਗਿਆ ਵਾ। ਇਸ ਦੇ ਵਿੱਚ ਵੰਡਿਆ ਉਹਨਾਂ ਨੇ 2 to 10 ਕੁਐਸਚਨ ਵੰਡੇ ਨੇ। ਇਹਦੇ ਸਾਰੇ 2 ਮਾਰਕਸ ਦੇ ਕੁਐਸਚਨ ਆਨਸਰ ਹੋਣਗੇ ਤੇ 5 to 10 ਲਾਈਨਸ ਦੇ ਵਿੱਚ ਲਿਖਣੇ ਹੋਣਗੇ। C ਸੈਕਸ਼ਨ ਆਇਆ ਜਿਹੜਾ ਸਾਡਾ, ਉਹਦੇ ਵਿੱਚ 6 ਕੁਐਸਚਨ ਲਏ ਜਾਣਗੇ। 8 ਕੁਐਸਚਨ ਜਿਹੜੇ ਹੋਣਗੇ ਉਹ 11 to 18 ਕੁਐਸਚਨ ਦੇ ਵਿੱਚ ਵੇਰੀ ਕਰਨਗੇ ਤੇ ਇਹਦੇ ਵਿੱਚ 4 ਮਾਰਕਸ ਦਾ ਈਚ ਕੁਐਸਚਨ ਹੋਣਗੇ। ਜਾਣੀ ਕਿ ਇਹਦੇ ਵਿੱਚ 7 ਕੁਐਸਚਨ ਜਾਂ 8 ਕੁਐਸਚਨ ਲਏ ਜਾਣਗੇ ਤੇ ਤੁਸੀਂ 20 to 15 ਲਾਈਨਸ ਦੇ ਵਿੱਚ ਲਿਖਣੇ ਆ। ਤੇ D ਸੈਕਸ਼ਨ ਜਿਹੜਾ ਲਾਸਟ ਸੈਕਸ਼ਨ ਆ ਉਹਦੇ ਵਿੱਚ ਆਉਣਗੇ ਤੁਹਾਡੇ 19 to 20 ਤੇ ਇਹ ਸਾਰੇ ਜਿਹੜੇ ਨੇ ਇੰਟਰਨਲ ਚੋਇਸ ਦੇ ਵਿੱਚ ਮੈਂਸ਼ਨ ਹੋਣਗੇ ਤੇ ਤੁਸੀਂ 3 to 5 ਪੇਜਿਸ ਦੇ ਲਿਖਣੇ ਆ ਜਿਹੜੇ ਤੁਹਾਨੂੰ ਆਨਸਰ ਕੀ ਮਿਲੇਗੀ ਜਾਂ ਆਨਸਰ ਸ਼ੀਟ ਮਿਲੇਗੀ। ਤਾਂ ਇਹ ਚੀਜ਼ ਮਾਈਂਡ ਦੇ ਵਿੱਚ ਰੱਖਣੀ ਹੈ ਵੀ ਲੌਂਗ ਕੁਐਸਚਨ 3 to 5 ਦੇ ਵਿੱਚ ਹੋਣਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਮਾਰਕਸ ਉਹ ਪ੍ਰੋਪਰ ਦੇ ਪਾਉਣਗੇ, ਨਹੀਂ ਫਿਰ ਅਦਰਵਾਈਜ਼ ਤੁਹਾਨੂੰ ਕੋਈ ਮਾਰਕਸ ਨਹੀਂ ਮਿਲਣੇ ਹੈਗੇ। ਹੁਣ ਦੇਖੋ ਅਸੀਂ ਹੁਣ ਗੱਲ ਕਰੀਏ ਇਹਦੇ ਵਿੱਚ ਕੁਐਸਚਨ ਆਨਸਰ ਦੀ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਮਾਰਕਸ ਡਿਸਟਰੀਬਿਊਟ ਕੀਤੇ ਗਏ ਨੇ। ਦੇਖੋ ਫਸਟ ਹੈਗਾ ਨੇਚਰ ਐਂਡ ਸਿਗਨੀਫੀਕੈਂਸ ਆਫ ਦੀ ਮੈਨੇਜਮੈਂਟ। 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਕੁਐਸਚਨ ਆਏਗਾ, 4 ਮਾਰਕਸ ਦਾ ਕੁਐਸਚਨ ਆਏਗਾ ਤੇ ਪਲੱਸ ਜਿਹੜਾ 6 ਮਾਰਕਸ ਦਾ ਕੁਐਸਚਨ ਆ ਵੀ ਸਕਦਾ ਵਾ, ਉਹ ਆ 4 ਜਿਹੜੇ ਚੈਪਟਰ ਨੇ ਉਹਨਾਂ ਵਿੱਚੋਂ ਇੱਕ ਆਏਗਾ। ਦੇਖੋ ਹੁਣ ਨੈਕਸਟ ਹੈਗਾ ਪ੍ਰਿੰਸੀਪਲ ਆਫ ਮੈਨੇਜਮੈਂਟ। ਇਹਦੇ ਵਿੱਚ 2 MCQ ਆਉਣਗੇ ਜਾਂ 1 ਮਾਰਕਸ ਦੇ ਕੁਐਸਚਨ ਤੇ 2 ਮਾਰਕਸ ਦਾ ਇੱਕ ਕੁਐਸਚਨ ਆਏਗਾ, 4 ਮਾਰਕਸ ਦਾ ਇੱਕ ਕੁਐਸਚਨ ਆਏਗਾ ਤੇ ਜਿਹੜਾ ਲੌਂਗ ਕੁਐਸਚਨ ਆ ਉਹ ਜਿਹੜੇ 4 ਚੈਪਟਰ ਨੇ ਇਹਨਾਂ ਵਿੱਚੋਂ ਆਣਗੇ। ਥਰਡ ਚੈਪਟਰ ਹੈਗਾ ਵਾ ਬਿਜ਼ਨਸ ਇਨਵਾਇਰਨਮੈਂਟ। ਇਹਦੇ ਵਿੱਚ 1 ਮਾਰਕਸ ਦਾ ਇਹਦੇ ਵਿੱਚੋਂ ਆਏਗਾ, 2 ਮਾਰਕਸ ਦਾ ਇਹਦੇ ਵਿੱਚੋਂ ਆਏਗਾ ਤੇ 4 ਮਾਰਕਸ ਦਾ ਇੱਕ ਕੁਐਸਚਨ ਆਏਗਾ ਤੇ ਈਵਨ 6 ਮਾਰਕਸ ਦਾ ਜਿਹੜਾ ਵਾ ਇਹ ਥਰਡ ਚੈਪਟਰ ਬਣ ਜਾਂਦਾ, ਯਾਨੀ ਕਿ ਇਹ ਥਰਡ ਚੈਪਟਰਾਂ ਦੇ ਵਿੱਚੋਂ ਬਣਿਆ ਜਾਏਗਾ। ਤੇ ਫੋਰਥ ਵਨ ਹੈਗਾ ਪਲੈਨਿੰਗ। ਪਲੈਨਿੰਗ ਦੇ ਵਿੱਚ 2 ਨੰਬਰ ਦਾ ਜਿਹੜਾ ਆਏਗਾ 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਕੋਈ ਕੁਐਸਚਨ ਨਹੀਂ ਆਏਗਾ ਤੇ 4 ਮਾਰਕਸ ਦਾ ਇੱਕ ਕੁਐਸਚਨ ਆਏਗਾ ਤੇ 6 ਮਾਰਕਸ ਦਾ ਕੁਐਸਚਨ। ਆ 4 ਜਿਹੜੇ ਨੇ ਪਹਿਲੇ 4 ਨੇ, ਇਹਨਾਂ ਵਿੱਚੋਂ 6 ਮਾਰਕਸ ਦਾ ਇੱਕ ਕੁਐਸਚਨ ਆਏਗਾ। ਤਾਂ ਇਹ ਯਾਦ ਰੱਖਣਾ ਵੀ ਇਹ ਵੰਡਿਆ ਗਿਆ ਵਾ ਇਸ ਤਰੀਕੇ ਨਾਲ। ਨੈਕਸਟ ਹੈ ਸਾਡੇ ਕੋਲ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਦੇ ਵਿੱਚੋਂ 2 MCQ ਯਾਨੀ ਕਿ 1 ਮਾਰਕਸ ਦੇ ਕੁਐਸਚਨ ਆਉਣਗੇ ਤੇ 2 ਨੰਬਰ ਦਾ ਇੱਕ ਕੁਐਸਚਨ ਆਏਗਾ ਤੇ 4 ਮਾਰਕਸ ਦਾ ਇੱਕ ਕੁਐਸਚਨ ਆਏਗਾ ਤੇ ਲਾਸਟ ਦੇ ਵਿੱਚ ਜਿਹੜਾ ਵਾ ਜਿਹੜਾ 6 ਮਾਰਕਸ ਦਾ ਕੁਐਸਚਨ ਆ ਉਹ ਵੀ ਅੱਗੇ ਐਵੇਂ ਚੈਪਟਰਾਂ ਦੇ ਵਿੱਚ ਵੰਡੇ ਗਏ ਨੇ। ਜਿਵੇਂ ਕਿ ਸਟਾਫਿੰਗ ਆ ਗਿਆ। ਸਟਾਫਿੰਗ ਦੇ ਵਿੱਚ 1 ਮਾਰਕਸ ਦਾ ਕੁਐਸਚਨ ਆਏਗਾ, 2 ਮਾਰਕਸ ਦਾ ਕੋਈ ਨਹੀਂ ਆਏਗਾ, 4 ਮਾਰਕਸ ਦਾ ਕੋਈ ਨਹੀਂ ਆਏਗਾ, ਪਰ ਜਿਹੜਾ ਲੌਂਗ ਕੁਐਸਚਨ ਆਏਗਾ ਉਹਦੇ ਵਿੱਚ ਇੰਟਰਨਲ ਚੋਇਸ ਹੋਏਗੀ 5, 6, 7, 8 ਤੇ 9 ਚੈਪਟਰ ਤੱਕ। ਜਾਣੀ ਕਿ ਔਨਵਰਡ ਤੁਸੀਂ 9 ਚੈਪਟਰ ਤੱਕ ਇਹਨਾਂ ਵਿੱਚੋਂ 6 ਨੰਬਰ ਦਾ ਕੁਐਸਚਨ ਆ ਸਕਦਾ ਵਾ। ਡਾਇਰੈਕਟਿੰਗ ਆ ਗਿਆ। ਡਾਇਰੈਕਟਿੰਗ ਦੇ ਵਿੱਚ 2 ਨੰਬਰ ਦਾ 1 ਮਾਰਕਸ ਦੇ ਕੁਐਸਚਨ ਆਉਣਗੇ, 2 ਨੰਬਰ ਦਾ ਇੱਕ ਕੁਐਸਚਨ ਆਏਗਾ, 4 ਮਾਰਕਸ ਦਾ ਇੱਕ ਕੁਐਸਚਨ ਆਏਗਾ, 6 ਮਾਰਕਸ ਦਾ ਉਹ ਪਤਾ ਲੱਗ ਜਾਏਗਾ ਵੀ ਤੁਹਾਨੂੰ ਆਏਗਾ ਕਿ ਨਹੀਂ ਆਏਗਾ। 8 ਦੇ ਵਿੱਚ ਹੈਗਾ ਕੰਟਰੋਲਿੰਗ। 1 ਮਾਰਕਸ ਦਾ ਇੱਕ ਆਏਗਾ, 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਇੱਕ ਆਏਗਾ। ਨੈਕਸਟ ਹੈ ਤੁਹਾਡੇ ਕੋਲ ਕੋਆਰਡੀਨੇਟਿੰਗ। ਕੋਆਰਡੀਨੇਟਿੰਗ ਹੈਗਾ, ਉਹਦੇ ਵਿੱਚ 1 ਮਾਰਕਸ ਦਾ ਇੱਕ ਕੁਐਸਚਨ ਆਏਗਾ, 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਕੋਈ ਕੁਐਸਚਨ ਨਹੀਂ ਆਏਗਾ ਤੇ ਤੁਸੀਂ 5 to 9 ਤੱਕ ਤੁਹਾਡੇ 6 ਨੰਬਰ ਦਾ ਇੱਕ ਕੁਐਸਚਨ ਅਰਾਈਜ਼ ਹੋਏਗਾ। ਨੈਕਸਟ ਹੈਗਾ ਵਾ ਤੁਹਾਡਾ ਹੈਗਾ ਵਾ 10 ਤੋਂ ਲੈ ਕੇ 13 ਤੱਕ। ਹੁਣ 10 ਤੋਂ 13 ਤੱਕ ਯਾਨੀ ਕਿ 3 ਲੌਂਗ ਕੁਐਸਚਨ ਆਉਣਗੇ ਤੁਹਾਨੂੰ। 3 ਲੌਂਗ ਕੁਐਸਚਨ ਦਾ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਆਉਣਗੇ। 10 to 13 ਦੇ ਵਿੱਚ 6 ਨੰਬਰ ਦਾ ਇੱਕ ਕੁਐਸਚਨ ਆਏਗਾ ਹੀ ਆਏਗਾ। ਦੇਖੋ 10th ਦੇ ਵਿੱਚ ਹੈਗਾ ਬਿਜ਼ਨਸ ਫਾਈਨੈਂਸ। ਉਹਦੇ ਵਿੱਚ 1 ਮਾਰਕਸ ਦਾ ਇੱਕ ਕੁਐਸਚਨ ਆਏਗਾ, 4 ਮਾਰਕਸ ਦਾ ਇੱਕ ਕੁਐਸਚਨ ਆਏਗਾ। ਨੈਕਸਟ ਹੈਗਾ ਤੁਹਾਡਾ ਫਾਈਨੈਂਸ਼ੀਅਲ ਮਾਰਕੀਟਿੰਗ। ਫਾਈਨੈਂਸ਼ੀਅਲ ਮਾਰਕੀਟਿੰਗ ਦੇ ਵਿੱਚ 2 ਨੰਬਰ ਦਾ ਇੱਕ ਆਏਗਾ, 1 ਨੰਬਰ ਦਾ ਇੱਕ ਆਏਗਾ, 4 ਮਾਰਕਸ ਦਾ ਇੱਕ ਕੁਐਸਚਨ ਆਏਗਾ। ਨੈਕਸਟ ਹੈਗਾ ਮਾਰਕੀਟਿੰਗ। ਮਾਰਕੀਟਿੰਗ ਦੇ ਵਿੱਚੋਂ 1 ਨੰਬਰ ਦਾ 2 ਆਉਣਗੇ, 2 ਨੰਬਰ ਦਾ ਇੱਕ ਆਏਗਾ ਤੇ 4 ਨੰਬਰ ਦਾ ਇੱਕ ਕੁਐਸਚਨ ਆਏਗਾ। ਨੈਕਸਟ ਹੈ ਸਾਡੇ ਕੋਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ। ਇਹਦੇ ਵਿੱਚ 1 ਨੰਬਰ ਦਾ ਇੱਕ ਕੁਐਸਚਨ ਆਏਗਾ, 2 ਨੰਬਰ ਦਾ ਆਏਗਾ, 4 ਨੰਬਰ ਦਾ ਆਏਗਾ ਤੇ 6 ਨੰਬਰ ਦਾ ਉਹਦੇ ਉੱਤੇ ਡਿਪੈਂਡ ਕਰੇਗਾ। ਹੁਣ ਇਹਨਾਂ ਨੇ ਦੱਸਿਆ ਵੀ ਜਿਹੜਾ 20 ਮਾਰਕਸ ਦਾ ਵੀ ਇੱਦਾਂ 20 ਮਾਰਕਸ ਦੇ ਤੁਹਾਡੇ ਆਉਣਗੇ 1 ਨੰਬਰ ਦੇ, ਫਿਰ 2 ਨੰਬਰ ਦੇ 9 ਆਉਣਗੇ, 18 ਇਹ ਹੋ ਗਏ ਤੇ 4 ਮਾਰਕਸ ਦੇ 8 ਕੁਐਸਚਨ ਆਉਣਗੇ ਜਿਹੜੇ ਤੁਸੀਂ 6 ਕਰਨੇ ਹੋਣਗੇ, 24 ਇਹ ਬਣ ਗਏ ਤੇ 3 ਆਉਣਗੇ 6 ਮਾਰਕਸ ਦੇ ਜਿਹੜੇ ਕਿ 18 ਮਾਰਕਸ ਦੇ ਇਹ ਬਣ ਗਏ। ਟੋਟਲ ਕਰੋਗੇ ਤਾਂ 80 ਮਾਰਕਸ ਬਣ ਜਾਏਗਾ। ਤੇ ਹੁਣ ਜਿਹੜਾ ਤੁਸੀਂ ਪੜ੍ਹਨਾ ਵਾ ਤਾਂ ਉਹ ਸਿਲੇਬਸ ਮੈਂ ਹੁਣ ਇਹਦੇ ਵਿੱਚ ਕਾਊਂਟ ਕਰਕੇ ਦੱਸ ਰਿਹਾ ਵਾਂ। ਫਸਟ ਆਏਗਾ ਨੇਚਰ ਆਫ ਟੂ ਦੀ ਸਿਗਨੀਫੀਕੈਂਸ ਆਫ ਮੈਨੇਜਮੈਂਟ। ਨੈਕਸਟ ਆਏਗਾ ਵਾ ਤੁਸੀਂ ਪ੍ਰਿੰਸੀਪਲ ਆਫ ਮੈਨੇਜਮੈਂਟ ਪੜ੍ਹਨਾ ਵਾ, ਫਿਰ ਬਿਜ਼ਨਸ ਇਨਵਾਇਰਨਮੈਂਟ ਪੜ੍ਹਨਾ ਵਾ ਤੇ ਇਹਦੇ ਵਿੱਚ ਜਿਹੜਾ ਤੁਹਾਨੂੰ ਨੀਚੇ ਜਿਹੜੇ ਟੌਪਿਕ ਦਿੱਤੇ ਗਏ ਨੇ ਤੁਸੀਂ ਇਹਨਾਂ ਦਾ ਪਲੀਜ਼ ਸਕਰੀਨਸ਼ਾਟ ਮਾਰ ਲਿਓ, ਇੰਨਾ ਜ਼ਿਆਦਾ ਐਕਸਪਲੇਨ ਨਹੀਂ ਕਰ ਸਕਦਾ। ਨੈਕਸਟ ਹੈ ਪਲੈਨਿੰਗ ਆਏਗਾ, ਤੁਹਾਨੂੰ ਆਰਗੇਨਾਈਜ਼ਿੰਗ ਆਏਗਾ, ਸਟਾਫਿੰਗ ਆਏਗਾ ਤੇ ਡਾਇਰੈਕਟਿੰਗ ਆਏਗਾ, ਕੰਟਰੋਲਿੰਗ ਆਏਗਾ। ਤਾਂ ਤੁਸੀਂ ਇਹਨਾਂ ਦਾ ਵੀ ਜਿਹੜਾ ਸਿਲੇਬਸ ਆ ਉਹਦਾ ਸਕਰੀਨਸ਼ਾਟ ਮਾਰ ਕੇ ਰੱਖ ਸਕਦੇ ਹੋ। ਨੈਕਸਟ ਤੁਹਾਡੇ ਕੋਲ ਆਏਗਾ ਕੋਆਰਡੀਨੇਟਿੰਗ। ਜਿਹੜਾ ਕੋਆਰਡੀਨੇਟਿੰਗ ਆ ਉਹ ਆਏਗਾ ਤਾਂ ਤੁਹਾਡੀ A ਯੂਨਿਟ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਆ। ਨੈਕਸਟ ਹੈਗੀ ਆ ਸਾਡੀ B ਯੂਨਿਟ। B ਯੂਨਿਟ ਦੇ ਵਿੱਚ ਦੇਖੋ ਤੁਹਾਨੂੰ ਕੀ ਆਏਗਾ। B ਯੂਨਿਟ ਦੇ ਵਿੱਚ ਆਏਗਾ ਬਿਜ਼ਨਸ ਫਾਈਨੈਂਸ ਆਏਗਾ, ਫਾਈਨੈਂਸ਼ੀਅਲ ਮਾਰਕੀਟਿੰਗ ਆਏਗਾ,
ਮਾਰਕੀਟਿੰਗ ਆਏਗਾ ਤੇ ਲਾਸਟ ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਆਏਗਾ। ਜਾਣੀ ਕਿ ਇਹਦੇ ਵਿੱਚੋਂ ਕਈ ਚੈਪਟਰ ਨੇ ਜਿਹੜੇ ਉਹ ਕੱਟ ਡਾਊਨ ਕੀਤੇ ਗਏ ਨੇ, ਉਹ ਅੱਗੇ ਦੱਸਿਆ ਗਿਆ ਹੋਏਗਾ। ਨੈਕਸਟ ਹੈ ਤੁਹਾਡੇ ਕੋਲ ਵੀ ਜਿਹੜਾ 20 ਮਾਰਕਸ ਦਾ ਜਿਹੜਾ ਤੁਹਾਡਾ ਪ੍ਰੋਜੈਕਟ ਵਰਕ ਹੋਏਗਾ ਉਹ ਕਿਸ ਤਰੀਕੇ ਨਾਲ ਡਿਸਟਰੀਬਿਊਟ ਕੀਤਾ ਗਿਆ। ਉਹ ਦੇਖੋ 2 ਮਾਰਕਸ ਦਾ ਜਿਹੜਾ ਤੁਹਾਡਾ ਹੋਏਗਾ ਉਹ ਹੋਏਗਾ ਕੋਆਪਰੇਟਿਵਸ ਤੇ ਪਾਰਟਿਸਿਪੇਸ਼ਨ ਜਿਹੜੀ ਤੁਸੀਂ ਕੀਤੀ ਹੋਏਗੀ ਕੋਈ ਵੀ ਪ੍ਰੋਜੈਕਟ ਬਣਾਉਣ ਦੇ ਵਿੱਚ ਜਾਂ ਕੋਈ ਵਰਕ ਕਰਨ ਦੇ ਵਿੱਚ, ਉਹਦੇ ਜੁੜਨਗੇ। ਫਿਰ ਆ ਗਿਆ ਤੁਹਾਡੀ ਕ੍ਰੀਏਟਿਵ ਪ੍ਰੈਜੈਂਟੇਸ਼ਨ, ਵੀ ਤੁਸੀਂ ਕਿੰਨਾ ਵਧੀਆ ਪ੍ਰੈਜੈਂਟ ਕੀਤਾ ਗਿਆ, ਉਹਦੇ 2 ਮਾਰਕਸ ਜੁੜਨਗੇ। ਫਿਰ ਤੁਹਾਡਾ ਕੰਟੈਂਟ ਹੋਏਗਾ ਤੇ ਆਬਜ਼ਰਵੇਸ਼ਨ ਕੀਤੀ ਜਾਏਗੀ, ਜਿਹੜੀ ਤੁਸੀਂ ਰਿਸਰਚ ਵਰਕ ਕੀਤਾ ਹੋਏਗਾ ਤੁਹਾਨੂੰ ਬਾਹਰ ਲੈ ਕੇ ਗਏ ਹੋਣਗੇ ਤੇ ਤੁਸੀਂ ਉਹਦੇ ਉੱਤੇ ਰਿਪੋਰਟ ਤਿਆਰ ਕਰਨੀ ਹੋਏਗੀ। ਤੇ 4th ਹੈਗਾ ਵਾ ਤੁਸੀਂ ਐਨਾਲਾਈਜ਼ ਕਰਨੀ ਹੈ ਸਿਚੁਏਸ਼ਨ ਨੂੰ, 6 ਮਾਰਕਸ ਉਹਦੇ ਮਿਲਣਗੇ। ਤੇ ਵਾਈਵਾ ਹੋਏਗਾ ਤੁਹਾਡਾ 6 ਮਾਰਕਸ ਦਾ। ਯਾਨੀ ਕਿ ਇਸ ਵਾਰ ਜਿਹੜਾ ਵੀ ਤੁਹਾਡਾ ਵਰਕ ਹੋਏਗਾ ਉਹ ਬਹੁਤ ਜ਼ਿਆਦਾ ਕੰਪਲੀਕੇਟਡ ਤੇ ਪਲੱਸ ਕੀ ਹੋਏਗਾ, ਥਿਊਰੀ ਤੋਂ ਹਟ ਕੇ ਇੱਕ ਪ੍ਰੈਕਟੀਕਲ ਲਾਈਫ ਦੇ ਉੱਤੇ ਬੇਸਡ ਹੋਏਗਾ। ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਵੀ ਤੁਸੀਂ ਪ੍ਰੋਜੈਕਟ ਕਿਹੜਾ ਬਣਾ ਸਕਦੇ ਹੋ। ਦੇਖੋ ਫਸਟ ਪ੍ਰੋਜੈਕਟ ਦਿੱਤਾ ਗਿਆ ਵਾ ਉਹ ਹੈਗਾ ਐਲੀਮੈਂਟਸ ਆਫ ਟੂ ਦੀ ਬਿਜ਼ਨਸ ਇਨਵਾਇਰਮੈਂਟ, ਤਾਂ ਇਹਦੇ ਉੱਤੇ ਲੈ ਕੇ ਆ ਸਕਦੇ ਹੋ। ਸੈਕਿੰਡ ਹੈਗਾ ਵਾ ਤੁਹਾਡਾ ਪ੍ਰਿੰਸੀਪਲ ਆਫ ਮੈਨੇਜਮੈਂਟ ਦੇ ਉੱਤੇ ਆ ਸਕਦਾ, ਸਟਾਕ ਐਕਸਚੇਂਜ ਦੇ ਉੱਤੇ ਆ ਸਕਦਾ, ਮਾਰਕੀਟਿੰਗ ਮੈਨੇਜਮੈਂਟ ਦੇ ਉੱਤੇ ਆ ਸਕਦਾ ਵਾ। ਤਾਂ ਤੁਸੀਂ ਪ੍ਰੈਜੈਂਟੇਸ਼ਨ ਜਿਹੜੀ ਸਬਮਿਟ ਕਰਨੀ ਆ ਪ੍ਰੋਜੈਕਟ ਰਿਪੋਰਟ ਦੀ ਉਹ ਕੀ ਕਰਨੀ ਆ, ਹੋਲ ਪ੍ਰੋਜੈਕਟ ਜਿਹੜਾ ਹੋਏਗਾ ਉਹ ਤੁਸੀਂ ਫਾਰਮਲ ਜਿਹੜੀਆਂ ਫਾਰਮੈਟ ਫਾਈਲ ਹੁੰਦੀਆਂ ਨੇ ਉਹਦੇ ਵਿੱਚ ਬਣਾਉਣਾ ਵਾ, ਤੇ ਹੈਂਡ ਰਿਟਨ ਹੋਏਗਾ ਤੁਹਾਡਾ ਸਾਰਾ ਕੁਝ, ਤੇ ਤੁਸੀਂ ਆਪਣੇ ਆਪ ਪ੍ਰੋਜੈਕਟ ਨੂੰ ਸਬਮਿਟ ਵੀ ਕਰਾਉਣਾ ਵਾ। ਤਾਂ ਇਹ ਚੀਜ਼ਾਂ ਤੁਹਾਡੀਆਂ ਕੰਪਲਸਰੀ ਨੇ। ਤੇ ਇਹਦੇ ਵਿੱਚ ਹੋਰ ਕੀ ਦੱਸਿਆ ਗਿਆ ਵੀ ਜਿਹੜਾ ਪ੍ਰੋਜੈਕਟ ਹੋਏਗਾ ਪ੍ਰੈਜੈਂਟੇਸ਼ਨ ਨੀਟ ਐਂਡ ਕਲੀਨ ਹੋਣਾ ਚਾਹੀਦਾ। ਸਟੂਡੈਂਟਸ ਜਿਹੜੇ ਨੇ ਉਹ ਰੂਲ ਸ਼ੀਟਸ ਤੇ ਇੰਟਰਨਲ ਪ੍ਰੈਕਟੀਕਲ ਵਰਕ ਨੋਟਬੁੱਕ ਦੇ ਉੱਤੇ ਕਰਨੇ ਚਾਹੀਦੇ ਆ। ਤਾਂ ਹੋਰ ਵੀ ਜਿਹੜੇ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸੀਆਂ ਗਈਆਂ ਨੇ, ਤਾਂ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਕੇ ਦੇਖ ਸਕਦੇ ਹੋ। ਨੈਕਸਟ ਅਸੀਂ ਗੱਲ ਕਰੀਏ ਅਕਾਊਂਟੈਂਸੀ ਦੀ। ਅਕਾਊਂਟੈਂਸੀ ਦਾ ਵੀ 80 ਮਾਰਕਸ ਦਾ ਆਏਗਾ ਪੇਪਰ, 15 ਮਾਰਕਸ ਦਾ ਤੁਹਾਡਾ ਪ੍ਰੈਕਟੀਕਲ ਹੋਏਗਾ ਤੇ 5 ਮਾਰਕਸ ਦੀ ਇੰਟਰਨਲ ਜਿਹੜੀ ਅਸੈਸਮੈਂਟ ਉਹ ਜਾਏਗੀ। ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਸੈਕਸ਼ਨ ਵੰਡੇ ਗਏ ਨੇ ਉਹ ਦੱਸਿਆ ਗਿਆ, ਹੋਲ ਸਿਲੇਬਸ ਵੰਡਿਆ ਗਿਆ 3 ਸੈਕਸ਼ਨ ਦੇ ਵਿੱਚ ਵੰਡਿਆ ਗਿਆ ABC। ਤੇ ਜਿਹੜਾ ਫਸਟ ਪਾਰਟ ਹੋਏਗਾ ਉਹ ਸੈੱਟ ਕੀਤੇ ਗਏ ਨੇ ਕੁਐਸਚਨ ਪੇਪਰ ਦੇ ਵਿੱਚ 16 ਕੁਐਸਚਨ ਸੈੱਟ ਕੀਤੇ ਗਏ ਨੇ। ਆਲ ਜਿਹੜੇ ਕੁਐਸਚਨ ਨੇ ਉਹ ਸਿਲੇਬਸ ਬੇਸਡ ਹੋਣਗੇ। ਨੋ ਵਰਡਸ ਤੇ ਲਾਈਨਸ ਜਿਹੜੀਆਂ ਪੇਜਿਸ ਦੀਆਂ ਨੇ ਉਹ ਨਿਊਮੈਰੀਕਲ ਕੁਐਸਚਨ ਉਵੇਂ ਹੀ ਤੁਹਾਨੂੰ ਕਰਨੇ ਪੈਣਗੇ ਜਿੰਨੇ ਪੇਜਿਸ ਨੇ, ਤੇ ਸਿੰਪਲ ਕੈਲਕੂਲੇਟਰ ਅਲਾਉਡ। ਕੁਐਸਚਨ ਫਸਟ ਜਿਹੜਾ ਵਾ ਫਸਟ ਪਾਰਟ ਦੇ ਵਿੱਚ 12 ਕੁਐਸਚਨ ਆਉਣਗੇ ਜਿਹੜੇ ਕਿ 1 ਮਾਰਕਸ ਯਾਨੀ ਕਿ ਤੁਸੀਂ ਕਹਿ ਦਿਓ MCQ ਬੇਸਡ ਹੋਣਗੇ। ਫਿਰ 2 to 6 ਕੁਐਸਚਨ ਹੋਣਗੇ ਉਹ 2 ਮਾਰਕਸ ਦੇ ਹੋਣਗੇ। 7 ਸੈਕਸ਼ਨ ਦੇ ਵਿੱਚ ਜਿਹੜੇ ਨੇ ਉਹ 5 ਸਬ ਡਿਵਾਈਡ ਕੀਤੇ ਗਏ ਹੋਣਗੇ। 1 to 5 ਪਾਰਟਸ ਦੇ ਵਿੱਚ ਜਿਹੜੇ 4 ਕੁਐਸਚਨ ਤੁਸੀਂ ਅਟੈਂਪਟ ਕਰਨੇ ਹੋਣਗੇ। 2 ਉਹਦੇ ਵਿੱਚ 3 ਉਹਦੇ ਵਿੱਚ ਨਿਊਮੈਰਿਕ ਹੋਣਗੇ ਤੇ 2 ਪ੍ਰੈਕਟੀਕਲ ਹੋਣਗੇ, ਤੇ ਉਹ 4 ਮਾਰਕਸ ਦੇ ਕੁਐਸਚਨ ਆਣਗੇ। ਤੇ ਜਿਹੜੇ ਥਿਊਰੀ ਦੇ ਕੁਐਸਚਨ ਹੋਣਗੇ ਉਹ ਤੁਸੀਂ 10 to 15 ਵਰਡਸ ਦੇ ਵਿੱਚ ਉਹਨੂੰ ਕਵਰ ਕਰਨਾ ਹੋਏਗਾ। ਇਹ ਸੈਕਸ਼ਨ ਚੱਲ ਰਿਹਾ ਵਾ। ਨੈਕਸਟ ਹੈਗਾ ਵਾ ਤੁਹਾਡਾ 8th ਦੇ ਵਿੱਚ 8th ਕੁਐਸਚਨ ਜਿਹੜਾ ਵਾ ਤੁਹਾਡਾ ਉਹ 6 ਮਾਰਕਸ ਦੇ ਕੁਐਸਚਨ ਆਉਣਗੇ। ਉਹਦੇ ਵਿੱਚ ਨਿਊਮੈਰਿਕ ਕੁਐਸਚਨ ਆਏਗਾ ਐਜ਼ ਦੇਅਰ ਇੰਟਰਨਲ ਚੋਇਸ ਆਏਗੀ। ਇਹਦੇ ਵਿੱਚੋਂ ਫਸਟ 4 ਯੂਨਿਟਸ ਦੇ ਵਿੱਚ ਵੰਡਿਆ ਗਿਆ 4 ਕੁਐਸਚਨ ਆਉਣਗੇ, ਇੰਟਰਨਲ ਚੋਇਸ ਮਿਲੇਗੀ ਜਿਹੜੇ ਕਿ ਉਹਨਾਂ ਨੂੰ ਦਿੱਤੀ ਜਾਏਗੀ। ਨੈਕਸਟ ਹੈਗਾ 9th ਕੁਐਸਚਨ, ਇਹਦੇ ਵਿੱਚ ਨਿਊਮੈਰੀਕਲ ਹੋਏਗਾ, ਨਿਊਮੈਰੀਕਲ ਕੁਐਸਚਨ ਹੋਣਗੇ ਤੇ ਇੰਟਰਨਲ ਚੋਇਸ ਕੁਐਸਚਨ ਹੋਣਗੇ। ਇਹ 6th ਤੇ 5th ਯੂਨਿਟ ਹੋਏਗੀ ਤੇ 6 ਮਾਰਕਸ ਇਹਦੇ ਵਿੱਚੋਂ ਕੈਰੀ ਕੀਤੇ ਜਾਣਗੇ। ਨੈਕਸਟ ਹੈਗਾ B ਤੇ C ਸੈਕਸ਼ਨ, ਜਿਹੜਾ 10th ਕੁਐਸਚਨ ਹੋਏਗਾ ਉਹਦੇ ਵਿੱਚੋਂ 1 to 15 ਵਰਡਸ ਦੇ ਫਿਰ ਤੁਹਾਡੇ MCQ ਆਉਣਗੇ। 10th ਕੁਐਸਚਨ ਦੇ ਵਿੱਚ ਇੱਕ ਮਾਰਕਸ ਦੇ ਕੁਐਸਚਨ ਆਉਣਗੇ, ਉਹ ਦੱਸੇ ਜਾਣਗੇ ਕਿੰਨੇ ਆਉਣਗੇ। ਉਹ ਤੁਹਾਨੂੰ 8 ਆਉਣਗੇ, 8 ਕੁਐਸਚਨ ਅਟੈਂਪਟ ਕਰਨੇ ਹੋਣਗੇ। ਫਿਰ ਉਸ ਤੋਂ ਬਾਅਦ 11 to 14 ਵਰਡਸ ਦੇ ਨੇ ਉਹ 2 ਮਾਰਕਸ ਦੇ ਕੁਐਸਚਨ ਜਿਹੜੇ ਕਿ 2 ਤੋਂ 5 ਲਾਈਨਾਂ ਦੇ ਵਿੱਚ ਲਿਖਣੇ ਆ। ਫਿਰ 15ਵਾਂ ਕੁਐਸਚਨ ਆਏਗਾ ਜਿਹਦੇ ਵਿੱਚ 3 ਹੋਣਗੇ ਤੇ 2 ਕੁਐਸਚਨ ਕਰਨੇ, 2 ਮਾਰਕਸ ਦੇ ਕੁਐਸਚਨ ਹੋਣਗੇ। ਫਿਰ 5th ਆਏਗਾ ਉਹ 7 8 9 10th, ਇਹ ਤੁਹਾਡੇ ਕੀ ਹੋਣਗੇ ਇੰਟਰਨਲ ਚੋਇਸ ਕੁਐਸਚਨ ਹੋਣਗੇ ਤੇ 6 ਮਾਰਕਸ ਦੇ ਕੁਐਸਚਨ ਬਣਨਗੇ। ਨੈਕਸਟ ਹੈਗੀ ਇਹਦੀ ਡਿਸਟਰੀਬਿਊਸ਼ਨ। ਮੈਂ ਹੁਣ ਇਹਦਾ ਸਿਲੇਬਸ ਵੀ ਐਕਸਪਲੇਨ ਨਾਲ ਦੀ ਨਾਲ ਤੁਹਾਨੂੰ ਉਹਦੇ ਵਿੱਚ ਬਾਅਦ ਵਿੱਚ ਕਰ ਦਾਂਗਾ, ਤੁਸੀਂ ਇਹਦੇ ਵਿੱਚ ਸਕਰੀਨਸ਼ਾਟ ਮਾਰ ਲੈਣਾ ਸਿਲੇਬਸ ਦਾ। ਫਸਟ ਹੈਗਾ ਵਾ ਫਾਈਨੈਂਸ਼ੀਅਲ ਸਟੇਟਮੈਂਟ ਨਾਟ ਟੂ ਦੀ ਪ੍ਰੋਫਿਟ ਆਰਗੇਨਾਈਜੇਸ਼ਨ, 2 ਮਾਰਕਸ ਦੇ ਇੱਕ ਕੁਐਸਚਨ ਆਉਣਗੇ। 2 ਮਾਰਕਸ ਦਾ ਇੱਕ ਕੁਐਸਚਨ ਆਏਗਾ, 4 ਮਾਰਕਸ ਦਾ ਇੱਕ ਕੁਐਸਚਨ ਆਏਗਾ। ਤੇ ਇਹਨਾਂ ਦੱਸਿਆ ਗਿਆ ਵਾ 1 ਤੋਂ ਲੈ ਕੇ 4th ਪਾਰਟ ਤੱਕ, ਯਾਨੀ ਕਿ ਐਡਮਿਸ਼ਨ ਤੱਕ ਇਹਦਾ ਇੱਕ ਜਿਹੜਾ ਵਾ ਅਲੱਗ ਤੋਂ 6 ਨੰਬਰ ਦਾ ਕੁਐਸਚਨ ਬਣੇਗਾ। ਨੈਕਸਟ ਹੈਗਾ ਵਾ ਫਰਮ ਆਫ ਟੂ ਦੀ ਪਾਰਟਨਰਸ਼ਿਪ ਫਰਮਸ, ਤਾਂ ਇਹ ਸਟਾਰਟਿੰਗ ਹੋਏਗੀ ਇੰਟਰੋਡਕਸ਼ਨ, ਉਹਦੇ ਵਿੱਚ 2 ਮਾਰਕਸ ਦਾ ਤੇ 1 ਮਾਰਕਸ ਦਾ ਤੇ 4 ਮਾਰਕਸ ਦਾ ਕੁਐਸਚਨ ਆਏਗਾ। ਨੈਕਸਟ ਹੈਗਾ ਵਾ ਚੇਂਜ ਦੀ ਰੇਸ਼ੋ ਆਫ ਟੂ ਦੀ ਪ੍ਰੋਫਿਟ ਸ਼ੇਅਰਿੰਗ, 2 ਮਾਰਕਸ ਦਾ 1 ਮਾਰਕਸ 2 ਮਾਰਕਸ ਦਾ 1 ਆਏਗਾ ਤੇ 4 ਮਾਰਕਸ ਦਾ 1 ਆਏਗਾ। ਨੈਕਸਟ ਹੈਗਾ ਵਾ ਤੁਹਾਡਾ ਐਡਮਿਸ਼ਨ ਦੇ ਵਿੱਚ ਆਏਗਾ 1 ਮਾਰਕਸ ਦੇ 2 ਕੁਐਸਚਨ ਆਉਣਗੇ, 2 ਮਾਰਕਸ ਦਾ 1 ਆਏਗਾ, 4 ਮਾਰਕਸ ਦਾ ਕੋਈ ਕੁਐਸਚਨ ਨਹੀਂ ਆਏਗਾ। 6 ਨੰਬਰ ਦਾ ਇਹਨਾਂ ਚਾਰਾਂ ਦੇ ਵਿੱਚੋਂ 1 ਕੁਐਸਚਨ ਆਏਗਾ। ਨੈਕਸਟ ਹੈਗਾ ਵਾ ਰਿਟਾਇਰਮੈਂਟ ਤੇ ਡਿਸੋਲਿਊਸ਼ਨ, ਹੁਣ ਇਹਦੇ ਵਿੱਚ ਇੱਕ 6 ਨੰਬਰ ਦਾ ਕੁਐਸਚਨ ਪੱਕਾ ਹੀ ਆਏਗਾ, ਇਹਨਾਂ ਨੇ ਦੱਸ ਦਿੱਤਾ ਵਾ। ਤਾਂ ਹੁਣ ਦੇਖੋ ਇਹਦੇ ਵਿੱਚ ਕਿਵੇਂ ਡਿਸਟਰੀਬਿਊਸ਼ਨ ਕੀਤੀ ਹੈ। ਰਿਟਾਇਰਮੈਂਟ ਦੇ ਵਿੱਚੋਂ 2 ਮਾਰਕਸ ਦਾ 1 ਕੁਐਸਚਨ ਆਏਗਾ, ਫਿਰ ਆਏਗਾ 2 ਮਾਰਕਸ ਦਾ ਕੋਈ ਕੁਐਸਚਨ ਨਹੀਂ ਆਏਗਾ, 4 ਮਾਰਕਸ ਦਾ 1 ਕੁਐਸਚਨ ਆਏਗਾ। ਡਿਸੋਲਿਊਸ਼ਨ ਦੇ ਵਿੱਚ ਦੇਖੋ, ਡਿਸੋਲਿਊਸ਼ਨ ਦੇ ਵਿੱਚ ਉਹਨਾਂ ਨੇ 1 ਮਾਰਕਸ ਦੇ 2 ਕੁਐਸਚਨ ਪਾਏ ਨੇ ਤੇ 2 ਨੰਬਰ ਦਾ 1 ਕੁਐਸਚਨ ਆਏਗਾ ਤੇ 4 ਨੰਬਰ ਦਾ 1 ਕੁਐਸਚਨ ਆਏਗਾ। ਤਾਂ ਇਹ ਤੁਹਾਡਾ ਵੰਡਿਆ ਗਿਆ ਵਾ। ਨੈਕਸਟ ਜਿਹੜਾ B ਸੈਕਸ਼ਨ ਆ ਜਾਣੀ ਕਿ ਪਾਰਟ ਸੈਕਿੰਡ ਆਏਗਾ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ। ਉਹਦੇ ਵਿੱਚ ਦੇਖੋ ਅਕਾਊਂਟਿੰਗ ਆਫ ਦੀ ਸ਼ੇਅਰ ਕੈਪੀਟਲ, ਸ਼ੇਅਰ ਕੈਪੀਟਲ ਆਏਗੀ ਤੁਹਾਡੀ, 2 ਨੰਬਰ ਦਾ 1 ਕੁਐਸਚਨ ਆਣਗੇ।
ਫਿਰ ਇੱਕ 2-2 ਨੰਬਰ ਦਾ ਇੱਕ ਕੁਐਸਚਨ ਆਏਗਾ, 4 ਨੰਬਰ ਦਾ ਇੱਕ ਕੁਐਸਚਨ ਆਏਗਾ। ਹੁਣ ਇਹਨਾਂ ਨੇ ਦੱਸਿਆ 7 ਤੋਂ 10 ਤੱਕ ਆਹ ਪਾਰਟ ਤੱਕ ਕੈਸ਼ ਫਲੋ ਤੱਕ ਤਾਂ ਤੁਹਾਡੀ ਕੀ ਆ 6 ਨੰਬਰ ਦਾ ਇੱਕ ਕੁਐਸਚਨ ਅਰਾਈਜ਼ ਹੋਏਗਾ। ਯਾਨੀ ਕਿ ਪਹਿਲਾਂ ਜਿਹੜਾ ਕੈਸ਼ ਫਲੋ ਹੁੰਦਾ ਸੀ ਸਟੇਟਮੈਂਟ ਉਹ ਅਲੱਗ ਰੱਖਿਆ ਗਿਆ ਵਾ। ਇਸ ਵਾਰ ਤੁਹਾਡੇ ਕਈ ਚੈਪਟਰ ਕੱਟ ਡਾਊਨ ਹੋ ਗਏ, ਜਿਵੇਂ ਰੇਸ਼ੋ ਐਨਾਲਾਈਸਿਸ ਦਾ ਚੈਪਟਰ ਕੱਟ ਡਾਊਨ ਹੋ ਗਿਆ, ਉਹ ਇਹਦੇ ਵਿੱਚ ਦੱਸਿਆ ਜਾਏਗਾ। ਡਿਵੈਂਚਰਸ, ਰਿਡੈਂਪਸ਼ਨ ਆਫ ਡਿਵੈਂਚਰਸ ਉਹ ਵੀ ਕੱਟਿਆ ਗਿਆ ਵਾ। ਤਾਂ ਇਹਦੇ ਵਿੱਚ ਕਾਫੀ ਤੁਹਾਨੂੰ ਇਸ ਵਾਰ ਰਿਲੈਕਸੇਸ਼ਨ ਮਿਲੀ ਹੋਈ ਆ। ਦੇਖੋ ਹੁਣ ਇਹਦੇ ਵਿੱਚ ਕੀ ਆ, ਸ਼ੇਅਰ ਕੈਪੀਟਲ ਦਾ ਹੋ ਗਿਆ, ਫਿਰ ਸਾਡਾ ਹੈਗਾ ਡਿਵੈਂਚਰ ਇਸ਼ੂ ਦਾ 2 ਨੰਬਰ ਦੇ ਆਉਣਗੇ, ਇੱਕ ਮਾਰਕਸ ਦੇ ਕੁਐਸਚਨ, 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਇੱਕ ਆਏਗਾ। ਨੈਕਸਟ ਹੈਗਾ ਐਨਾਲਾਈਸ ਆਫ ਟੂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ। ਇਹ ਕੀ ਆ, ਥਿਊਰੀ ਬੇਸਡ ਚੈਪਟਰ ਆ। ਤਾਂ ਇਹਦੇ ਵਿੱਚ ਤੁਹਾਨੂੰ 2 ਨੰਬਰ ਦੇ ਆਉਣਗੇ, 1 ਮਾਰਕਸ ਦੇ ਕੁਐਸਚਨ, 2 ਨੰਬਰ ਦਾ ਇੱਕ ਆਏਗਾ, 4 ਨੰਬਰ ਦਾ ਇੱਕ ਆਏਗਾ। ਨੈਕਸਟ ਤੁਹਾਡੇ ਕੋਲ ਹੈਗਾ ਕੈਸ਼ ਫਲੋ ਸਟੇਟਮੈਂਟ। ਇਹਦੇ ਵਿੱਚੋਂ 1 ਮਾਰਕਸ ਦੇ 2 ਆਉਣਗੇ ਅਤੇ 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਕੋਈ ਨਹੀਂ ਆਏਗਾ। ਅਤੇ ਇਹਨਾਂ ਚਾਰਾਂ ਦੇ ਵਿੱਚੋਂ 6 ਨੰਬਰ ਦਾ ਇੱਕ ਕੁਐਸਚਨ ਅਰਾਈਜ਼ ਹੋਏਗਾ। ਤਾਂ ਇਹ ਜਿਹੜੇ 6 ਨੰਬਰ ਦੇ ਜਿਹੜੇ ਕੁਐਸਚਨ ਨੇ ਉਹ 3 ਪਾਰਟ ਐਵੇਂ ਵੰਡੇ ਗਏ ਨੇ। ਤਾਂ ਤੁਹਾਡਾ ਸਿਲੇਬਸ ਕਾਫੀ ਕੱਟ ਡਾਊਨ ਹੋਇਆ ਵਾ, ਤਾਂ ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਫਸਟ ਆਇਆ ਵਾ ਤੁਹਾਡਾ, ਮੈਂ ਇਹਦੇ ਵਿੱਚ ਜਸਟ ਐਕਸਪਲੇਨ ਕਰਾਂਗਾ। ਪਹਿਲਾ ਹੈਗਾ ਵਾ ਫਾਈਨੈਂਸ਼ੀਅਲ ਸਟੇਟਮੈਂਟ ਫॉर ਦੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਇਹ 'ਚ ਆਇਆ ਵਾ, ਤਾਂ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਲੈਣਾ ਵਾ। ਨੈਕਸਟ ਆਇਆ ਵਾ ਤੁਹਾਡਾ ਅਕਾਊਂਟਿੰਗ ਆਫ ਟੂ ਦੀਆਂ ਪਾਰਟਨਰਸ਼ਿਪ ਫਰਮਸ, ਤਾਂ ਤੁਸੀਂ ਇਹਦੇ ਵਿੱਚ ਵੀ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ। ਨੈਕਸਟ ਹੈਗਾ ਵਾ ਤੁਹਾਡਾ ਚੇਂਜ ਆਫ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੈਪਟਰ। ਦੈਨ ਹੈਗਾ ਐਡਮਿਸ਼ਨ ਆਫ ਟੂ ਦੀਆਂ ਪਾਰਟਨਰਸ਼ਿਪ। 5th ਹੈਗਾ ਵਾ ਰਿਟਾਇਰਮੈਂਟ ਐਂਡ ਦੀ ਡੈਥ ਆਫ ਟੂ ਦੀਆਂ ਪਾਰਟਨਰ। ਐਂਡ 6th ਹੈਗਾ ਵਾ ਤੁਹਾਡਾ ਡਿਸਟ੍ਰੀਬਿਊਸ਼ਨ ਆਫ ਟੂ ਦੀਆਂ ਪਾਰਟਨਰਸ਼ਿਪ ਫਰਮ। ਨੈਕਸਟ ਅਸੀਂ ਗੱਲ ਕਰਦੇ ਹਾਂ ਜਿਹੜਾ ਸੈਕਿੰਡ ਪਾਰਟ ਆ, ਇਹਨਾਂ ਨੇ ਦੱਸਿਆ ਗਿਆ ਵੀ ਸਟੂਡੈਂਟਸ ਮੇ ਬੀ ਅ ਚੋਇਸ ਓਨਲੀ ਅ 1 ਪਾਰਟ ਫਰੋਮ ਟੂ ਦੀ ਆ ਸੈਕਿੰਡ ਔਰ ਥਰਡ। ਸੈਕਿੰਡ ਅਤੇ ਥਰਡ ਦੇ ਵਿੱਚ ਇੱਕ ਪਾਰਟ ਦੇ ਚੋਇਸ ਆ, ਬਟ ਜਿਹੜਾ ਅਸੀਂ ਜ਼ਿਆਦਾਤਰ ਜਿਹੜਾ ਸਿਲੇਬਸ ਕਵਰ ਕਰਦੇ ਹਾਂ ਉਹ ਸੈਕਿੰਡ ਪਾਰਟ ਦੇ ਵਿੱਚੋਂ ਕਰਦੇ ਹਾਂ। ਫਸਟ ਆਏਗਾ ਤੁਹਾਡਾ ਅਕਾਊਂਟਿੰਗ ਫॉर ਦੀ ਸ਼ੇਅਰ ਕੈਪੀਟਲ, ਤਾਂ ਤੁਸੀਂ ਇਹਦਾ ਵੀ ਸਕਰੀਨਸ਼ਾਟ ਮਾਰ ਕੇ ਇਹਨੂੰ ਦੇਖ ਸਕਦੇ ਹੋ। ਨੈਕਸਟ ਹੈਗਾ ਵਾ ਤੁਹਾਡੇ ਕੋਲ ਅਕਾਊਂਟਿੰਗ ਫॉर ਟੂ ਦੀ ਡਿਵੈਂਚਰਸ। ਦੈਨ ਹੈਗਾ ਵਾ ਐਨਾਲਾਈਸ ਆਫ ਟੂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟ। ਐਂਡ 10th ਐਂਡ ਲਾਸਟ ਆਫ ਦਿਸ ਚੈਪਟਰ ਇਜ਼ ਕੈਸ਼ ਫਲੋ ਸਟੇਟਮੈਂਟ। ਤਾਂ ਇਹ ਜਿਹੜੇ ਮੇਨ ਚੈਪਟਰ ਆਏ ਨੇ, ਤਾਂ ਇਹਦੇ ਵਿੱਚ ਕਈ ਚੈਪਟਰ ਕੱਟੇ ਗਏ, ਜਿਵੇਂ ਕੰਪੈਰੇਟਿਵ ਐਂਡ ਕਾਮਨ ਬੈਲੈਂਸ ਸ਼ੀਟਸ ਹੋ ਗਿਆ ਵਾ, ਤੁਹਾਡਾ ਰੇਸ਼ੋ ਐਨਾਲਾਈਸਿਸ ਦਾ ਚੈਪਟਰ ਹੋ ਗਿਆ ਵਾ। ਤਾਂ ਇਹ ਕਈ ਚੈਪਟਰ ਇਹਦੇ ਵਿੱਚੋਂ ਕੱਟ ਡਾਊਨ ਕਰ ਦਿੱਤੇ ਗਏ ਨੇ। ਨੈਕਸਟ ਹੈ ਤੁਹਾਡੇ ਕੋਲ ਵੀ ਜਿਹੜਾ ਸੈਕਿੰਡ ਔਰ ਆ, ਇਹ ਸਾਡੇ ਲਈ ਜ਼ਰੂਰੀ ਨਹੀਂ ਹੈਗਾ, ਅਸੀਂ ਇਹ ਯੂਨਿਟ ਨੂੰ ਕਵਰ ਕਰਦੇ ਹੀ ਨਹੀਂ। ਅਤੇ ਨੈਕਸਟ ਹੈਗਾ ਸਾਡੇ ਕੋਲ ਪ੍ਰੈਕਟੀਕਲ ਵਰਕ ਕੀ ਆ। ਪ੍ਰੈਕਟੀਕਲ ਵਰਕ ਦੇ ਵਿੱਚ 15 ਮਾਰਕਸ ਦਾ ਜਿਹੜਾ ਮੈਕਸਿਮਮ ਰਾਈਜ਼ ਹੋਏਗਾ, ਉਹਦੇ ਵਿੱਚ ਉਹਨਾਂ ਨੇ ਪ੍ਰੈਕਟੀਕਲ ਸਬਜੈਕਟ ਵੰਡੇ ਗਏ ਨੇ। ਉਹ ਕਹਿੰਦੇ ਥਿਊਰੀ ਦਾ ਫਸਟ ਅਤੇ ਸੈਕਿੰਡ ਪਾਰਟ ਦੇ ਵਿੱਚੋਂ ਤੁਹਾਨੂੰ ਉਹ ਸਾਰਾ ਪ੍ਰੈਕਟੀਕਲ ਵਰਕ ਆਏਗਾ। ਇਹਦੇ ਲਈ ਤੁਹਾਨੂੰ ਪ੍ਰੋਜੈਕਟ ਇੱਕ ਨੋਟਬੁੱਕ ਲਗਾਉਣੀ ਪਏਗੀ, ਐਟਲੀਸਟ ਇੱਕ ਜਿਹੜਾ ਪ੍ਰੋਜੈਕਟ ਹੋਏਗਾ ਉਹਦੇ ਸ਼ਾਰਟ ਕੁਐਸਚਨ ਆਨਸਰ ਸਿਲੇਬਸ ਦੇ ਅਕੋਰਡਿੰਗ ਤੁਸੀਂ ਉਹ ਕਰਨੇ ਆ। ਨੈਕਸਟ ਹੈਗਾ ਵੀ ਪ੍ਰੋਜੈਕਟ ਵਿੱਚ ਕਿਵੇਂ ਵੰਡੇ ਗਏ ਨੇ। 3 ਪ੍ਰੋਜੈਕਟ ਨੋਟਬੁੱਕ ਦੇ ਮਾਰਕਸ ਮਿਲਣਗੇ। 3 ਮਾਰਕਸ ਜਿਹੜੇ ਹੋਣਗੇ ਉਹ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ, ਜਿਹਦੇ ਵਿੱਚ 3 ਕੁਐਸਚਨ ਅਟੈਂਪਟ ਕਰਨੇ ਹੋਣਗੇ। 9 ਮਾਰਕਸ ਉਹਦੇ ਵਿੱਚ ਮਿਲਣਗੇ। 3 ਮਾਰਕਸ ਦਾ ਵਾਈਵਾ ਹੋਏਗਾ। ਫਿਰ ਡਿਵੀਜ਼ਨ ਆਫ ਇੰਟਰਨਲ ਚੋਇਸ ਦਾ ਜਿਹੜਾ ਤੁਹਾਡਾ ਵਾ ਇੰਟਰਨਲ ਅਸੈਸਮੈਂਟ ਜਾਏਗੀ, ਉਹਦੇ ਵਿੱਚ 2 ਮਾਰਕਸ ਦੀ ਆ ਬੈਂਕ ਬੁੱਕ ਆਏਗੀ, ਅਤੇ ਐਵਰੇਜ ਪੀਰੀਓਡੀਕਲ ਟੈਸਟ ਹੋਣਗੇ ਜਿਹੜੇ ਤੁਹਾਡੇ 3 ਮਾਰਕਸ ਉਹਦੇ ਜੁੜਨਗੇ। ਤਾਂ ਹੁਣ ਦੇਖੋ ਇਹਦੇ ਵਿੱਚ ਪ੍ਰੈਕਟੀਕਲ ਦੀ ਚੋਇਸ ਹੈਗੀ ਜਿਹੜੀ ਥਰਡ ਵਾਲੀ, ਇਹ ਸਾਡੇ ਨਾਲ ਕੋਈ ਰਿਲੇਟਡ ਨਹੀਂ ਹੈਗਾ, ਤਾਂ ਸਾਨੂੰ ਇਹ ਚੀਜ਼ ਕਰਨ ਦੀ ਲੋੜ ਵੀ ਨਹੀਂ। ਨੈਕਸਟ ਹੈਗਾ ਵਾ ਫੰਡਾਮੈਂਟਲ ਆਫ ਈ ਬਿਜ਼ਨਸ। ਈ ਬਿਜ਼ਨਸ ਦਾ ਜਿਹੜਾ ਵਾ ਉਹ 80 ਮਾਰਕਸ ਦਾ ਆਏਗਾ, 15 ਮਾਰਕਸ ਪ੍ਰੈਕਟੀਕਲ ਅਤੇ 5 ਮਾਰਕਸ ਦਾ ਜਿਹੜਾ ਇੰਟਰਨਲ ਚੋਇਸ ਕੁਐਸਚਨ ਆਉਣਗੇ। ਤਾਂ ਹੁਣ ਇਹਦੇ ਵਿੱਚ ਜਿਹੜਾ ਸੈਕਸ਼ਨ ਵੰਡਿਆ ਗਿਆ ਵਾ, ਇਹ ਸੈਕਸ਼ਨ ਵੰਡਿਆ ਗਿਆ ਵਾ 1 to 20 ਕੁਐਸਚਨ ਆਉਣਗੇ 1 ਮਾਰਕਸ ਦੇ। ਬੀ ਸੈਕਸ਼ਨ ਦੇ ਵਿੱਚ 2 ਤੋਂ 10 ਕੁਐਸਚਨ ਜਿਹੜੇ ਨੇ ਉਹ 2 ਮਾਰਕਸ ਦੇ ਆਉਣਗੇ। ਅਤੇ ਸੀ ਦੇ ਵਿੱਚ ਆਉਣਗੇ 11 to 18 ਮਾਰਕਸ ਦੇ ਜਿਹੜੇ 4 ਮਾਰਕਸ ਦੇ ਕੁਐਸਚਨ ਆਉਣਗੇ। ਅਤੇ ਥਰਡ ਦੇ ਵਿੱਚੋਂ ਜਿਹੜਾ ਵਾ 19 to 21 ਉਹ 6 ਮਾਰਕਸ ਦੇ ਕੁਐਸਚਨ ਆਉਣਗੇ, ਬਟ ਇਹਦੀ ਇੰਟਰਨਲ ਚੋਇਸ ਮਿਲੇਗੀ। ਤਾਂ ਹੁਣ ਇਹਦੇ ਵਿੱਚ ਜਿਹੜਾ ਸਿਲੇਬਸ ਆ ਉਹਨਾਂ ਨੇ ਵੀ ਕਾਫੀ ਕੱਟ ਡਾਊਨ ਕੀਤਾ ਗਿਆ। ਦੇਖੋ ਸਿਲੇਬਸ ਦੇ ਵਿੱਚ ਪਹਿਲਾਂ ਆਏਗਾ ਕੰਟੈਂਪਟ ਆਫ ਟੂ ਦੀ ਸਕੋਪ ਆਫ ਟੂ ਦੀਆਂ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਫੰਡਾਮੈਂਟਲ ਆਫ ਕੰਪਿਊਟਰਸ। ਤਾਂ ਇਹਦੇ ਵਿੱਚੋਂ 1 ਮਾਰਕਸ ਦੇ 2 ਆਉਣਗੇ, 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਇੱਕ ਆਏਗਾ, ਅਤੇ 6 ਮਾਰਕਸ ਦਾ ਇੰਟਰਨਲ ਚੋਇਸ ਆਏਗੀ ਇਹਨਾਂ 2 ਦੇ ਵਿੱਚੋਂ। ਅਤੇ ਅੱਗੇ ਦੇਖੋ ਇਹਨਾਂ ਨੇ ਸਾਰਾ ਕੰਬਾਈਨ ਕਰ ਦਿੱਤਾ, ਜਿਵੇਂ ਹਾਰਡਵੇਅਰ ਕਨਸੈਪਟ, ਮੈਮਰੀ ਸਿਸਟਮ ਆਫ ਕੰਪਿਊਟਰਸ ਅਤੇ ਸੌਫਟਵੇਅਰ ਕਨਸੈਪਟ, ਇਹ ਸਾਰੇ ਇਕੱਠੇ ਕਰ ਦਿੱਤੇ ਗਏ ਨੇ। ਅਤੇ ਇਹਦੇ ਵਿੱਚੋਂ ਕੀ ਆ ਤੁਹਾਡਾ 1 ਮਾਰਕਸ ਦਾ ਜਿਹੜਾ ਕੁਐਸਚਨ ਆ ਉਹ 2 ਆਉਣਗੇ, 2 ਮਾਰਕਸ ਦਾ ਇੱਕ ਆਏਗਾ, 4 ਮਾਰਕਸ ਦਾ ਇੱਕ ਆਏਗਾ, ਅਤੇ 6 ਮਾਰਕਸ ਦਾ ਇੱਕ ਜਿਹੜਾ ਆਉਣਾ ਹੀ ਆਉਣਾ ਵਾ ਉਹ ਇਹਨਾਂ ਵਿੱਚੋਂ ਆਏਗਾ। ਨੈਕਸਟ ਜਿਹੜਾ ਵਾ 3rd ਤੋਂ 5th ਪਾਰਟ ਤੱਕ ਆ, ਉਹਦੇ ਵਿੱਚ 6 ਮਾਰਕਸ ਦਾ ਇੱਕ ਕੁਐਸਚਨ ਯੂਜ਼ ਕੀਤਾ ਜਾਏਗਾ। ਦੇਖੋ 3rd ਪਾਰਟ ਦੇ ਵਿੱਚ ਆਏਗਾ ਮਲਟੀਮੀਡੀਆ, ਅਤੇ ਦੈਨ ਹੈਗਾ ਫੰਡਾਮੈਂਟਲ ਆਫ ਇੰਟਰਨੈਟ ਐਂਡ ਵਰਕਿੰਗ ਆਫ ਟੂ ਦੀ ਇੰਟਰਨੈਟ, ਅਤੇ 5th ਪਾਰਟ ਹੈਗਾ ਵਾ ਇੰਟਰੋਡਕਸ਼ਨ ਆਫ ਟੂ ਦੀ ਕਾਮਰਸ ਐਂਡ ਇਨ ਇੰਡੀਆ। ਇਹ ਜਿਹੜਾ ਬਾਕੀ ਆ ਤੁਸੀਂ ਇਹਨੂੰ ਸਕਰੀਨਸ਼ਾਟ ਮਾਰ ਕੇ ਦੇਖ ਸਕਦੇ ਹੋ। ਨੈਕਸਟ ਹੈਗਾ ਵਾ 6th ਤੋਂ ਲੈ ਕੇ 10th ਤੱਕ ਤੁਹਾਡੇ 6 ਮਾਰਕਸ ਦਾ ਇੱਕ ਕੁਐਸਚਨ ਬਣੇਗਾ। ਤਾਂ ਹੁਣ ਉਹਦੇ ਵਿੱਚ ਜਿਹੜੇ ਕਿਹੜੇ ਟੌਪਿਕ ਆ ਰਹੇ ਨੇ, ਈ ਪੇਮੈਂਟ ਆ ਰਿਹਾ, ਈ ਸਿਕਿਉਰਿਟੀ ਆ ਰਿਹਾ, ਈ ਬੈਂਕਿੰਗ ਆ ਰਿਹਾ, ਈ ਟ੍ਰੇਡਿੰਗ ਆ ਰਿਹਾ, ਈ ਮਾਰਕੀਟਿੰਗ ਆ ਰਿਹਾ, ਇਹ ਕਨਸੈਪਟ ਜਿਹੜੇ ਤੁਹਾਡੇ ਆ ਰਹੇ ਨੇ। ਤਾਂ ਹੁਣ ਜਿਹੜਾ ਇਹਦਾ ਸਿਲੇਬਸ ਆ ਉਹ ਦੇਖੋ ਪੂਰਾ IT ਸੈਕਟਰ ਦੇ ਉੱਤੇ ਬੇਸਡ ਆ ਅਤੇ ਥਿਊਰੀ ਬੇਸਡ ਆ। ਤਾਂ ਇਹਨਾਂ ਨੇ ਦੱਸਿਆ ਆ ਵੀ ਕਿਸ ਤਰੀਕੇ ਨਾਲ ਸਬਜੈਕਟ ਆ ਰਹੇ ਨੇ। ਪਹਿਲੇ ਯੂਨਿਟ ਦੇ ਵਿੱਚ ਅਸੀਂ ਕਨਸੈਪਟ ਦੇ ਬਾਰੇ ਗੱਲ ਕਰਨੀ ਹੈ, ਸੈਕਿੰਡ ਦੇ ਵਿੱਚ ਐਲੀਮੈਂਟਸ ਆਫ ਕੰਪਿਊਟਰ ਸਿਸਟਮ, ਥਰਡ ਦੇ ਵਿੱਚ ਮਲਟੀਮੀਡੀਆ, 4th ਦੇ ਵਿੱਚ ਫੰਡਾਮੈਂਟਲ ਆਫ ਇੰਟਰਨੈਟ ਐਂਡ ਵਰਕਿੰਗ
ਆਫ ਇੰਟਰਨੈਟ। ਨੈਕਸਟ ਹੈਗਾ ਵਾ 5th ਦੇ ਵਿੱਚ ਆਏਗਾ ਇੰਟਰੋਡਕਸ਼ਨ ਆਫ ਈ ਕਮਰਸ ਐਂਡ ਈ ਕਮਰਸ ਇਨ ਇੰਡੀਆ। ਫਿਰ 6th ਹੈਗਾ ਵਾ ਈ ਪੇਮੈਂਟ। 7th ਹੈਗਾ ਈ ਸਿਕਿਉਰਿਟੀ ਐਂਡ 8th ਹੋਏਗਾ ਈ ਬੈਂਕਿੰਗ। ਅਤੇ 9th ਹੈਗਾ ਵਾ ਤੁਹਾਡਾ ਟ੍ਰੇਡਿੰਗ, ਈ ਟ੍ਰੇਡਿੰਗ। ਤਾਂ ਇਹ ਤੁਹਾਡੇ ਸੀਗੇ ਜਿਹੜੇ ਟੌਪਿਕ ਸੀਗੇ ਜਿਹੜੇ ਤੁਸੀਂ ਕਰਨੇ ਸੀਗੇ। ਅਤੇ ਲਾਸਟ ਵਨ ਹੈਗਾ ਈ ਮਾਰਕੀਟਿੰਗ। ਤਾਂ ਹੁਣ ਜਿਹੜਾ ਤੁਹਾਡਾ ਪ੍ਰੋਜੈਕਟ ਵਰਕ ਹੋਏਗਾ ਉਹ ਦੇਖ ਲਓ ਕਿੱਦਾਂ ਆਏਗਾ। 15 ਮਾਰਕਸ ਦਾ ਆਏਗਾ। 3 ਮਾਰਕਸ ਦੀ ਜਿਹੜੀ ਤੁਹਾਡੀ ਪ੍ਰੈਕਟੀਕਲ ਜਿਹੜੀ ਨੋਟਬੁੱਕ ਹੋਏਗੀ ਉਹ ਤੁਹਾਨੂੰ ਸ਼ੋਅ ਕਰਨੀ ਪਏਗੀ। ਫਿਰ ਤੁਹਾਨੂੰ ਟੋਟਲ 5 ਕੁਐਸਚਨ ਪੁੱਛੇ ਜਾਣਗੇ, ਜਿਹਦੇ ਵਿੱਚ 3 ਕੁਐਸਚਨ ਕਰਨੇ ਹੋਣਗੇ ਅਤੇ ਉਹ 9 ਮਾਰਕਸ ਦੇ ਉਹ ਜੁੜਨਗੇ। 3 ਮਾਰਕਸ ਦਾ ਤੁਹਾਡਾ ਵਾਈਵਾ ਹੋਏਗਾ। ਅਤੇ ਇੰਟਰਨਲ ਜਿਹੜੀ ਅਸੈਸਮੈਂਟ ਉਹ ਕਿੱਦਾਂ ਜਾਏਗੀ, 2 ਮਾਰਕਸ ਜਿਹੜੇ ਮਿਲਣਗੇ ਤੁਹਾਡੇ ਬੈਂਕ ਬੁੱਕ ਦੇ ਮਿਲਣਗੇ। ਦੈਨ ਹੈਗਾ ਵਾ 3 ਜਿਹੜੇ ਪੀਰੀਓਡਿਕ ਮਾਰਕਸ ਦੇ ਹੋਣਗੇ ਅਤੇ ਟੋਟਲ 5 ਮਾਰਕਸ ਇਸ ਤਰੀਕੇ ਨਾਲ ਜੁੜਨਗੇ। ਅਤੇ ਪ੍ਰੈਕਟੀਕਲ ਮਾਰਕਸ ਦੀ ਲਿਸਟ ਲਈ ਸਿਲੇਬਸ ਕੀ ਬਣਾਇਆ ਗਿਆ ਵਾ ਦੇਖੋ। ਫਸਟ ਪਾਰਟ ਦੇ ਵਿੱਚ ਤੁਹਾਨੂੰ ਆਏਗਾ ਇੰਟਰਨੈਟ ਐਪਲੀਕੇਸ਼ਨ, ਲੋਗੋ ਔਨ ਇੰਟਰਨੈਟ ਦੇ ਨੈਵੀਗੇਸ਼ਨ ਆਫ ਸੀਕਿੰਗ ਇਨਫੋਰਮੇਸ਼ਨ ਅਤੇ ਡਾਊਨਲੋਡਿੰਗ ਆਫ ਟੂ ਦੀ ਇਨਫੋਰਮੇਸ਼ਨ ਫਰੋਮ ਇੰਟਰਨੈਟ। ਅਤੇ ਸੈਕਿੰਡ ਪਾਰਟ ਦੇ ਵਿੱਚ ਆਏਗਾ ਸੈਂਡਿੰਗ ਐਂਡ ਰਿਸੀਵਿੰਗ ਆਫ ਈਮੇਲ, ਕ੍ਰੀਏਟ ਈਮੇਲ ਅਕਾਊਂਟ, ਮੈਸੇਜਿੰਗ ਆਏਗਾ, ਐਡਰੈਸ ਬੁੱਕ ਆਏਗਾ, ਫਾਈਲਿੰਗ ਅਟੈਚ ਆਏਗਾ, ਰਿਸੀਵਿੰਗ ਆਏਗਾ, ਡਿਲੀਟਿੰਗ ਆਫ ਮੈਸੇਜ ਆਏਗਾ, ਅਤੇ ਪਰਚੇਜ਼ਿੰਗ ਔਨ ਇੰਟਰਨੈਟ ਅਤੇ ATM ਦਾ ਇਹ ਵਰਕਿੰਗ ਜਿਹੜੀ ਹੋਏਗੀ ਤੁਹਾਡਾ ਪ੍ਰੈਕਟੀਕਲ ਵਰਕ ਦੇ ਉੱਤੇ ਪੁੱਛਿਆ ਜਾਏਗਾ। ਤਾਂ ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਅੱਜ ਗੱਲ ਕੀਤਾ ਵਾ ਕਮਰਸ ਦੀ। ਕਮਰਸ ਦਾ ਇੱਕ ਸਬਜੈਕਟ ਰਹਿ ਗਿਆ ਇਕਨੋਮਿਕਸ, ਉਹਦੇ ਬਾਰੇ ਮੈਂ ਜਿਹੜਾ ਵਾ ਨੈਕਸਟ ਸੈਸ਼ਨ ਦੇ ਵਿੱਚ ਗੱਲ ਕਰੂੰਗਾ ਅਤੇ ਉਹਦੇ ਵਿੱਚ ਤੁਹਾਨੂੰ ਉਹਦਾ ਸਿਲੇਬਸ ਅਪਲੋਡ ਕਰ ਦੂੰਗਾ। ਅਤੇ ਆਈ ਹੋਪ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਨੌਲੇਜ ਮਿਲ ਰਹੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਲੇਟੈਸਟ ਅਪਡੇਸ਼ਨ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਕੀ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਨੌਲੇਜ ਮਿਲ ਸਕੇ। ਆਈ ਹੋਪ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇਗਾ। ਅਤੇ ਥੈਂਕਸ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸ਼ੇਅਰ ਵਿਦ ਅਦਰਸ। ਥੈਂਕਸ ਲੋਟ।